ਸਤਿ ਸ਼੍ਰੀ ਅਕਾਲ ਜੀ। ਮੇਰਾ ਨਾਮ ਅਮਰਿਤ ਸਿੰਘ ਕਮ ਫਰੋਮ ਪ੍ਰਾਈਮ ਏਸ਼ੀਆ ਟੈਲੀਵਿਜ਼ਨ। ਅਸੀਂ ਇੱਕ ਸੱਦਾ ਪਿਆਰ ਭਰਾ ਸੱਦਾ ਕਮਿਊਨਿਟੀ ਨੂੰ ਦਿੱਤਾ ਸੀ, ਉਪਰਾਲਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਵਿਧਾਨ ਸਭਾ 2023 ਦੀਆਂ ਜੋ ਇਲੈਕਸ਼ਨਸ ਇਸ ਸਮੇਂ ਆ ਰਹੀਆਂ ਨੇ, ਸਾਡੇ ਕਮਿਊਨਿਟੀ ਜਿਸ ਤਰੀਕੇ ਨਾਲ ਮੈਨੀਟੋਬਾ ਵਿਨੀਪੈਗ ਦੇ ਵਿੱਚ ਗਰੋ ਕਰ ਰਹੀ ਹੈ, ਸਾਡੇ ਲਈ ਮਾਣ ਵਾਲੀ ਗੱਲ ਹੈ, ਚੰਗੀ ਗੱਲ ਹੈ। ਇਸ ਵਾਰੀ ਸਾਡੇ ਭਾਈਚਾਰੇ ਦੇ 8 ਦੇ ਕਰੀਬ ਉਮੀਦਵਾਰ ਵਿਨੀਪੈਗ ਮੈਨੀਟੋਬਾ ਦੇ ਵਿੱਚ ਇਸ ਇਲੈਕਸ਼ਨ ਸਭ ਤੋਂ ਪਹਿਲਾਂ ਇਹ ਸਾਡੇ ਲਈ ਖੁਸ਼ੀ ਦੀ ਗੱਲ ਹੈ, ਕਿਉਂਕਿ ਵੱਖ-ਵੱਖ ਪਾਰਟੀਆਂ ਦੇ ਵੱਲੋਂ ਖੜੇ ਨੇ, ਉਹਨਾਂ ਨੇ ਇਹਨਾਂ ਨੂੰ ਐਕਨੋਲੇਜ ਕੀਤਾ, ਇਹਨਾਂ ਦੇ ਲੀਡਰਸ਼ਿਪ ਸਕਿੱਲਸ ਨੂੰ ਐਕਨੋਲੇਜ ਕੀਤਾ। ਤੋਂ ਸਭ ਤੋਂ ਪਹਿਲਾਂ ਜੀ ਇਹਨਾਂ ਸਾਰੇ ਕੈਂਡੀਡੇਟਸ ਨੂੰ ਵਧਾਈ, ਕਿਉਂਕਿ ਇਹ ਵੱਖ-ਵੱਖ ਪਾਰਟੀਆਂ ਦੇ ਰਾਹੀਂ ਸਾਡਾ ਮਾਣ ਵਧਾ ਰਹੇ ਨੇ, ਇਹਨਾਂ ਨੂੰ ਜੀ ਆਇਆਂ ਨੂੰ ਕਰ ਰਹੇ ਨੇ। ਕਿਸੇ ਵੀ ਪਾਰਟੀ ਤੋਂ ਇਹ ਕੈਂਡੀਡੇਟਸ ਖੜੇ ਨੇ, ਸਾਡਾ ਮਕਸਦ ਹੈ ਕਿ ਸਾਡੇ ਭਾਈਚਾਰੇ ਦੇ ਵੀਰ ਨੇ, ਭਰਾ ਨੇ, ਸਾਡੇ ਲੀਡਰਸ ਨੇ, ਇਹਨਾਂ ਨੂੰ ਵੱਖ-ਵੱਖ ਪਾਰਟੀਆਂ ਨੇ ਐਕਨੋਲੇਜ ਕੀਤਾ। ਅਸੀਂ ਇਹ ਪਲੇਟਫਾਰਮ ਇਸ ਲਈ ਸੱਦਿਆ ਕਿ ਭਾਈਚਾਰਾ ਤੇ ਸਾਡੇ ਕੈਂਡੀਡੇਟਸ ਆ ਕੇ ਆਪਾਂ ਉਸ ਮੁੱਦਿਆਂ ਦੀ ਗੱਲ ਕਰਨ ਦੀ ਕੋਸ਼ਿਸ਼ ਕਰੀਏ, ਤਾਂ ਕਿ ਐਟਲੀਸਟ ਸਾਡੇ ਕੋਲ ਉਹ ਰੈਕੋਗਨਾਈਜ਼ ਹੋਣ ਕਿ ਸਾਡੇ ਭਾਈਚਾਰੇ ਦੇ ਅਸਲ ਮੁੱਦੇ ਜਾਂ ਪਰੇਸ਼ਾਨੀਆਂ ਉਹ ਕੀ ਨੇ, ਜਿਹੜੀਆਂ ਪਹਿਲ ਦੇ ਆਧਾਰ ਦੇ ਉੱਤੇ ਵਿਧਾਨ ਸਭਾ ਦੇ ਵਿੱਚ ਹੱਲ ਹੋਣੀਆਂ ਚਾਹੀਦੀਆਂ ਨੇ। ਇਰਰਿਸਪੈਕਟਿਵ ਸਰਕਾਰ ਚਾਹੇ ਪੀਸੀ ਪਾਰਟੀ ਦੀ ਹੈ, ਚਾਹੇ ਐਨਡੀਪੀ ਦੀ ਹੈ, ਚਾਹੇ ਲਿਬਰਲ ਜਾਂ ਕੋਈ ਵੀ ਹੋਰ ਪਾਰਟੀ ਦੀ ਆਵੇ, ਬੀਇੰਗ ਪੰਜਾਬੀ, ਬੀਇੰਗ ਇੱਕ ਕਮਿਊਨਿਟੀ, ਆਪਾਂ ਉਹਨਾਂ ਮੁੱਦਿਆਂ ਦੇ ਉੱਤੇ ਘੱਟੋ ਘੱਟ ਇੱਕ ਹੋਈਏ, ਇੱਕ ਆਵਾਜ਼ ਆਪਾਂ ਉਹਦੇ ਉੱਤੇ ਬੁਲੰਦ ਕਰੀਏ ਕਿ ਹਾਂ ਅਸੀਂ ਇੱਥੇ ਪਾਰਟੀ ਵਾਲੀ ਤੌਰ ਤੇ ਉੱਠ ਕੇ ਐਗਰੀ ਕਰਦੇ ਹਾਂ ਕਿ ਯੈਸ ਕਿ ਦਿਸ ਇਜ਼ ਦਾ ਰੀਅਲ ਕਾਜ਼, ਜਾਂ ਕੋਈ ਇਸ ਤਰੀਕੇ ਦੇ ਮੁੱਦੇ ਨੇ ਵੀ ਇਹ ਬਿਲਕੁਲ ਉੱਥੇ ਉੱਠਣੇ ਚਾਹੀਦੇ। ਕੋਈ ਵੀ ਇਹਨੂੰ ਕਿਸੇ ਵੀ ਤਰੀਕੇ ਦਾ ਲੈ ਕੇ ਜਾਵੇ ਆਪਾਂ ਹਾਮੀ ਭਰਾਂਗੇ। ਇਸ ਨੋਟ ਦੇ ਉੱਤੇ, ਇਸ ਆਸ ਵਿਸ਼ਵਾਸ ਦੇ ਨਾਲ ਅਸੀਂ ਅੱਜ ਦਾ ਪ੍ਰੋਗਰਾਮ ਜੋ ਉਲੀਕਿਆ ਤੇ ਪੂਰੀ ਚੜ੍ਹਦੀ ਕਲਾ ਦੇ ਵਿੱਚ ਅਸੀਂ ਤੁਹਾਡਾ ਸਾਥ ਵੀ ਚਾਹੁੰਦੇ ਹਾਂ ਤੇ ਕੈਂਡੀਡੇਟਸ ਦਾ ਵੀ ਇੱਕ ਪੋਜ਼ਿਟਿਵ ਨੋਟ ਦੇ ਉੱਤੇ ਇਸ ਪ੍ਰੋਗਰਾਮ ਨੂੰ ਜਾਈਏ, ਤਾਂ ਕਿ ਅੱਜ ਦੀ ਮਿਲਣੀ ਤੋਂ ਬਾਅਦ ਘੱਟੋ ਘੱਟ ਸਾਡੇ ਕੋਲ ਵਿਨੀਪੈਗ ਮੈਨੀਟੋਬਾ ਦੇ ਵਿੱਚ ਪਤਾ ਹੋਵੇ ਕਿ ਯਾਰ ਸਿਰ ਜੁੜ ਕੇ ਬੈਠੇ ਸੀ, ਕੁਝ ਮੁੱਦੇ ਕੱਢੇ ਨੇ ਜਿਹੜੇ ਸੱਚੀ ਧਿਆਨ ਮੰਗਦੇ ਨੇ ਤੇ ਉਹ ਕਿਤੇ ਨਾ ਕਿਤੇ ਬਿੱਲ ਬਣ ਕੇ ਸਾਨੂੰ ਉਹ ਕਾਨੂੰਨ ਦੇ ਰੂਪ ਵਿੱਚ ਮਿਲਣੇ ਚਾਹੀਦੇ ਨੇ, ਜਿੱਥੇ ਸਾਡੀ ਕਮਿਊਨਿਟੀ ਦਾ ਭਲਾ ਹੋ ਸਕੇ। ਸਿੰਪਲ ਇੰਟਰੋਡਕਸ਼ਨ ਰਾਉਂਡ ਤੋਂ ਸ਼ੁਰੂ ਕਰਾਂਗੇ। 2 ਮਿੰਟ ਦਾ ਸਮਾਂ ਹਰ ਪਰ ਕੈਂਡੀਡੇਟ ਹੈਗਾ। ਸੋ ਮੈਂ ਚਾਹੂੰਗਾ ਮੇਰੇ ਰਾਈਟ ਸਾਈਡ ਤੋਂ ਜਿਹੜੀ ਦੇਵਗਨ ਨੂੰ ਤੇ ਮੈਂ ਫਿਲਮ ਰਾਈਡਰ ਨੂੰ ਆਪਣੀ ਇੰਟਰੋਡਕਸ਼ਨ ਮੇਰੇ ਨਾਲ ਵਧੀਆ ਆਪ ਦੀ ਦੇਣ, ਤੋਂ ਮੈਂ ਉਹਨੂੰ ਸ਼ੁਰੂ ਕਰਵਾ ਦਿੰਦਾ ਜੀ। ਬੜੀ ਥੈਂਕ ਯੂ। ਮੇਰਾ ਨਾਮ ਹੈਗਾ ਜਸਦੀਪ ਸਿੰਘ ਦੇਵਗਨ ਤੇ ਮੋਸਟਲੀ ਮੈਨੂੰ ਜੀਡੀ ਦੇ ਨਾਂ ਤੇ ਜਾਣਿਆ ਜਾਂਦਾ, ਤੇ ਮੈਂ ਹੈਗਾ ਐਨਡੀਪੀ ਦੇ ਕੈਂਡੀਡੇਟ ਮੈਕਫਿਲਿਪ ਰਾਈਡਿੰਗ ਦੇ ਵਿੱਚ। ਹੈਲੋ, ਸਤਿ ਸ਼੍ਰੀ ਅਕਾਲ ਜੀ। ਮੇਰਾ ਨਾਮ ਹੈਗਾ ਕਿਰਤਵੀਰ ਸਿੰਘ ਹੇਰ। ਮੋਸਟਲੀ ਲੋਕ ਮੈਨੂੰ ਕਿਰਤ ਜਾਂ ਕਰਟ ਦੇ ਨਾਂ 'ਤੇ ਜਾਣਦੇ ਆ। ਮੈਂ ਇਸ ਟਾਈਮ ਕਮਿਊਨਿਟੀ ਰਿਸੋਰਸ ਵਰਕਰ ਕੰਮ ਕਰਦਾ ਸਪੋਰਟਡ ਇੰਡੀਪੈਂਡੈਂਟ ਲਿਵਿੰਗ ਪ੍ਰੋਗਰਾਮ ਦੇ ਵਿੱਚ। ਮੈਂ ਪਿਛਲੇ 4 ਸਾਲ ਤੋਂ ਐਮਐਲਏ ਬਰੋਜ਼ ਵਜੋਂ ਕੰਮ ਕਰ ਰਿਹਾ ਸੀਗਾ, ਤੇ ਉਸ ਤੋਂ ਪਹਿਲਾਂ ਮੈਂ ਐਗਰੀਕਲਚਰ ਡਿਪਾਰਟਮੈਂਟ ਹੈ ਜਿਹੜਾ ਮੈਨੀਟੋਬਾ ਐਗਰੀਕਲਚਰ, ਉਹਦੇ 'ਚ 4 ਸਾਲ ਐਕਸਟੈਂਸ਼ਨ ਕੋਆਰਡੀਨੇਟਰ ਦੇ ਤੌਰ 'ਤੇ ਕੰਮ ਕੀਤਾ। ਉਹ ਵੀ ਬੜਾ ਵਧੀਆ ਮੌਕਾ ਸੀਗਾ ਕਿ ਮੈਨੀਟੋਬਾ ਦੀ ਫਾਰਮਿੰਗ ਇੰਡਸਟਰੀ ਦੇ ਨਾਲ ਜੁੜ ਕੇ ਕੁਝ ਸਿੱਖਣ ਦਾ ਮੌਕਾ ਮਿਲਿਆ ਜੀ। ਕੈਂਪੇਨ 'ਚ ਅਤੇ ਨਾਮ ਬਣਾ ਰਿਹਾ। ਮੇਰੀ ਪੰਜਾਬੀ ਸਕਿੱਲ ਹਜੇ ਪੂਰੀ ਨਹੀਂ, ਮੈਂ ਹਜੇ ਸਿੱਖ ਰਿਹਾ। ਫਿਰ ਥੋੜ੍ਹੀ ਜਿਹੀ ਮੈਂ ਯੂਨੀਵਰਸਿਟੀ ਦੇ ਵਾਟਰਲੂ 'ਚ ਪੜ੍ਹਾ ਬਾਇਓਲੋਜੀ, ਬੈਚਲਰਸ ਆਫ ਸਾਇੰਸ। ਯੂਨੀਵਰਸਿਟੀ ਤੋਂ ਬਾਅਦ ਮੈਂ ਕੰਸਟਰਕਸ਼ਨ 'ਚ ਕੀਤਾ, ਘਰਾਂ ਦਾ ਕੰਸਟਰਕਸ਼ਨ। ਮੈਂ ਉਹ ਇੰਡਸਟਰੀ ਦਾ ਵੀ ਪੂਰੀ ਨੌਲੇਜ ਆ। ਵੈਸੇ ਜੇ ਅਸਲੀ ਨਾਂ ਚਾਹੁੰਦਾ ਤਾਂ ਸੁਖਜਿੰਦਰਪਾਲ ਸਿੰਘ ਸੰਧੂ, ਇੰਡੀਆ 'ਚੋਂ ਬਰਨਾਲਾ ਡਿਸਟ੍ਰਿਕਟ ਪਿੰਡ ਧਨੇਰ ਤੋਂ ਆ ਜੀ। ਮੈਂ ਮਨਜੀਤ ਸਿੰਘ ਧਨੇਰ ਦਾ ਨਾਂ ਸੁਣਿਆ ਹੋਊਗਾ ਤੁਸੀਂ। 1989 ਦੇ ਵਿੱਚ ਮੈਂ ਕੈਨੇਡਾ ਆਇਆ ਸੀਗਾ। ਮੈਨੂੰ 34 ਸਾਲ ਹੋ ਗਏ। 34 ਦੇ 34 ਸਾਲ ਹੀ ਮੈਂ ਇੱਥੇ ਮੇਪਲਜ਼ ਹਲਕੇ ਦੇ ਵਿੱਚ ਰਹਾਂਗਾ, ਤੇ ਮੇਪਲਜ਼ ਕਲੀਜੀਏਟ ਤੋਂ ਮੈਂ ਸਕੂਲ ਆਪਦੀ ਐਜੂਕੇਸ਼ਨ ਕੀਤੀ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ। ਦਾਸ ਦਾ ਨਾਮ ਹੈ ਸੁਮਿਤ ਚਾਵਲਾ। ਸੰਨ 2010 ਦੇ ਵਿੱਚ ਮੈਂ ਐਜ਼ ਅ ਸਟੂਡੈਂਟ ਕੈਨੇਡਾ ਵਿੱਚ ਆਇਆ ਸੀ। ਇਸ ਰਾਜਨੀਤੀ ਦੇ ਵਿੱਚ ਮੈਂ ਬਹੁਤ ਨਵਾਂ ਹੈ ਅਤੇ ਸਿੱਖਣ ਲਈ ਮੈਂ ਬਿਲਕੁਲ ਤਿਆਰ ਹਾਂ। ਹੁਣ ਮੈਂ ਤੁਹਾਨੂੰ ਦੱਸਦਾ ਕਿ ਪੀਸੀ ਪਾਰਟੀ ਦੇ ਜਿਹੜੇ ਏਜੰਡੇ ਹੈ ਆਉਣ ਵਾਲੇ ਸਮੇਂ ਦੇ ਵਿੱਚ, ਜੇ ਇਹਨਾਂ ਦੀ ਸਰਕਾਰ ਬਣ ਜਾਂਦੀ ਹੈ ਤਾਂ ਉਹ ਕੀ ਹੋ ਸਕਦੇ ਹੈ। ਕਿਉਂਕਿ ਪਿਛਲੇ 2 ਮਹੀਨਿਆਂ ਤੋਂ ਮੈਂ ਡੋਰ ਨਾਕਿੰਗ ਕਰ ਰਿਹਾ, ਵੱਖ-ਵੱਖ ਕਮਿਊਨਿਟੀਜ਼ ਦੇ ਲੋਕਾਂ ਦੇ ਨਾਲ ਗੱਲਬਾਤ ਕਰਕੇ ਕੁਛ ਮੈਨੂੰ ਅਹਿਮ ਮੁੱਦੇ ਸਾਹਮਣੇ ਆਏ ਜਿਨ੍ਹਾਂ ਦੇ ਨਾਲ ਚੱਲਦੇ, ਕੁਛ ਉਹ ਵੀ ਨੇ ਜਿਨ੍ਹਾਂ ਦੀ ਇੰਨੀ ਅਹਿਮੀਅਤ ਹੈ ਨਹੀਂ ਪਰ ਫਿਰ ਵੀ ਕਮਿਊਨਿਟੀ ਦੇ ਵਿੱਚ ਲੋੜ ਹੈ। ਫੋਰ ਐਗਜ਼ਾਮਪਲ
ਜਿਵੇਂ ਕਿ ਅਫੋਰਡੇਬਿਲਿਟੀ ਇੱਕ ਵਨ ਆਫ ਦਾ ਬਿਗ ਇਸ਼ੂ ਮੈਨੂੰ ਆ ਰਿਹਾ ਹੈ, ਜਿੱਦੋਂ ਲੋਕਾਂ ਨਾਲ ਗੱਲਬਾਤ ਕਰਦੇ ਪਤਾ ਚੱਲਦਾ ਹੈ ਕਿ ਉਹਨਾਂ ਦੀਆਂ ਮੌਰਗੇਜ ਪੇਮੈਂਟਸ ਇੰਨੀਆਂ ਜ਼ਿਆਦਾ ਵੱਧ ਗਈਆਂ। ਆਈ ਹੋਪ ਕਿ ਸਾਰੇ ਤੁਸੀਂ ਜਿਹੜੇ ਹੋਮ ਓਨਰਸ ਹੈ, ਲੈਂਡਲੋਰਡਸ ਹੋ, ਤੁਹਾਨੂੰ ਪਤਾ ਹੋਊਗਾ। ਗਰੋਸਰੀ ਬਿਲਸ ਵੱਧ ਗਏ, ਇਨਫਲੇਸ਼ਨ ਕਰਕੇ ਤੁਸੀਂ ਗੈਸ ਦੇ ਪ੍ਰਾਈਸਿਸ ਵੱਧ ਗਏ। ਇਹ ਜਿਹੜੇ ਮੁੱਦੇ ਸਾਹਮਣੇ ਆਏ ਆ, ਇਹ ਮੈਜੋਰਿਟੀ ਆਫ ਲੋਕਾਂ ਨੇ ਅੱਗੇ ਲੈ ਕੇ ਆਉਂਦੇ ਆ, ਜਿਨ੍ਹਾਂ ਦੇ ਉੱਤੇ ਪੀਸੀ ਦੀ ਸਰਕਾਰ ਕੰਮ ਕਰ ਰਹੀ ਹੈ, ਕਿਉਂਕਿ ਇਹ ਫੈਡਰਲ ਨੇ, ਇਹ ਕੋਈ ਮਿਊਨਿਸਪਲ ਜਾਂ ਪ੍ਰੋਵਿੰਸ਼ੀਅਲ ਨਹੀਂ ਹੈਗੇ, ਪਰ ਪੀਸੀ ਗਵਰਨਮੈਂਟ ਦੇ ਏਜੰਡੇ ਵਿੱਚ ਇਹ ਚੀਜ਼ਾਂ ਹੈਗੀਆਂ। ਉਹਨਾਂ ਨੇ ਜੇ ਮੈਨੂੰ ਲੱਗਦਾ ਤੁਹਾਨੂੰ ਸਾਰਿਆਂ ਨੂੰ ਜਾਣ ਕੇ ਖੁਸ਼ੀ ਹੋਊਗੀ, ਇੱਥੇ ਰਾਈਟ ਨਾਓ ਮੈਂ ਤਕਰੀਬਨ 5-6 ਰੀਅਲਟਰਸ ਵੀ ਦੇਖ ਸਕਦਾ ਜਿਨ੍ਹਾਂ ਨੂੰ ਵੀ ਇਹ ਇਨਫੋਰਮੇਸ਼ਨ ਉਹਨਾਂ ਲਈ ਇੰਪੋਰਟੈਂਟ ਹੋਣੀ ਹੈ ਕਿ ਅਫੋਰਡੇਬਿਲਿਟੀ ਲਈ ਪੀਸੀ ਸਰਕਾਰ ਫਸਟ ਟਾਈਮ ਹੋਮ ਬਾਇਰ ਲਈ ਜਿਹੜਾ ਲੈਂਡ ਟਰਾਂਸਫਰ ਟੈਕਸ ਹੈ ਉਹਨੂੰ ਆਲ ਟੂਗੈਦਰ ਐਲੀਮੀਨੇਟ ਕਰ ਰਹੀ ਹੈ, ਸੋ ਡੈਟ ਕਿ ਜਿਹੜੇ ਤੁਹਾਡੇ ਮੇਰੇ ਵਰਗੇ ਇਮੀਗ੍ਰੈਂਟਸ ਹੈਗੇ ਆ ਇੱਥੇ ਆ ਕੇ ਜਦੋਂ ਅਗਾਂਹ ਵਧਣਾ ਚਾਹੁੰਦੇ ਆ, ਸੇਵਿੰਗਸ ਵੀ ਕਰਨ, ਤਾਂ ਉਹਨਾਂ ਲਈ ਚੀਜ਼ਾਂ ਬਾਏ ਕਰਨੀਆਂ ਹੋਰ ਸੌਖੀਆਂ ਹੋ ਜਾਣ। ਅਤੇ ਜਿੱਥੋਂ ਤੱਕ ਗੱਲ ਰਹੀ ਇੰਟਰਸਟ ਰੇਟਸ ਦੀ, ਇਹ ਮੁੱਦਾ ਹੈਗਾ ਫੈਡਰਲ ਲੈਵਲ ਤੱਕ ਦਾ, ਜਿਹਦੇ ਵਿੱਚ ਸਾਡੇ ਰੋਲਸ ਪਲੇ ਹੋਣਗੇ ਛੋਟੇ ਛੋਟੇ। ਫਿਰ ਹੋਰ ਮੁੱਦਾ ਹੈਗਾ ਜਿਵੇਂ ਤੁਸੀਂ ਕਹਿ ਸਕਦੇ ਹੋ ਸੇਫਰ ਸਟਰੀਟਸ, ਹੈ ਨਾ, ਕ੍ਰਾਈਮ ਵੱਧਦਾ ਜਾ ਰਿਹਾ ਹੈ। ਇਸ ਚੀਜ਼ ਲਈ ਜਿਹੜੀ ਪੀਸੀ ਦੀ ਸਰਕਾਰ ਹੈ ਉਹ ਤਕਰੀਬਨ $52 ਮਿਲੀਅਨ ਵਾਇਲੈਂਟ ਕ੍ਰਾਈਮ ਸਟ੍ਰੈਟਜੀ ਦੇ ਵਿੱਚ ਇਨਵੈਸਟ ਕਰ ਰਹੀ ਹੈ, ਸੋ ਡੈਟ ਕਿ ਜਿਹੜਾ ਇਹਦਾ ਜਨਮ ਵੀ ਹੈਗਾ ਕ੍ਰਾਈਮ ਦਾ ਉਹ ਘਟਣਾ ਸ਼ੁਰੂ ਹੋ ਜਾਏ। ਫੋਰ ਐਗਜ਼ਾਮਪਲ ਹੋਮਲੈਸਨੈਸ ਜਿਹੜੀ ਹੈ, ਜਿਨ੍ਹਾਂ ਕੋਲੇ ਘਰ ਨਹੀਂ ਹੈਗੇ, ਸਟਰੀਟਸ 'ਤੇ ਰਹਿ ਰਹੇ, ਜਿਨ੍ਹਾਂ ਕਰਕੇ ਕ੍ਰਾਈਮ ਵੱਧਦਾ ਜਾ ਰਿਹਾ ਕਮਿਊਨਿਟੀਜ਼ ਦੇ ਵਿੱਚ, ਉਸ ਚੀਜ਼ ਨੂੰ ਕੰਟਰੋਲ ਕਰਨ ਲਈ ਜੋ ਪੀਸੀ ਸਰਕਾਰ ਕਰ ਰਹੀ ਹੈ। ਫਿਰ ਉਸ ਤੋਂ ਬਾਅਦ ਜੇ ਆਪਾਂ ਦੇਖੀਏ ਕਿ ਐਜੂਕੇਸ਼ਨ ਵੇਖ ਲਈਏ, ਫੈਮਲੀਜ਼ ਲਈ ਫਾਈਟ ਕਰ ਰਹੇ ਹੈ ਤਾਂ ਕਿ ਉਹ ਬੱਚਿਆਂ ਦੀ ਐਜੂਕੇਸ਼ਨ ਜਿਹੜੀ ਹੈ ਉਹ ਹੋਰ ਬੈਟਰ ਤਰੀਕੇ ਨਾਲ ਕਰ ਸਕਣ। ਉਸ ਲਈ 3.3 ਮਿਲੀਅਨ ਜਿਹੜਾ ਹੈਗਾ ਐਜੂਕੇਸ਼ਨ ਫੰਡ ਸਿਰਫ 7 ਓਕ ਸਕੂਲ ਡਿਵੀਜ਼ਨ ਨੂੰ ਹੀ ਦਿੱਤਾ ਜਾ ਰਿਹਾ ਪੀਸੀ ਸਰਕਾਰ ਵੱਲੋਂ, ਸੋ ਡੈਟ ਕਿ ਉਹ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਬੈਟਰ ਟੀਚਰਸ, ਨੰਬਰ ਆਫ ਟੀਚਰਸ ਵੱਧ ਲੈ ਸਕਣ, ਜਾਂ ਫਿਰ ਬੱਚਿਆਂ ਦੀ ਜਿਹੜੀਆਂ ਸਹੂਲਤਾਂ ਨੇ ਉਹਨਾਂ ਦੇ ਨਾਲ ਉਹ ਪ੍ਰੋਵਾਈਡ ਕਰ ਸਕਣ। ਅਤੇ ਹੋਰ ਇਹਨਾਂ 'ਚੋਂ ਮੁੱਦੇ ਚੱਲਦੇ ਆ ਰਹੇ, ਜਿਵੇਂ ਹੈਲਥ ਕੇਅਰ ਸਿਸਟਮ ਬਾਰੇ ਆਪਾਂ ਕਾਫੀ ਕੁਆਇਟ ਆਫਨ ਸੁਣਦੇ ਹਾਂ, ਹੈ ਨਾ, ਸੋ ਮੈਨੀ ਜਿਹੜੇ ਰੈਜ਼ੀਡੈਂਟਸ ਹੈ ਦੇ ਕੰਸਰਨਡ ਅਬਾਊਟ ਹੈਲਥ ਕੇਅਰ ਸਿਸਟਮ ਐਜ਼ ਵੈਲ। ਤਾਂ ਮੈਂ ਤੁਹਾਨੂੰ ਦੱਸਦਾ ਕਿ 7.9 ਬਿਲੀਅਨ ਦੀ ਜਿਹੜੀ ਇਨਵੈਸਟਮੈਂਟ ਹੈਗੀ ਹੈ ਪੀਸੀ ਸਰਕਾਰ ਉਹ ਹੈਲਥ ਕੇਅਰ ਦੇ ਵਿੱਚ ਕਰ ਰਹੀ ਹੈ, ਜਿਹਦੇ ਵਿੱਚ ਇਸ ਇਨਵੈਸਟਮੈਂਟ ਦੇ ਚੱਲਦੇ ਦੌਰ 'ਤੇ ਉਹ ਨਵੀਆਂ ਨਰਸਾਂ ਨੂੰ ਰਿਕਰੂਟ ਕਰਨ ਦੇ ਵਿੱਚ, ਨਵੇਂ ਡਾਕਟਰਸ ਨੂੰ ਰਿਕਰੂਟ ਕਰਨ ਦੇ ਵਿੱਚ, ਜਾਂ ਜਿਹੜੇ ਕਰੰਟ ਹੈਗੇ ਆ ਉਹਨਾਂ ਦਾ ਰਿਟੈਂਸ਼ਨ ਰੇਟ ਵਧਾਉਣ ਦੇ ਵਿੱਚ ਸਹਾਇਕ ਹੋਣ, ਜਿਹਦੇ ਨਾਲ ਜਿਹੜੀ ਆਪਣੀ ਵੇਟਿੰਗ ਟਾਈਮ ਦਾ ਵਨ ਆਫ ਦਾ ਮੇਜਰ ਕੰਸਰਨਸ ਚੱਲ ਰਿਹਾ ਹੈ ਉਹ ਟੈਕਲ ਹੋ ਸਕੇ। ਇਹ ਚੀਜ਼ ਨਹੀਂ ਹੈਗੀ ਕਿ ਵੀ ਇਹ ਕੁਝ ਇਹੋ ਜਿਹੇ ਮੁੱਦੇ ਆ ਜਿਨ੍ਹਾਂ ਨੂੰ ਅਸੀਂ ਸਹੀ ਰਾਹ 'ਤੇ ਨਹੀਂ ਲੈ ਕੇ ਆ ਸਕਦੇ। ਨਥਿੰਗ ਵਾਜ਼ ਹੈਪਨਡ ਓਵਰਨਾਈਟ, ਇਹ ਓਵਰਨਾਈਟ ਖਰਾਬ ਨਹੀਂ ਹੋਇਆ ਸੀਗਾ ਅਤੇ ਨਾ ਹੀ ਇਹ ਓਵਰਨਾਈਟ ਠੀਕ ਹੋਣਾ। ਤੁਹਾਡੇ ਸਮਰਥਨ ਦੇ ਨਾਲ ਅਤੇ ਪਾਰਟੀ ਦੀਆਂ ਜਿਹੜੀਆਂ ਪਾਲਿਸੀਜ਼ ਆ ਉਹਨਾਂ ਦੇ ਨਾਲ ਚੱਲਦੇ ਇਹ ਚੀਜ਼ਾਂ ਠੀਕ ਹੋ ਸਕਦੀਆਂ। ਅਤੇ ਅੱਗੇ ਆਪਾਂ ਜੇ ਦੇਖੀਏ ਤਾਂ ਪਿਛਲੇ ਦਿਨੀ 300 ਨਰਸਿਸ ਜਿਹੜੀਆਂ ਹੈਗੀਆਂ ਇੰਟਰਨੈਸ਼ਨਲ ਉਹ ਮੈਨੀਟੋਬਾ ਦੇ ਵਿੱਚ ਮੰਗਵਾਈਆਂ ਗਈਆਂ, ਜਿਹੜੇ ਅਕ੍ਰੈਡੀਟਡ ਨੇ, ਉਹਨਾਂ ਦੀ ਡਾਕੂਮੈਂਟੇਸ਼ਨ ਹੋ ਰਹੀ ਹੈ, ਸੋ ਡੈਟ ਕਿ ਉਹ ਵੀ ਆਪਣੇ ਹੈਲਥ ਕੇਅਰ ਸਿਸਟਮ ਦੇ ਵਿੱਚ ਇੰਜੈਕਟ ਕਰਕੇ ਆਪਣੀ ਹੈਲਥ ਕੇਅਰ ਸਿਸਟਮ ਨੂੰ ਹੋਰ ਬੈਟਰ ਕੀਤਾ ਜਾਵੇ। ਇਸ ਤੋਂ ਇਲਾਵਾ ਹੋਰ ਜਿਹੜੀਆਂ ਪਾਲਿਸੀਜ਼ ਪੀਸੀ ਦੀਆਂ, ਜਿਵੇਂ ਉਹਨਾਂ ਨੇ 100,000 ਜੌਬਸ ਅਗਲੇ 5 ਸਾਲਾਂ ਦੇ ਵਿੱਚ ਕ੍ਰੀਏਟ ਕਰਕੇ ਤੁਹਾਨੂੰ ਦੇਣੀਆਂ। $16 ਮਿਲੀਅਨ ਇਨਵੈਸਟ ਕੀਤਾ ਜਾਊਗਾ ਜਸਟ ਟੂ ਗੈਟ ਦੋਜ਼ ਟ੍ਰੇਨਿੰਗ ਪ੍ਰੋਗਰਾਮਸ ਜਿਹੜੇ ਹੈਗੇ ਆ ਬੈਟਰ ਕਰਨ ਲਈ, ਕਿ ਤਾਂ ਕਿ ਜੌਬਸ ਆ ਉਹ ਹੋਰ ਕ੍ਰੀਏਟ ਹੋ ਸਕਣ, ਕਮਿਊਨਿਟੀ ਦੇ ਵਿੱਚ ਜੌਬਸ ਦੀ ਘਾਟ ਹੋਰ ਨਾ ਆਵੇ। ਇਹ ਸਾਰੀਆਂ ਚੀਜ਼ਾਂ ਹੈਗੀਆਂ ਜਿਹੜੀਆਂ ਪੀਸੀ ਦੀਆਂ ਮੈਂ ਕਹੂੰਗਾ ਕਿ ਵੀ ਓਵਰਆਲ ਏਜੰਡੇ ਦੀਆਂ। ਜੇਕਰ ਮੈਂ ਗੱਲ ਕਰਾਂ ਮੇਪਲਸ ਦੀ, ਤਾਂ ਆਪਣੇ ਲੋਕਾਂ ਦੇ ਬਹੁਤ ਛੋਟੇ ਅਤੇ ਨਾਰਮਲ ਜਿਹੇ ਇਸ਼ੂਜ਼ ਹੈ ਜਿਹੜੇ ਮੈਨੂੰ ਲੱਗਿਆ ਕਿ ਉਹਨਾਂ ਨੂੰ ਆਵਾਜ਼ ਨਹੀਂ ਹਜੇ ਤੱਕ ਮਿਲ ਸਕੀ ਰਾਈਟ ਡਿਪਾਰਟਮੈਂਟਸ ਤੱਕ ਪਹੁੰਚਣ ਲਈ। ਫੋਰ ਐਗਜ਼ਾਮਪਲ ਮੈਨੂੰ ਰੀਸੈਂਟਲੀ ਪਤਾ ਚੱਲਿਆ ਕਿਸੇ ਨੇ ਕਿਹਾ ਕਿ ਅਸੀਂ ਸਾਰੇ ਸ਼ਾਮ ਨੂੰ ਜਿਹੜੇ ਆਪਣੇ ਬਜ਼ੁਰਗ ਹੈਗੇ ਨੇ, ਦਾਦਾ ਜੀ ਹੋਣਾ ਦੀ ਉਮਰ ਦੇ ਜਾਂ ਡੈਡੀ ਹੋਣਾ ਦੀ ਉਮਰ ਦੇ ਲੋਕ ਸਾਰੇ ਇਕੱਠੇ ਹੋ ਕੇ ਬੈਠਦੇ ਆ, ਤਾਂ ਬਾਥਰੂਮ ਵਗੈਰਾ ਜਾਣ ਲਈ ਉਹਨਾਂ ਨੂੰ ਦਿੱਕਤ ਹੁੰਦੀ ਹੈ। ਤਾਂ ਮੈਨੂੰ ਲੱਗਦਾ ਕਿ ਇਹ ਮੁੱਦਾ ਕੋਈ ਇੰਨਾ ਜ਼ਿਆਦਾ ਵੱਡਾ ਨਹੀਂ ਹੈਗਾ, ਬਟ ਮੈਨੂੰ ਲੱਗਦਾ ਵੀ ਇਹਦਾ ਰਾਈਟ ਚੈਨਲ ਨਹੀਂ ਹਜੇ ਇਹਨੂੰ ਮਿਲਿਆ ਕਿ ਉਹ ਟੈਕਨੀਕਲੀ ਇਹ ਸਿਟੀ ਨੂੰ ਆਵਾਜ਼ ਨਹੀਂ ਪਹੁੰਚੀ ਚੰਗੀ ਤਰ੍ਹਾਂ ਕਿ ਵੀ ਤੁਸੀਂ ਇਹ ਚੀਜ਼ ਕਰ ਸਕੋ, ਅਤੇ ਜੇ ਹੋਇਆ ਵੀ ਆ ਤਾਂ ਉਹਦਾ ਫੋਲੋ ਅਪ ਨਹੀਂ ਹੋਇਆ, ਅਤੇ ਜੇ ਉਹ ਨਹੀਂ ਵੀ ਹੋ ਸਕਦਾ ਤਾਂ ਮੈਨੂੰ ਲੱਗਦਾ ਕਿ ਉਹਦੇ ਬਣਦੇ ਜਿਹੜੇ ਜਾਇਜ਼ ਰੀਜ਼ਨਸ ਹੈ ਉਹ ਕਮਿਊਨਿਟੀ ਨੂੰ ਮਿਲਣੇ ਚਾਹੀਦੇ ਆ। ਜੇ ਮੈਂ ਆਉਂਦਾ
ਜੇ ਤੁਸੀਂ ਮੇਰੀ ਸਹਾਇਤਾ ਕਰਦੇ ਹੋ, ਮੈਨੂੰ ਸਹਿਯੋਗ ਦਿੰਦੇ ਹੋ, ਜੇ ਮੈਂ ਤੁਹਾਡੀ ਆਵਾਜ਼ ਬਣਦਾ, ਤਾਂ ਮੈਂ ਇਹ ਵਾਅਦਾ ਨਹੀਂ ਕਰਦਾ ਕਿ ਹਰ ਚੀਜ਼ ਮੈਂ ਕਰੂੰਗਾ, ਪਰ ਮੈਂ ਇਹ ਵਾਅਦਾ ਜ਼ਰੂਰ ਕਰਦਾ ਹੈ ਕਿ ਜਿਹੜਾ ਵੀ ਕੰਸਰਨ ਹੋਊਗਾ, ਜਿਹੜੇ ਵੀ ਕੁਐਸਚਨਸ ਹੋਣਗੇ ਕਮਿਊਨਿਟੀ ਦੇ, ਉਹ ਸੁਣੇ ਜਾਣਗੇ, ਉਹਨਾਂ ਨੂੰ ਰਾਈਟ ਚੈਨਲ ਦਿੱਤਾ ਜਾਊਗਾ, ਉਹ ਰਾਈਟ ਡਿਪਾਰਟਮੈਂਟਸ ਤੱਕ ਪਹੁੰਚਣਗੇ, ਉਹਨਾਂ ਦਾ ਫੋਲੋਅਪ ਹੋਊਗਾ ਅਤੇ ਤੁਹਾਨੂੰ ਉਹਨਾਂ ਦੇ ਬਣਦੇ ਜਵਾਬ ਮਿਲਣਗੇ। ਅਤੇ ਜੇ ਉਹ ਚੀਜ਼ਾਂ ਹੋ ਸਕਣਗੀਆਂ ਤਾਂ ਟਾਈਮਲਾਈਨ ਮਿਲੂ ਕਿ ਕਦੋਂ ਤੱਕ ਉਹ ਹੋ ਸਕਦੇ ਆ। ਇਹ ਮੇਰੀ ਜੌਬ ਹੋਊਗੀ। ਆਸ ਕਰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਮੈਂ ਖਰਾ ਉਤਰ ਸਕਾਂ। ਅਤੇ ਨਾਲ ਹੀ ਮੈਂ ਸੁਭਾਵਕ ਮੰਨਦਾ ਆਪਦੇ ਆਪ ਨੂੰ, ਮੈਂ ਬਹੁਤ ਕਿਸਮਤ ਵਾਲਾ ਮੰਨਦਾ ਜੇ ਤੁਸੀਂ ਮੈਨੂੰ ਕਦੇ ਫੋਨ ਕਰਕੇ ਇਹ ਦੱਸ ਸਕੋ ਕਿ ਵੀ ਕਾਕਾ ਸਾਨੂੰ ਇਸ ਚੀਜ਼ ਦੀ ਲੋੜ ਹੈਗੀ ਹੈ, ਤੂੰ ਆਹ ਚੀਜ਼ ਕਰ, ਕਿਉਂਕਿ ਮੈਂ ਐਡਵਾਈਸ ਵੀ ਲੈਣਾ ਚਾਹੂੰਗਾ, ਕਿਉਂਕਿ ਮੇਰੇ ਕੋਲ ਇੰਨਾ ਐਕਸਪੀਰੀਅੰਸ ਨਹੀਂ ਹੈਗਾ। ਮੈਂ ਓਨਲੀ 33 ਈਅਰਸ ਹੈ, 33 ਸਾਲ ਦਾ ਬੱਚਾ ਜੀ ਮੈਂ। ਤੁਹਾਡੀ ਐਡਵਾਈਸ ਮੇਰੇ ਲਈ ਇੱਕ ਗਾਈਡੈਂਸ ਹੋਊਗੀ, ਉਹਦੇ ਨਾਲ ਚੱਲਦੇ ਤੁਹਾਡੇ ਸਾਰਿਆਂ ਦੇ ਸਾਥ ਦੇ ਨਾਲ ਮੈਂ ਤੁਹਾਡੀ ਸੇਵਾ ਦੇ ਵਿੱਚ ਅਗਲੇ 4 ਸਾਲ ਬਤੀਤ ਕਰਨਾ ਚਾਹੁੰਦਾ। ਥੈਂਕ ਯੂ ਜੀ। ਥੈਂਕ ਯੂ ਕੰਗ ਸਾਹਿਬ। ਜਿਵੇਂ ਦੱਸਿਆ ਪਹਿਲਾਂ, ਮੇਰਾ ਨਾਮ ਮਿੰਟੂ ਸੰਧੂ ਹੈ ਜੀ। ਪਿਛਲੇ 4 ਸਾਲਾਂ ਤੋਂ ਮੈਂ MLA ਹਾਂ ਮੇਪਲ ਦਾ। ਜੋ ਹੁਣ ਤੱਕ ਮੈਂ ਮੁੱਦੇ ਉਠਾਏ ਆ, ਮੈਂ ਮਾੜਾ ਜਿਹਾ ਉਹਨਾਂ ਬਾਰੇ ਮੈਂਸ਼ਨ ਕਰਨਾ ਜ਼ਰੂਰ ਚਾਹੂੰਗਾ। ਚੀਫ ਐਗੋਸਟਰੀਅਲ ਅਤੇ ਲੀਲਾ ਬਾਰੇ ਮੈਂ ਮੁੱਦਾ ਉਠਾ ਹਟਿਆ। ਇਹ ਲੀਲਾ ਉਹਦੇ ਵਿੱਚ ਲੈਜਿਸਲੇਚਰ ਦੇ ਵਿੱਚ ਜਦੋਂ ਵੀ ਤੁਸੀਂ ਇਹ ਮੁੱਦਾ ਕੋਈ ਉਠਾਉਂਦੇ ਹੋ ਤਾਂ ਉਹਨਾਂ ਕੋਲ ਇਹ ਹੁੰਦਾ ਗਾ, PC ਗੌਰਮੈਂਟ ਕੋਲ, ਕਿ ਵੀ ਇਹ ਪ੍ਰੋਵਿੰਸ਼ਲ ਨਹੀਂ ਹੈਗਾ ਅਤੇ ਇਹ ਸਿਟੀ ਆਫ ਵਿਨੀਪੈਗ ਦਾ ਇਸ਼ੂ ਹੈਗਾ ਗਾ। ਅਤੇ ਜਦੋਂ ਬ੍ਰੇਜ਼ ਗ੍ਰਾਂਟ ਪ੍ਰੋਗਰਾਮ ਆਇਆ ਸੀਗਾ ਕੋਵਿਡ ਦੇ ਦੌਰਾਨ, ਉਦੋਂ ਵੀ ਮੈਂ ਇਹ ਮੁੱਦੇ ਉਠਾਏ ਸੀਗੇ, ਕਿਉਂਕਿ ਕਈ ਇਹੋ ਜਿਹੇ ਸੈਲਫ ਇੰਪਲਾਈਡ ਦੇ ਇਸ਼ੂ ਸੀ ਜਿਨ੍ਹਾਂ ਨੂੰ ਤੁਸੀਂ ਉਹ ਬੈਨੀਫਿਟ ਨਹੀਂ ਮਿਲ ਰਹੇ ਸੀਗੇ, ਅਤੇ ਉਸ ਤੋਂ ਬਾਅਦ ਉਹ ਇਨਕਲੂਡ ਕੀਤੇ ਗਏ ਆ ਵਿੱਚ। ਅਤੇ ਇੱਕ ਜਿਹੜਾ ਮੋਸਟਲੀ, ਕਿਉਂਕਿ ਮੈਂ ਪਹਿਲਾਂ MPI ਦਾ ਕ੍ਰੈਡਿਟ ਰਿਹਾ ਗਾ, ਅਤੇ ਉਦੋਂ $85 ਮਿਲੀਅਨ ਤੇ ਨੋਵਾ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਸੀਗਾ, ਜਿਹਦੀ ਕਾਸਟ ਹੁਣ $285 ਮਿਲੀਅਨ ਹੋਈ ਆ। ਅਤੇ ਇਹ ਸਿਰਫ ਇਸੇ ਕਰਕੇ ਹੋਈ ਆ ਕਿਉਂਕਿ PC ਦੀ ਮਿਸ ਮੈਨੇਜਮੈਂਟ ਕਰਕੇ। ਪੈਂਡੈਮਿਕ ਦੇ ਦੌਰਾਨ ਮੈਂ ਲੋਕਾਂ ਦੇ ਘਰੇ ਗਿਆ। ਪੈਂਡੈਮਿਕ ਦੇ ਦੌਰਾਨ ਮੈਂ ਮਾਸਕ ਵੀ ਡਿਲੀਵਰ ਕਰਦਾ ਰਿਹਾ ਗਾ, ਜਿੱਥੇ ਵੀ ਜਾ ਸਕਦਾ ਮੈਂ ਜ਼ਰੂਰ ਜਾ ਕੇ ਗੱਲ ਕੀਤੀ ਹੈ ਲੋਕਾਂ ਨਾਲ ਵੀ ਕਿਵੇਂ ਉਹਨਾਂ ਦੀ ਮੈਂ ਹੈਲਪ ਕਰ ਸਕਦਾ। ਐਜੂਕੇਸ਼ਨ ਫੰਡਿੰਗ ਬਾਰੇ ਸਮਿਤ ਨੇ ਵੀ ਪਹਿਲਾਂ ਗੱਲ ਕੀਤੀ ਸੀਗੀ, ਪਰ ਇੱਕ ਗੱਲ ਸੋਚਣ ਵਾਲੀ ਹੈ ਕਿ ਜਿਹੜਾ ਐਜੂਕੇਸ਼ਨ ਦੇ ਫੰਡਿੰਗ ਹੋ ਰਹੀ ਆ, ਉਹ ਸੈਵਨੋਕ ਸਕੂਲ ਡਿਵੀਜ਼ਨ ਨੂੰ ਪ੍ਰੋਪਰ ਫੰਡਿੰਗ ਨਹੀਂ ਹੋ ਰਹੀ। 3% ਜਿਹੜੀ ਹੈਗੀ ਆ ਗਰੋਥ ਹੋਈ ਆ ਸਟੂਡੈਂਟਸ ਦੀ, ਅਤੇ ਫੰਡਿੰਗ 2.1% ਹੋਈ ਆ। ਇਹ ਸ਼ਾਰਟਫਾਲ ਸੀਗੀ, ਇਸ ਕਰਕੇ ਪ੍ਰੋਵਿੰਸ਼ਲ ਗੌਰਮੈਂਟ ਦੀ ਬਜਾਏ ਸਕੂਲ ਟਰਸਟੀ ਨੇ ਆਪਣਾ 4.95% ਐਜੂਕੇਸ਼ਨ ਪ੍ਰਾਪਰਟੀ ਟੈਕਸ ਵਧਾਇਆ ਗਾ, ਜਿਹੜਾ ਕੁਝ ਤੁਸੀਂ ਦੇਖਿਆ ਹੀ ਹੋਣਾ ਗਾ ਸਾਰਿਆਂ ਦੇ, ਮਤਲਬ ਆਲਮੋਸਟ $1000 ਐਕਸਟਰਾ ਐਜੂਕੇਸ਼ਨ ਪ੍ਰਾਪਰਟੀ ਟੈਕਸ ਆਇਆ ਗਾ। ਇਹ ਇਸੇ ਕਰਕੇ ਹੋਇਆ ਕਿਉਂਕਿ ਜਿਹੜੀ ਐਜੂਕੇਸ਼ਨ ਪ੍ਰਾਪਰਟੀ ਟੈਕਸ ਦੇ ਵਿੱਚ ਉਹਨੂੰ ਐਡ ਕਰਨਾ ਪਿਆ, ਫੰਡਿੰਗ ਪ੍ਰੋਵਿੰਸ਼ਲ ਗੌਰਮੈਂਟ ਕੋਲੋਂ ਪ੍ਰੋਪਰ ਨਹੀਂ ਹੋਈ। ਮੇਪਲਸ ਪਰਸਨਲ ਕੇਅਰ ਹੋਮ ਬਾਰੇ ਵੀ ਮੈਂ ਇਸ਼ੂ ਉਠਾਏ ਆ। ਜਦੋਂ ਤੁਸੀਂ ਦੇਖਿਆ ਹੋਣਾ 57 ਡੈਥਸ ਹੋਈਆਂ ਸੀਗੀਆਂ ਸਕੂਲ ਦੇ ਵਿੱਚ, ਉੱਥੇ ਪਰਸਨਲ ਕੇਅਰ ਦੇ ਹੋਮ ਦੇ ਵਿੱਚ। ਜਿੱਦਾਂ ਮੈਂ ਪਹਿਲਾਂ ਦੱਸਿਆ ਵੀ ਬਿੱਲ 227 ਮੈਂ ਪਾਸ ਕਰਾਇਆ ਗਾ, ਜਿਹੜਾ ਕਿ ਟਰੱਕ ਡਰਾਈਵਰਾਂ ਲਈ ਬਹੁਤ ਹੀ ਬੈਨੀਫਿਸ਼ਲ ਹੈ। ਜਿਹੜੇ ਹੁਣ ਮੈਂ ਮੁੱਦਿਆਂ ਦੀ ਗੱਲ ਕਰਨਾ ਚਾਹੁੰਦਾ ਵੀ ਜਿੱਦਾਂ ਕੰਗ ਸਾਹਿਬ ਨੇ ਟਾਈਮ ਦਿੱਤਾ ਗਾ ਵੀ ਮੁੱਦੇ ਕੀ ਆ, ਲੋਕਲ ਇਸ਼ੂ ਕੀ ਆ, ਪਲੱਸ ਜਿਹੜੇ ਜਾਂ 2 ਵੱਡੇ ਇਸ਼ੂ ਕਿਹੜੇ ਆ। ਉਹਦੇ 'ਚ ਮੈਂ ਚਾਹੂੰਗਾ ਵੀ ਪਹਿਲੇ ਨੰਬਰ 'ਤੇ ਜਦੋਂ ਮੈਂ ਡੋਰ ਨਾਕ ਕਰ ਰਿਹਾ ਤਾਂ ਹੈਲਥ ਕੇਅਰ ਬਾਰੇ ਗੱਲ ਕਰਦੇ ਆ। ਵੈਸੇ ਤੁਸੀਂ ਵੀ ਦੇਖਿਆ ਹੋਣਾ ਗਾ 14, 15, 16 ਘੰਟੇ ਤੁਹਾਨੂੰ ਵੇਟ ਕਰਨੀ ਪੈਂਦੀ ਆ ਜਦੋਂ ਵੀ ਤੁਸੀਂ ਐਮਰਜੈਂਸੀ ਦੇ ਵਿੱਚ ਜਾਂਦੇ ਹੋ। ਇਹ ਸਿਰਫ ਪਿਛਲੇ 7 ਸਾਲਾਂ ਦੇ ਵਿੱਚ ਇਹ ਹੈਲਥ ਕੇਅਰ ਦਾ ਜਿਹੜਾ ਹਾਲ ਹੋਇਆ ਗਾ। ਜੇ ਆਪਾਂ ਕ੍ਰਾਈਮ ਬਾਰੇ ਗੱਲ ਕੀਤੀ ਸੀਗੀ ਪਹਿਲਾਂ ਸੁਮਿਤ ਨੇ, ਮੇਰਾ ਕੁਐਸਚਨ ਅਤੇ ਮੇਰਾ ਆਨਸਰ ਇਹੀ ਆ ਵੀ ਪਿਛਲੇ 7 ਸਾਲਾਂ ਦੇ ਵਿੱਚ PC ਦੀ ਗੌਰਮੈਂਟ ਰਹੀ ਆ, ਜਿਹੜਾ ਕ੍ਰਾਈਮ ਆ ਉਹ ਟ੍ਰਿਪਲ ਹੋ ਗਿਆ। ਉਹ ਸਿਰਫ PC ਗੌਰਮੈਂਟ ਕਰਕੇ ਆ, ਕਿਉਂਕਿ ਇਹਨਾਂ ਦੇ ਪ੍ਰੋਗਰਾਮ ਸੀਗੇ ਪਹਿਲਾਂ ਵਾਇਲੈਂਸ ਗੈਂਗ ਯੂਨਿਟ ਦਾ ਸੀਗਾ, ਜੋ ਕਿ PC ਗੌਰਮੈਂਟ ਨੇ ਕੱਟ ਕੀਤਾ ਸੀ, ਜਿਹਨੂੰ ਹੁਣ ਉਹ ਇੰਪਲੀਮੈਂਟ ਕਰ ਰਿਹਾ ਦੁਬਾਰੇ। ਐਜੂਕੇਸ਼ਨ ਬਾਰੇ ਮੈਂ ਪਹਿਲਾਂ ਦੱਸ ਹੀ ਹਟਿਆਂਗਾ ਵੀ ਜਿਹੜੀ ਪ੍ਰੋਪਰ ਫੰਡਿੰਗ ਨਹੀਂ ਆ ਰਹੀ, ਇਸੇ ਕਰਕੇ ਸੈਵਨੋਕ ਸਕੂਲ ਡਿਵੀਜ਼ਨ ਕੰਨਿਓ ਤੁਹਾਨੂੰ ਲੈਟਰ ਵੀ ਆਏ ਸੀਗੇ ਵੀ ਜਾਂ ਤਾਂ ਸਾਨੂੰ ਸਕੂਲ ਬੱਸ ਕੱਟ ਕਰਨੀ ਪੈਣੀ ਆ, ਅਤੇ ਨਾਲ ਦੀ ਨਾਲ 25
ਜਿਹੜੀ ਟੀਚਰ ਦੀ ਸਰਵਿਸਿਜ਼ ਕੱਟ ਕਰਨੀਆਂ ਪੈਣੀਆਂ ਨੇ। ਅਫੋਰਡੇਬਿਲਟੀ ਤੇ ਤੁਹਾਨੂੰ ਆਪ ਹੀ ਪਤਾ ਅੱਜ ਕੱਲ੍ਹ ਗਰੋਸਰੀ ਗੈਸ ਪ੍ਰਾਈਸਾਂ ਕਿੰਨੀਆਂ ਹਾਈ ਨੇ, ਅਤੇ ਜੇ NDP ਦੀ ਗੌਰਮੈਂਟ ਬਣਦੀ ਆ ਤਾਂ ਅਸੀਂ ਜਿਹੜਾ 14 ਸੈਂਟ ਰਾਈਟ ਨਾਓ ਤੁਸੀਂ 14 ਸੈਂਟ ਗੈਸ ਟੈਕਸ ਦੇ ਰਹੇ ਹੋ ਪ੍ਰੋਵਿੰਸ਼ਲ ਗੌਰਮੈਂਟ ਨੂੰ, ਅਸੀਂ ਉਹ 6 ਮਹੀਨਿਆਂ ਤੋਂ ਲੈ ਕੇ ਸਾਲ ਲਈ ਨਹੀਂ ਚਾਰਜ ਕਰਾਂਗੇ। ਨਾਲ ਦੀ ਨਾਲ ਜਿਹੜਾ ਹੈਗਾ ਹਾਈਡਰੋ ਰੇਟਸ ਨੇ ਉਹ ਫਰੀਜ਼ ਕੀਤੇ ਜਾਣਗੇ। ਐਵਰੀ ਈਅਰ ਹਾਈਡਰੋ ਰੇਟਸ ਆਰ ਗੋਇੰਗ ਅਪ। ਉਹ ਕਿਉਂ ਹੋ ਰਹੇ ਆ? ਉਹ PC ਗੌਰਮੈਂਟ ਇਹ ਨਹੀਂ ਹੈਗਾ ਵੀ ਪਬਲਿਕ ਯੂਟਿਲਿਟੀ ਬੋਰਡ ਦੇ ਥਰੂ ਹੋ ਰਹੇ ਆ, ਉਹ ਆਪਦੇ ਡਿਸੀਜ਼ਨ ਮੇਕ ਕਰ ਰਹੇ ਆ ਮਿਨਿਸਟਰੀਅਲ ਲੈਵਲ 'ਤੇ, ਮਿਨਿਸਟਰ ਜ਼ਿਆਦਾ ਚਾਰਜ ਕਰ ਰਿਹਾ ਹੈ। ਸਿਟੀ ਆਫ ਵਿਨੀਪੈਗ ਨਾਲ ਬਹੁਤ ਵਾਰੀ ਗੱਲ ਹੋ ਚੁੱਕੀ ਆ। ਰੀਸੈਂਟਲੀ ਪਰਸੋਂ ਚੌਥੇ ਦੇਵੀ ਸ਼ਰਮਾ ਜੀ ਨਾਲ ਗੱਲ ਹੋਈ ਸੀ, ਇੱਥੇ ਆਏ ਹੋਏ ਸੀਗੇ, ਜਦੋਂ ਕਿ ਉਹ ਇੱਕ ਇਨਫੋਰਮੇਸ਼ਨ ਦੇ ਰਹੇ ਸੀਗੇ ਜਿਹੜੇ ਸਪਲੈਸ਼ ਪੈਡ ਓਪਨ ਬਾਰੇ ਹੋ ਰਿਹਾ ਗਾ ਅਗਲੀ ਜੁਲਾਈ ਤੋਂ। ਪਰ ਇੱਥੇ ਵੀ ਵਾਸ਼ਰੂਮ ਕਹਿੰਦੇ ਉਹ ਨਹੀਂ ਬਣਨੇ ਕਿਉਂਕਿ ਮੇਪਲਸ ਕਮਿਊਨਿਟੀ ਸੈਂਟਰ ਬਿਲਕੁਲ ਨਾਲ ਆ, ਵੀ ਤੁਸੀਂ ਮੇਪਲਸ ਕਮਿਊਨਿਟੀ ਸੈਂਟਰ ਵਾਲੇ ਵਾਸ਼ਰੂਮ ਯੂਜ਼ ਕਰ ਸਕਦੇ ਹੋ। ਜੇ ਮੈਂ ਦੁਬਾਰੇ ਜਾਂ NDP ਦੀ ਗੌਰਮੈਂਟ ਬਣਦੀ ਹੈ ਤਾਂ 2-4 ਜਿਹੜੇ ਸੀਰੀਅਸ ਇਸ਼ੂ ਨੇ ਜਿਹੜੇ ਮੇਪਲ ਦੇ ਵਿੱਚ ਨੇ, ਜਿਹੜੇ ਮੈਂ ਜਾਂਦੀ ਕਹਿ ਲਓ ਵੀ ਉਹ ਵੱਡੇ ਇਸ਼ੂ ਨਹੀਂ ਹੈਗੇ, ਜਿਵੇਂ ਕਹਿੰਦੇ ਸਿਮਤ ਨੇ ਕਿਹਾ ਸੀ ਵੀ ਸਮਾਲ ਇਸ਼ੂਜ਼ ਨੇ, ਵੀ ਆਪਣੇ ਕੋਲੇ ਸਪੋਰਟਸ ਫੈਸਿਲਿਟੀਜ਼ ਨਹੀਂ ਹੈਗੀਆਂ। ਆਪਣੇ ਕੋਲੇ ਸਟਰਾਸਬਰਗ 'ਤੇ ਕਿੱਡਾ ਵੱਡਾ ਪਾਰਕ ਆ, ਪਰ ਉਹ ਸਪੈਸ਼ਲ ਪਾਰਕ ਨਹੀਂ ਹੈਗਾ ਗਾ, ਇੱਕ ਸਿਰਫ ਗ੍ਰਾਸ ਫੀਲਡ ਕਹਿ ਸਕਦੇ ਹਾਂ ਆਪਾਂ। ਅਤੇ ਇਹ ਐਂਬਰ ਟ੍ਰੇਲ ਸਕੂਲ ਦੇ ਮਗਰ ਕਿੰਨਾ ਵਧੀਆ ਗਰਾਊਂਡ ਹੈ, ਜਦ ਗਰਾਊਂਡ ਵਧੀਆ ਹੈਗਾ ਗਾ, ਪਰ ਗਰਾਊਂਡ ਵਧੀਆ ਬਣਾਇਆ ਹੋਇਆ ਨਹੀਂ ਹੈਗਾ, ਉਹਨੂੰ ਵੀ ਵਧੀਆ ਬਣਾਉਣ ਦੀ ਲੋੜ ਆ। ਉਹ ਇਹੋ ਜਿਹੇ ਗ੍ਰੀਨ ਸਪੇਸਿਸ ਨੇ ਜਿਹੜੇ ਜਾਂਦੀ, ਉਹਦੇ ਲਈ ਮੈਂ ਵਰਕ ਕਰੂੰਗਾ। ਬਾਸਕਟਬਾਲ ਕੋਰਟ ਹੋਣਗੇ, ਟੈਨਿਸ ਕੋਰਟ ਹੋਣਗੇ ਅਤੇ ਬੈਡਮਿੰਟਨ ਕੋਰਟਸ ਹੋਣਗੇ, ਉਹਨਾਂ ਲਈ ਮੈਂ ਇਹ ਲੋਕਲ ਇਸ਼ੂ ਨੇ ਜਿਹੜੇ ਲੋਕਲ ਕਰਨੇ ਪੈਂਦੇ। ਥੈਂਕ ਯੂ ਵੈਰੀ ਮਚ। ਪਹਿਲੀ ਇਸ਼ੂ ਮੈਂ ਹੈਲਥ ਕੇਅਰ ਦਾ ਕਰਨਾ। ਓਕੇ, PC ਪਾਰਟੀ ਨੇ ਸਭ ਤੋਂ ਵੱਧ ਫੰਡਿੰਗ ਦਿੱਤੀ ਆ ਹੈਲਥ ਕੇਅਰ ਨੂੰ। ਜੇ ਤੁਸੀਂ ਐਨੀ ਐਡਮਿਨਿਸਟ੍ਰੇਸ਼ਨ ਦੇਖ ਲਓ, ਰਾਈਟ, ਜਿੰਨਾ ਫੰਡਿੰਗ PC ਨੇ ਕੀਤਾ ਉਹ ਮੈਚ ਹਜੇ ਕੀਤਾ ਨਹੀਂ, ਰਾਈਟ। ਹੈਲਥ ਕੇਅਰ ਦੇ ਕਾਫੀ ਇਸ਼ੂ ਆ ਅਤੇ ਮਲਟੀ ਲੈਵਲ ਇਸ਼ੂ ਵੀ ਆ। ਜੇ ਤੁਸੀਂ ਸਾਰੇ ਕੈਨੇਡਾ ਨੂੰ ਦੇਖਦੇ ਆ, ਸਾਰੇ ਕੈਨੇਡਾ 'ਚ ਹੈਲਥ ਕੇਅਰ ਪ੍ਰੋਬਲਮ ਆ। ਇਹ ਚੀਜ਼ ਨੂੰ ਟਾਈਮ ਲੱਗਣਾ ਅਤੇ ਇਨਵੈਸਟਮੈਂਟ ਦੀ ਲੋੜ ਆ, ਅਤੇ PC ਉਹ ਚੀਜ਼ 'ਤੇ ਕਮਿਟਡ ਆ। ਅਤੇ ਅਸੀਂ ਰਾਈਟ ਸਟੈਪ ਲੈਂਦੇ ਹਾਂ। ਹੁਣ ਜਿਵੇਂ ਨਰਸਾਂ ਦਾ ਸ਼ੋਰਟੇਜ ਦਾ ਵੀ ਉਹਦਾ ਕੋਸ਼ਿਸ਼ ਕਰੀ ਜਾਂਦੇ ਆ, ਫੰਡਿੰਗ ਦਾ ਵੀ ਕਰਦੇ ਆ, ਇਨਫਰਾਸਟਰਕਚਰ ਬਣਾਉਂਦੇ ਆ, ਉਹ ਚੀਜ਼ 'ਤੇ ਪੂਰੀ ਐਫਰਟ ਲਾਈ ਆ, ਪਰ ਉਹ ਚੀਜ਼ ਨੂੰ ਟਾਈਮ ਲੱਗਣਾ। ਅਤੇ ਪਹਿਲੇ ਐਡਮਿਨਿਸਟ੍ਰੇਸ਼ਨ ਜਿਹੜੇ ਸੀਗੇ, ਰਾਈਟ, ਉਹਨਾਂ ਨੇ ਉਹ ਚੀਜ਼ ਨੂੰ ਮੇਨਟੇਨ ਨਹੀਂ ਕੀਤਾ। ਜੇ ਤੁਸੀਂ ਹਿਸਟਰੀ ਨੂੰ ਦੇਖਦੇ ਹਾਂ, ਰਾਈਟ, ਮੈਨੀਟੋਬਾ ਦਾ ਜਿਹੜਾ ਰੂਰਲ ਮੈਡੀਕਲ ਇਨਫਰਾਸਟਰਕਚਰ ਆ, ਤਾਂ ਉਹ ਚੀਜ਼ ਨੂੰ ਬਿਲਕੁਲ ਨਹੀਂ ਮੇਨਟੇਨ ਕੀਤਾ, ਰਾਈਟ। ਅਤੇ ਉਹ ਫਿਰ ਸਿਟੀ ਦਾ ਮੈਡੀਕਲ ਸਿਸਟਮ ਨੂੰ ਪ੍ਰੈਸ਼ਰ ਪਾਉਂਦਾ, ਰਾਈਟ, ਅਤੇ ਉਹ ਚੀਜ਼ਾਂ ਨੂੰ ਫਿਕਸ ਕਰਨ ਨੂੰ ਟਾਈਮ ਲੱਗਣਾ। ਸੈਕੰਡ, ਕ੍ਰਾਈਮ, ਜਿਹੜਾ NDP ਲਿਬਰਲ ਆਈਡੀਓਲੋਜੀ ਉਹ ਬੇਲ ਸਿਸਟਮ 'ਤੇ ਚੱਲਦਾ, ਰਾਈਟ। ਮੋਸਟ ਕ੍ਰਾਈਮ ਰੀਅਫੈਂਡਰਾਂ ਤੋਂ ਹੁੰਦਾ, ਰਾਈਟ। ਅਤੇ ਫਿਰ ਵਾਈ ਆਰ ਦ ਰੀਅਫੈਂਡਰਸ ਔਨ ਦ ਸਟਰੀਟਸ, ਰਾਈਟ, ਉਹ ਗੱਲ ਵੀ ਪੁੱਛੀਏ, ਰਾਈਟ, ਕਿਉਂਕਿ ਉਹ ਬੇਲ ਸਿਸਟਮ ਕਰਕੇ। ਹੁਣ ਅਸੀਂ ਪ੍ਰੋਵਿੰਸ਼ੀਅਲ ਲੈਵਲ 'ਤੇ ਉਹਨੂੰ ਕਿਵੇਂ ਟੈਕਲ ਕਰ ਰਹੇ ਹਾਂ? ਅਸੀਂ ਪੁਲਿਸ ਸਿਸਟਮ ਨੂੰ ਵਧਾਉਂਦੇ ਹਾਂ, ਰਾਈਟ, ਅਤੇ ਜੱਜ ਵੀ ਜ਼ਿਆਦਾ ਹਾਇਰ ਕੀਤੇ ਆ, ਰਾਈਟ, ਕਿਉਂਕਿ ਸਾਨੂੰ ਕੰਪਨਸੇਟ ਕਰਨਾ ਪੈਣਾ, ਰਾਈਟ, ਕਿਉਂਕਿ ਫੈਡਰਲੀ ਬੇਲ ਸਿਸਟਮ ਖਰਾਬ ਆ, ਰਾਈਟ। ਫਿਰ ਸਾਡੇ ਵਾਲਿਆਂ ਅਸੀਂ ਉਹ ਚੀਜ਼ ਨੂੰ ਪੂਰਾ ਪ੍ਰੈਸ਼ਰ ਪਾ ਰਹੇ ਹਾਂ। ਅਤੇ ਫਿਰ ਅਫੋਰਡੇਬਿਲਟੀ ਵੀ, ਹੁਣ ਜੇ ਅਸੀਂ ਕਾਰਬਨ ਟੈਕਸ ਨੂੰ ਦੇਖਦੇ ਹਾਂ, ਉਹ ਵੀ NDP ਲਿਬਰਲ ਆਈਡੀਓਲੋਜੀ ਤੋਂ ਆ, ਰਾਈਟ। ਹੁਣ PC ਨਹੀਂ ਚਾਹੁੰਦੇ ਹੁਣ ਕਾਰਬਨ ਟੈਕਸ ਹੋਣਾ, ਰਾਈਟ। ਅਤੇ ਜੇ ਅਸੀਂ ਆਪਣੇ ਪੰਜਾਬੀ ਲੋਕਾਂ ਦੇ ਵੀ ਦੇਖਦੇ ਹਾਂ, ਹੁਣ ਟਰੱਕਿੰਗ ਆਪਣੀ ਸਭ ਤੋਂ ਵੱਡੀ ਇੰਡਸਟਰੀ ਆ, ਰਾਈਟ, ਅਤੇ ਕਾਰਬਨ ਟੈਕਸ ਉਹਨੂੰ ਪ੍ਰੈਸ਼ਰ ਪਾਉਂਦਾ, ਰਾਈਟ। ਸਾਡੇ ਪ੍ਰੋਫਿਟ ਵੀ ਖਾਂਦਾ ਉਹਦੇ ਵਿੱਚੋਂ। ਅਸੀਂ ਹੁਣ ਕਾਰਬਨ ਟੈਕਸ ਰੀਬੇਟ ਕੀਤਾ, ਪਰ ਫੈਡਰਲੀ ਵੀ ਕੈਨਟ ਡੂ ਟੂ ਮਚ ਅਬਾਊਟ ਦੈਟ, ਰਾਈਟ। ਹੁਣ ਜਿਵੇਂ ਜਿਹੜਾ ਅਸੀਂ ਕਰ ਸਕਦੇ ਹਾਂ ਉਹਦੇ ਵਿੱਚੋਂ ਅਸੀਂ ਕਰਦੇ ਹਾਂ, ਰਾਈਟ, ਉਹਦੇ ਤੋਂ ਰਿਲੀਫ ਕਰਦੇ ਹਾਂ। ਫਸਟ ਟਾਈਮ ਹੋਮ ਬਾਇਰਸ ਲਈ ਅਸੀਂ ਲੈਂਡ ਟਰਾਂਸਫਰ ਟੈਕਸ ਰਿਮੂਵ ਕੀਤਾ, ਅਫੋਰਡੇਬਿਲਟੀ ਲਈ।
these are long-term solutions are right a long-term plan ਆ ਅਫੋਰਡੇਬਿਲਟੀ ਲਈ। ਹੁਣ ਜੇ ਅਸੀਂ ਹਾਈਡਰੋ ਦਾ ਫਰੀਜ਼ ਕਰਦੇ ਹਾਂ, ਕਿੰਨੇ ਚਿਰ ਲਈ ਫਰੀਜ਼ ਕਰਨਾ? 1 ਸਾਲ ਰਾਈਟ? ਫਿਰ ਉਹ ਕਿਵੇਂ ਅਫੋਰਡੇਬਿਲਟੀ ਨੂੰ ਹੈਲਪ ਕਰਦਾ ਲੌਂਗ ਟਰਮ 'ਚ? ਉਹ ਲੌਂਗ ਟਰਮ ਸੋਲੂਸ਼ਨ ਨਹੀਂ। ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਸਾਰੇ ਭਾਈਚਾਰੇ ਨੂੰ ਵਧਾਈਆਂ ਕਿ ਅਸੀਂ ਪਿਛਲੇ ਲੰਮੇ ਸਮੇਂ ਤੋਂ ਇਸ ਦੇਸ਼ ਦੇ ਵਿੱਚ ਆ ਰਹੇ ਹਾਂ, ਮਿਹਨਤਾਂ ਕਰ ਰਹੇ ਹਾਂ। ਸਾਡੇ ਬਾਬਿਆਂ ਨੇ, ਦਾਦੀਆਂ ਨੇ ਮਿਹਨਤਾਂ ਕੀਤੀਆਂ, ਸਾਨੂੰ ਸਟੈਬਲਿਸ਼ ਕੀਤਾ, ਸਾਡੇ ਲਈ ਜਗ੍ਹਾ ਬਣਾਈ। ਜੇ ਅਸੀਂ ਇਸ ਵੇਲੇ, ਮੈਂ ਇਸ ਮਾਈਕ ਤੋਂ ਬੋਲ ਰਿਹਾ ਜਾਂ ਮੇਰੇ ਸਾਥੀ ਸੱਜੇ ਖੱਬੇ ਇੱਥੇ ਸਾਰੇ ਬੈਠੇ ਨੇ, ਉਹ ਇਸ ਗੱਲ ਕਰਕੇ ਬੈਠੇ ਨੇ ਕਿ ਸਾਡੇ ਬਜ਼ੁਰਗਾਂ ਨੇ ਮਿਹਨਤਾਂ ਕੀਤੀਆਂ ਨੇ, ਗਾਲਾਂ ਖਾਧੀਆਂ ਨੇ, ਰੇਸਿਜ਼ਮ ਚੱਲਿਆ, ਤਾਂ ਕਰਕੇ ਸਾਡੇ ਲਈ ਰਾਹ ਬਣਿਆ ਜਿਹੜੇ ਰਾਹ 'ਤੇ ਅਸੀਂ ਤੁਰ ਰਹੇ ਹਾਂ। ਸੋ ਉਹਨਾਂ ਨੂੰ ਆਪਾਂ ਕਦੇ ਵੀ ਨਹੀਂ ਭੁੱਲਣਾ ਜਿਨ੍ਹਾਂ ਨੇ ਸਾਡੇ ਲਈ ਰਾਹ ਬਣਾਇਆ। ਦੂਸਰੀ ਗੱਲ ਇਹ ਹੈ ਕਿ ਤੁਸੀਂ ਭਾਈਚਾਰੇ ਦੇ ਤੌਰ 'ਤੇ, ਅਸੀਂ ਸਾਰੇ, ਇੱਕ ਬੰਦੇ ਦੀ ਗਰੋਥ ਅੱਡ ਚੀਜ਼ ਹੈ, ਬਾਕੀ ਭਾਈਚਾਰੇ ਦੀ, ਬਣੇ ਬਣਾਏ ਭਾਈਚਾਰੇ ਦੀ ਸਾਰੀ ਗਰੋਥ ਇੱਕ ਚੀਜ਼ ਹੈ ਕਿ ਅਸੀਂ ਕਿੱਥੇ ਪਹੁੰਚੇ ਅਤੇ ਸਾਡੀ ਰੈਕੋਗਨੀਸ਼ਨ ਅਤੇ ਰਿਸਪੈਕਟ ਇਸ ਸੁਸਾਇਟੀ ਦੇ ਵਿੱਚ ਕੀ ਹੈ। ਉਹ ਗੱਲਾਂ ਨੂੰ ਆਪਾਂ ਹਮੇਸ਼ਾ ਹੀ ਆਪਣੇ ਦਿਮਾਗ ਦੇ ਵਿੱਚ ਰੱਖਣਾ ਹੈ। ਬਾਕੀ ਜਿਹੜੀ ਪੋਲੀਟੀਕਲ ਆਈਡੀਓਲੋਜੀ ਹੈ ਲੈਫਟ ਰਾਈਟ ਦੀ, ਜਾਂ ਅਸੀਂ ਅੱਡ ਅੱਡ ਪਾਰਟੀਆਂ ਦੇ ਵਿੱਚ ਕਿਉਂ ਜਾਂਦੇ ਹਾਂ, ਉਹ ਇੱਕ ਡਿਬੇਟ ਦਾ ਮਸਲਾ ਹੈ ਅਤੇ ਉਹ ਮਸਲਾ ਚੱਲਦਾ ਰਹਿਣਾ ਚਾਹੀਦਾ, ਰਿਸਪੈਕਟਫੁਲੀ ਚੱਲਦਾ ਰਹਿਣਾ ਚਾਹੀਦਾ। ਹੁਣ ਜਦੋਂ ਅਸੀਂ ਬਲੇਮ ਕਰਨ ਦੀ ਗੱਲ ਕਰਦੇ ਹਾਂ, ਮੇਰੇ ਕੋਲੇ ਮੁੱਦਿਆਂ ਦੀ ਗੱਲ ਚੱਲ ਰਹੀ ਹੈ। ਹੁਣ ਮੇਰੇ ਕੋਲੇ ਕੋਈ ਵੱਖਰੇ ਮੁੱਦੇ ਨਹੀਂ। ਹੈਲਥ ਕੇਅਰ ਹੈ ਇੱਕ, ਦੂਜਾ ਐਜੂਕੇਸ਼ਨ, ਜਿਹੜੇ ਬਹੁਤ ਜ਼ਿਆਦਾ ਇੰਪੋਰਟੈਂਟ ਨੇ, ਤੀਜਾ ਅਫੋਰਡੇਬਿਲਟੀ ਹੈ। ਤਿੰਨੇ ਮੁੱਦਿਆਂ 'ਤੇ ਮੈਂ ਗੱਲ ਕਰੂੰਗਾ। ਪਰ ਉਦੋਂ ਪਹਿਲਾਂ ਮੈਂ ਗੱਲ, ਮੇਰੇ ਛੋਟੇ ਵੀਰ ਨੇ ਹੁਣੇ ਗੱਲ ਕੀਤੀ ਆ ਕਿ ਕ੍ਰਾਈਮ ਜ਼ਿਆਦਾ, ਕਿ ਸਾਡਾ ਜਿਹੜਾ ਸਿਸਟਮ ਹੈ ਹੈਲਥ ਕੇਅਰ ਦਾ ਵਿਗੜਿਆ, ਪਹਿਲਾਂ ਦਾ ਵਿਗੜਿਆ ਹੋਇਆ। ਅਸੀਂ ਹੋਸਟਲ 'ਚ ਹੁੰਦੇ ਸੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਰਾਤ ਨੂੰ ਡਿਨਰ ਕਰ ਰਹੇ ਸੀ, ਇੱਕ ਸਾਡਾ ਸਾਥੀ ਸੀਗਾ, 8 ਫੁਲਕੇ ਖਾ ਗਿਆ। ਕਿਹਾ ਯਾਰ ਵੀ ਤੂੰ ਲੰਚ ਨਹੀਂ ਕੀਤਾ ਸੀ, ਇੰਨੇ ਖਾਈ ਜਾਂਦਾ? ਕਹਿੰਦਾ ਯਾਰ ਮੈਂ ਲੰਚ ਤਾਂ ਕੀਤਾ ਸੀ, ਬ੍ਰੇਕਫਾਸਟ ਨਹੀਂ ਸੀ ਕੀਤਾ। ਆਪਾਂ ਤੀਜੀਆਂ ਸਰਕਾਰਾਂ ਨੂੰ 20 ਸਾਲ ਪਹਿਲਾਂ ਕੌਣ ਰਾਜ ਕਰਦਾ ਸੀ, 8 ਸਾਲ 10 ਸਾਲ ਪਹਿਲਾਂ ਕੌਣ ਰਾਜ ਕਰਦਾ ਸੀ, ਉਹਨਾਂ ਦੇ ਸਿਰ 'ਤੇ ਭਾਂਡਾ ਨਾ ਫੋੜੀਏ। ਅਸੀਂ ਇਹ ਦੇਖੀਏ ਕਿ ਹੁਣ ਰਾਜ ਕੌਣ ਕਰ ਰਿਹਾ ਸੀ। ਪਿਛਲੇ ਤੋਂ ਪਿਛਲੇ ਮੰਗਲਵਾਰ ਤੱਕ, 5 ਸਤੰਬਰ ਤੱਕ ਰਾਜ ਕੌਣ ਕਰ ਰਿਹਾ ਸੀ। ਪ੍ਰੋਗਰੈਸਿਵ ਕੰਜ਼ਰਵੇਟਿਵ ਕਹਿੰਦੇ ਨੇ ਆਪਣੇ ਆਪ ਨੂੰ। ਇਹ ਮੈਨੂੰ ਇਹ ਲੱਗਦਾ ਵੀ ਜਾਂ ਤਾਂ ਬੰਦਾ ਪ੍ਰੋਗਰੈਸਿਵ ਹੋ ਸਕਦਾ ਜਾਂ ਕੰਜ਼ਰਵੇਟਿਵ ਹੋ ਸਕਦਾ, ਦੋਨੋਂ ਨਹੀਂ ਹੋ ਸਕਦਾ। ਸੋ ਤੁਸੀਂ ਮਾਣ ਨਾਲ ਕਹੋ ਕਿ ਅਸੀਂ ਕੰਜ਼ਰਵੇਟਿਵ ਹਾਂ, ਅਸੀਂ ਰਾਈਟ ਵਿੰਗ ਹਾਂ। ਐਗਜ਼ਾਮਪਲਾਂ ਮੈਂ ਦੇ ਦਿੰਦਾ, ਟਰੰਪ ਰਾਈਟ ਵਿੰਗ ਹੈ, ਮੋਦੀ ਵੀ ਰਾਈਟ ਵਿੰਗ ਹੈ, ਇਹ ਜਿਹੜੇ ਨੀਲੇ ਨੇ ਇਹ ਵੀ ਰਾਈਟ ਵਿੰਗ ਨੇ। ਮੇਰੇ ਪਿੰਡ ਦੇ ਬਾਬਿਆਂ ਦੀ, ਮਾਤਾਵਾਂ ਦੀ, ਮੇਰੇ ਭੈਣ ਭਰਾਵਾਂ ਦੀ, ਚਾਚਿਆਂ ਤਾਇਆਂ ਦੀ, ਭਤੀਜਿਆਂ ਦੀ, ਭਤੀਜੀਆਂ ਦੀ ਮੈਂਟੈਲਿਟੀ ਰਾਈਟ ਵਿੰਗ ਨਾਲ ਨਹੀਂ ਮਿਲਦੀ। ਇਸੇ ਗੱਲ ਕਰਕੇ ਮੈਂ ਲੈਫਟ ਵਿੰਗ ਤੋਂ ਲੜ ਰਿਹਾ, ਕਿਉਂਕਿ ਅਸੀਂ ਹਮੇਸ਼ਾ ਹੀ ਆਮ ਲੋਕਾਂ ਨਾਲ ਖੜ੍ਹੇ ਹਾਂ। ਅਸੀਂ ਹਮੇਸ਼ਾ ਹੀ ਭਾਈ ਲਾਲੋ ਨਾਲ ਖੜ੍ਹੇ ਹਾਂ, ਮਲਕ ਭਾਗੋ ਨਾਲ ਅਸੀਂ ਕਦੇ ਵੀ ਨਹੀਂ ਖੜ੍ਹੇ। ਸੋ ਆਈਡੀਓਲੋਜੀ ਦੀ ਜਦੋਂ ਤੁਸੀਂ ਗੱਲ ਕਰਦੇ ਹੋ, ਮੈਂ ਸਟਰੋਂਗਲੀ ਕਹਿੰਦਾ ਕਿ ਮੈਂ ਲੋਕਾਂ ਦੇ ਲੋਕ ਪੱਖੀ ਹਾਂ। ਮੇਰੀਆਂ ਗੱਲਾਂ ਲੋਕ ਪੱਖੀ ਨੇ, ਮੇਰੀ ਪਾਰਟੀ ਦੀਆਂ ਗੱਲਾਂ ਲੋਕ ਪੱਖੀ ਨੇ। ਸੋ ਅਸੀਂ ਰਾਈਟ ਵਿੰਗ ਦੇ ਉਲਟ ਹਾਂ ਅਤੇ ਅਸੀਂ ਰਾਈਟ ਵਿੰਗ ਦੇ ਉਲਟ ਰਹਾਂਗੇ। ਰਾਈਟ ਵਿੰਗ ਕਰਦਾ ਕੀ ਹੈ? ਹੈਲਥ ਕੇਅਰ ਦੀ ਗੱਲ ਕਰ ਲਓ। ਇਸ ਵੇਲੇ 43% ਡਾਕਟਰ ਮੈਨੀਟੋਬਾ ਦੇ ਵਿੱਚ ਇੱਦਾਂ ਦੇ ਹੈ ਜਿਹੜੇ ਛੱਡਣ ਨੂੰ ਫਿਰਦੇ ਆਪਦੀ ਡਾਕਟਰੀ, ਜਾਂ ਕਹਿੰਦੇ ਅਸੀਂ ਮੈਨੀਟੋਬਾ ਛੱਡ ਦੇਣਾ, ਜਾਂ ਕਹਿੰਦੇ ਅਸੀਂ ਡਾਕਟਰੀ ਛੱਡ ਦੇਣੀ ਹੈ, ਕਿਉਂਕਿ ਬਰਨਟ ਆਊਟ ਨੇ। ਮੇਰੇ ਫਾਦਰ ਸਾਹਿਬ ਢਿੱਲੇ ਸੀ, ਮੈਨੂੰ ਹਸਪਤਾਲ ਜਾਣ ਦਾ ਮੌਕਾ ਮਿਲਿਆ। ਬੱਚੀ ਉੱਥੇ ਇੱਕ ਨਰਸ ਕੰਮ ਕਰਦੀ ਸੀ, ਕਹਿੰਦੀ ਅੱਜ ਮੇਰੀ 16 ਘੰਟੇ ਦੀ ਸ਼ਿਫਟ ਆ। ਹੈਲਥ ਕੇਅਰ ਨਾਲੋਂ ਬੱਚੀ ਡੀਲ ਕਰ ਰਹੀ ਹੈ 16 ਘੰਟੇ। 16 ਘੰਟੇ 'ਚ ਨੀਂਦਰਾ ਪੈ ਜਾਂਦਾ ਬੰਦੇ ਨੂੰ। ਉਹ ਇਸ ਪੀਸੀ ਗਵਰਨਮੈਂਟ ਦੇ ਅੰਡਰ ਚੱਲ ਰਿਹਾ ਸਾਰਾ ਕੁਝ। ਕ੍ਰਾਈਮ ਪਿਛਲੇ 7 ਸਾਲਾਂ ਦੇ ਵਿੱਚ ਕਿਉਂ ਨਹੀਂ ਕੰਟਰੋਲ ਹੋਇਆ? ਬੇਲ ਰਿਫਾਰਮਸ ਦੀ ਹੁਣੇ ਗੱਲ ਵੀਰ ਨੇ ਕੀਤੀ ਆ। ਮੇਰੇ ਕੋਲੇ ਡੇਟਾ ਹੈ ਇੱਥੇ ਕਿ ਕਿੰਨੇ ਲੋਕ ਜਿਹੜੇ ਹੋਮੀਸਾਈਡਸ ਦੇ ਵਿੱਚ ਚਾਰਜ ਕੀਤੇ ਗਏ ਸੀਗੇ, ਕਿੰਨੇ ਪਰਸੈਂਟ ਉਹਦੇ ਤੋਂ ਸੜਕ 'ਤੇ ਫਿਰਦੇ ਆ। ਉਹ ਕਿਹਦੇ ਅੰਡਰ ਹੈ? ਇਸੇ ਪਾਰਟੀ ਦੇ ਅੰਡਰ ਹੈ। ਪਰਸੋਂ ਚੌਥੇ ਮੇਰੇ ਐਗਰੀਕਲਚਰ ਦੀ ਡਿਬੇਟ ਸੀ, ਮੇਰੇ ਨਾਲ ਦਾ ਸਾਥੀ ਪੀਸੀ ਪਾਰਟੀ ਦਾ ਇਹ ਕਹਿ ਰਿਹਾ ਸੀਗਾ ਕਿ ਪਿੰਡਾਂ ਦੇ ਵਿੱਚ ਕ੍ਰਾਈਮ ਵੱਧ ਰਿਹਾ ਜੀ। ਕੋਈ ਕਿਸੇ ਦਾ ਗਰਾਜ ਭੰਨ ਗਿਆ, ਕੋਈ ਕਾਰ ਭੰਨ ਗਿਆ, ਸਮਾਨ ਚੋਰੀ ਕਰਕੇ ਲੈ ਗਿਆ। ਸਾਨੂੰ ਕੁਝ ਕਰਨਾ ਚਾਹੀਦਾ। ਕਦੋਂ ਕਰਨਾ? ਪਿਛਲੇ 7 ਸਾਲ ਤਾਂ ਕੀਤਾ ਨਹੀਂ।
ਜਦੋਂ ਜਦੋਂ ਪੀਸੀ ਦੀ ਸਰਕਾਰ ਆਈ ਹੈ ਉਦੋਂ ਤੁਸੀਂ ਜਿਹੜੀਆਂ ਐਸੈਟਸ ਨੇ ਸਾਡੀਆਂ ਸਰਕਾਰੀ, ਟੈਲੀਫੋਨ ਵੇਚਤਾ। ਮੈਂ ਰਿਲੇਟ ਕਰਕੇ ਦੱਸੂੰਗਾ ਜਿੱਥੋਂ ਅਸੀਂ ਆਏ ਹਾਂ। ਜਿਹੜੀ ਪਾਰਟੀ BSNL ਵੇਚ ਕੇ ਪ੍ਰਾਈਵੇਟ ਨੂੰ ਕੰਟਰੈਕਟ ਦਿੰਦੀ ਹੈ, ਤੁਸੀਂ ਉਹਦੇ ਨਾਲ ਹੋ ਜੀ ਕਿ ਉਹਦੇ ਉਲਟੋਂ? ਅਫੋਰਡੇਬਿਲਿਟੀ ਦੀ ਗੱਲ ਕਰ ਲਓ, ਕਿੰਨੀਆਂ ਗਰੋਸਰੀ ਪ੍ਰਾਈਸਿਸ ਵੱਧ ਰਹੀਆਂ ਨੇ। ਗਰੋਸਰੀ ਜਿਹੜੇ ਖਰੀਦਦੇ ਨੇ ਉਹਨਾਂ ਦੀਆਂ ਜੇਬਾਂ ਛੋਟੀਆਂ ਰਹਿ ਜਾਂਦੀਆਂ, ਨੂਣ ਤੇਲ ਪੂਰਾ ਨਹੀਂ ਆਉਂਦਾ। ਸਰਕਾਰਾਂ ਕੀ ਕਰ ਰਹੀਆਂ ਨੇ? ਹੈਦਰ ਸਟੈਫਨਸਨ ਨੇ ਜਿਹੜਾ ਨੋ ਫਰਿਲਸ ਦੇ ਓਨਰ ਨੂੰ $3,26,000 ਦਾ ਚੈੱਕ ਭੇਜਿਆ ਗਿਫਟ। ਕਿਉਂ? ਇੱਕ ਪਾਸੇ ਤਾਂ ਸਾਡੀ ਛਿੱਲ ਲਈ ਜਾਂਦੇ ਆ ਉਹ ਜਦੋਂ ਤੁਸੀਂ ਨੂਣ ਤੇਲ ਲੈਣ ਜਾਂਦੇ ਆ, ਉਦੋਂ ਬਾਅਦ ਮੁੱਖ ਮੰਤਰੀ ਉਹਨੂੰ ਚੈੱਕ ਲਿਖ ਰਹੀ ਹੈ। ਤੁਹਾਡੇ ਘਰੇ ਜਿਹੜੇ ਚੈੱਕ ਆਏ ਨੇ ਰਿਬੇਟ ਦੇ, ਕਿੰਨੇ ਆਏ ਹੋਣਗੇ? ਜਿਨ੍ਹਾਂ ਦੇ ਵੱਡੇ ਘਰ ਆ, ਵੱਡੇ ਆ ਗਏ ਹੋਣਗੇ 500-700 800 900 ਆ ਗਿਆ ਹੋਊਗਾ। ਪੋਲੋ ਪਾਰਕ ਦਾ ਮਾਲਕ ਹੈ ਜਿਹੜਾ ਕੈਡੀਲੈਕ ਫੇਅਰਵਿਊ ਕੰਪਨੀ ਹੈ, ਉਹਨੂੰ $1 ਮਿਲੀਅਨ ਦਾ ਚੈੱਕ ਗਿਆ। ਸਾਡੇ ਕੋਲ ਪੈਸਿਆਂ ਦਾ ਟੋਕਰਾ ਭਰਿਆ ਪਿਆ, ਜਿਹੜਾ ਸਾਡਾ ਬਜਟ ਹੈ ਉਹਦੇ 'ਚੋਂ 98 ਤੁਹਾਡੇ ਵੱਲ ਨੂੰ ਸਿੱਟ ਦਿੰਦੇ ਆ ਤੇ 100 ਦੀ ਗੁੱਟੀ ਉੱਧਰ 10,000 ਦੀ ਸਿੱਟ ਦਿੰਦੇ ਆ। ਦੈਟ ਇਜ਼ ਨਾਟ ਜਸਟ, ਦੈਟਸ ਨਾਟ ਐਕੁਇਟੀ। ਐਕੁਇਟੀ ਇਹ ਹੈ ਕਿ ਜਿਹੜੇ ਬੰਦੇ ਨੂੰ ਸਹਾਇਤਾ ਦੀ ਲੋੜ ਹੈ ਉਹਨੂੰ ਸਹਾਇਤਾ ਦਿੱਤੀ ਜਾਵੇ। ਸੋ ਇਸ ਲਈ ਸਾਨੂੰ ਇਹ ਦੇਖਣਾ ਪੈਣਾ ਕਿ ਆਈਡੀਓਲੋਜੀ ਕੀ ਹੈ, ਕਿਉਂਕਿ ਬੱਚੇ ਤਾਂ ਅਸੀਂ ਸਾਰੇ ਹੀ ਤੁਹਾਡੇ ਵੀ ਸਾਰੇ ਹੀ ਆਪਦੇ ਆ। ਅਸੀਂ ਇਹ ਦੇਖਣਾ ਹੈ ਕਿ ਸਾਡੇ 'ਚੋਂ ਕਿਹੜੇ ਬੰਦੇ ਸਹੀ ਆਈਡੀਓਲੋਜੀ ਨੂੰ ਰੈਪਰਜੈਂਟ ਕਰਦੇ ਆ ਤੇ ਸਾਡਾ ਭਾਈਚਾਰਾ ਕਿਹੜੀ ਆਈਡੀਓਲੋਜੀ ਨਾਲ ਖੜ੍ਹਾ ਹੈ। ਤੁਹਾਡਾ ER ਇੱਥੇ ਸੀਗਾ 7 ਓਕਸ ਦੇ ਵਿੱਚ, ਕੰਕੋਰਡੀਆ ਦੇ ਵਿੱਚ ਸੀਗਾ, ਵਿਕਟੋਰੀਆ ਦੇ ਵਿੱਚ ਸੀਗਾ, 3 ਬੰਦ ਕਰਤੇ। ਇੱਥੋਂ ਜੇ ਤੁਸੀਂ ਤੁਰ ਕੇ ਵੀ ਜਾਂਦੇ ਤਾਂ ਵੀ ਨੇੜੇ ਸੀ। ਹੁਣ ਤੁਸੀਂ ਐਂਬੂਲੈਂਸ 'ਤੇ ਵੀ ਉਨੇ ਚਿਰ 'ਚ ਉੱਥੇ ਨਹੀਂ ਪਹੁੰਚ ਸਕਦੇ ਸ਼ਹਿਰ ਦੇ ਵਿਚਾਲੇ ਜਿੱਥੇ ਐਮਰਜੈਂਸੀ ਰੂਮ ਹੈਗਾ, ਜਿੱਥੇ ਤੁਸੀਂ ਜਾ ਸਕਦੇ ਸੀ। ਮੈਨੂੰ ਲੱਗਦਾ ਬਾਈ ਜੀ ਹੁਣਾਂ ਨੇ ਗੱਲ ਦੱਸੀ ਸੀ, ਕਈ ਬਜ਼ੁਰਗ ਤੁਰ ਕੇ ਹੀ ਜਾਂਦੇ ਰਹੇ, ਇੱਥੇ ਭੀੜ ਹੋਈ ਸੀ ਇੱਥੇ 7 ਓਕਸ। ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਫੈਸਿਲਿਟੀਜ਼ ਨੇ ਉਹ ਸਾਨੂੰ ਕਰਨੀਆਂ ਪੈਣੀਆਂ। ਜਿਹੜੀਆਂ ਸਾਡੀਆਂ ਭੈਣਾਂ ਤੇ ਵੀਰ ਹੈਲਥ ਕੇਅਰ ਪ੍ਰੋਫੈਸ਼ਨਲਸ ਨੇ, ਇੰਡੀਆ ਤੋਂ ਆਉਂਦੇ ਨੇ ਪੜ੍ਹ ਲਿਖ ਕੇ, ਉਹਨਾਂ ਨੂੰ ਇੱਥੇ ਸਾਲਾਂ ਬੱਧੀ ਉਹਨਾਂ ਦਾ ਲਾਇਸੈਂਸ ਨਹੀਂ ਮਿਲਦਾ। ਅਸੀਂ ਰੌਲਾ ਪਾ ਹਟੇ, ਮੈਨੀਟੋਬਾ ਚੈਂਬਰ ਦੇ ਵਿੱਚ ਅਸੀਂ ਰੌਲਾ ਪਾ ਹਟੇ ਕਿ ਉਹਨਾਂ ਦਾ ਲਾਇਸੈਂਸਿੰਗ ਪ੍ਰੋਸੈਸ ਤਾਂ ਸੌਖਾ ਕਰ ਦਿਓ। ਜਿਹੜੀ ਕੁੜੀ ਓਨਟੇਰੀਓ ਦੇ ਵਿੱਚ ਨਰਸ ਹੈ ਪਿਛਲੇ 3 ਸਾਲਾਂ ਤੋਂ, ਉਹਨੂੰ ਇੱਥੇ ਆ ਕੇ ਕਹਿੰਦੇ ਆ ਵੀ ਇੱਥੇ ਆ ਕੇ ਫਿਰ ਤੁਸੀਂ ਇੱਕ ਹੋਰ ਟੈਸਟ ਦਿਓ। ਨਰਸਿੰਗ ਪ੍ਰੋਫੈਸ਼ਨ ਤਾਂ ਸੇਮ ਹੈ, ਕੁਆਲੀਫਿਕੇਸ਼ਨ ਤਾਂ ਸੇਮ ਹੈ, ਪਰ ਉਹਨਾਂ ਨੂੰ ਇੱਕ ਲੈਂਗੁਏਜ ਟੈਸਟ ਹੋਰ ਦਿਓ। ਕਿਉਂ? ਓਨਟੇਰੀਓ ਲੈਂਗੁਏਜ ਵੱਖਰੀ ਹੈ। ਸੋ ਸਾਨੂੰ ਲੋਕ ਪੱਖੀ ਹੋਣਾ ਪੈਣਾ। ਸਾਨੂੰ ਉਹਨਾਂ ਲੋਕਾਂ ਦੀ ਰਿਸਪੈਕਟ ਕਰਨੀ ਪੈਣੀ ਹੈ ਜਿਹੜੇ ਓਵਰਸੀਜ਼ ਕੁਆਲੀਫਾਈਡ ਹੋ ਕੇ ਇੱਥੇ ਆਉਂਦੇ ਨੇ। ਸਾਡੇ ਵਰਗੇ ਐਗਰੀਕਲਚਰ ਪੜ੍ਹ ਕੇ ਆਉਂਦੇ ਨੇ, ਵਕੀਲ ਆਪਦਾ ਲਾਅ ਕਰਕੇ ਆਉਂਦੇ ਨੇ, ਡਾਕਟਰ ਆਉਂਦੇ ਨੇ। ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ ਕਿ ਕਿੰਨੇ ਡਾਕਟਰ ਇੱਥੇ ਆ ਕੇ ਰੀਅਲ estate ਕਰਦੇ ਆ, ਕਿੰਨੀਆਂ ਨਰਸਾਂ ਆ ਕੇ ਵਿਚਾਰੀਆਂ ਹੋਮ ਕੇਅਰ ਕਰੀ ਜਾਂਦੀਆਂ। ਅਸੀਂ ਉਹਨਾਂ ਲੋਕਾਂ ਦੀ ਰਿਸਪੈਕਟ ਕਦੋਂ ਕਰਨਾ ਸਿੱਖਾਂਗੇ ਜੀ? ਸੋ ਫਾਈਨਲੀ 2-4 ਗੱਲਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ। ਬਿੱਲ 64 ਸੀਗਾ ਐਜੂਕੇਸ਼ਨ ਦੇ ਵਿੱਚ, ਸਕੂਲਾਂ ਨੂੰ ਕੱਟ ਲਾਉਣਾ ਪਿਆ ਇਸ ਗੱਲ ਕਰਕੇ ਕਿਉਂਕਿ ਸਰਕਾਰ ਨੇ ਬਜਟ ਘਟਾਇਆ। ਜਦੋਂ ਸਰਕਾਰ ਕਹਿੰਦੀ ਹੈ ਕਿ ਅਸੀਂ ਬਹੁਤ ਸਾਰਾ ਪੈਸਾ ਦੇਤਾ, ਅਸੀਂ ਬਜਟ ਵਧਾਤਾ, ਉਹ ਇਉਂ ਹੈ ਕਿ ਉਹ ਇਨਫਲੇਸ਼ਨ ਨੂੰ ਮੈਚ ਨਹੀਂ ਕਰਦਾ। ਮਹਿੰਗਾਈ $100 ਵੱਧਦੀ ਹੈ, ਬਜਟ $80 ਵੱਧਦਾ ਹੈ, ਉਹ ਐਕਚੁਅਲੀ $20 ਦਾ ਕੱਟ ਹੈ। ਸੋ ਜਦੋਂ ਮੇਰੇ ਸਾਥੀ ਇਹ ਕਹਿੰਦੇ ਆ ਕਿ ਅਸੀਂ ਬਹੁਤ ਜ਼ਿਆਦਾ ਪੈਸੇ ਦੇਤੇ, ਇਹਨਾਂ ਨੂੰ ਇਹ ਵੀ ਦੱਸਣ ਦੀ ਲੋੜ ਹੈ ਕਿ ਤੁਸੀਂ 80 ਵਧਾਏ ਸੀ ਪਰ ਮਹਿੰਗਾਈ 100 ਵਧੀ ਹੈ। ਸੋ ਉੱਥੇ ਜਿਹੜਾ ਵੋਟਰ ਨੂੰ ਬੇਵਕੂਫ ਬਣਾਉਣਾ ਜਾਂ ਸਹੀ ਗੱਲ ਨਾ ਦੱਸਣੀ, ਮੈਨੂੰ ਉਹ ਚੁੱਭਦੀ ਹੈ ਅਤੇ ਮੈਂ ਉਹਦੇ ਅਗੇਂਸਟ ਬੋਲੂੰਗਾ ਜੀ। ਥੈਂਕ ਯੂ ਸੋ ਮੱਚ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸੋ ਬੇਸਿਕਲੀ ਆਈਡੀਓਲੋਜੀ ਦੀ ਗੱਲ ਹੋਈ ਆ ਇੱਥੇ ਵੀ ਆਪਣੀ ਜਿਹੜੀ ਰਾਈਟ ਵਿੰਗ ਆਈਡੀਓਲੋਜੀ ਆ ਉਹ ਟਰੰਪ ਜਾਂ ਮੋਦੀ ਨਾਲ ਮਿਲਦੀ ਆ ਅਤੇ ਆਪਣੇ ਲੋਕਾਂ ਨਾਲ ਨਹੀਂ ਮਿਲਦੀ। ਇਹ ਗੱਲ ਦਾ ਮੈਂ ਥੋੜ੍ਹਾ ਜਿਹਾ ਰਿਸਪੌਂਸ ਦੇਣਾ ਚਾਹੁੰਦਾ ਵੀ ਜਿਹੜਾ ਕੁਛ ਮੈਂ ਯੂਨੀਵਰਸਿਟੀ ਦੇ ਵਿੱਚ ਵੇਖਿਆ, ਖੱਬੇ ਪੱਖੀ ਜਿਹੜੇ ਰੈਡੀਕਲ ਖੱਬੇ ਪੱਖੀ ਲੋਕ ਆ ਖਾਸ ਕਰਕੇ, ਉਹ ਡੈਮੋਕਰੇਸੀ ਨੂੰ ਘਟਾਉਣਾ ਚਾਹੁੰਦੇ ਆ। ਉਹ ਜਿਹੜੀ ਕੰਪੀਟੀਸ਼ਨ ਹੁੰਦੀ ਆ ਉਸ ਨੂੰ ਘਟਾਉਣਾ ਚਾਹੁੰਦੇ ਆ। ਜਿਹੜੇ ਬੰਦੇ ਹੁੰਦੇ ਅੱਡ ਸਕਿੱਲਸ ਹੁੰਦੇ ਆ ਬੰਦੇ ਦੇ, ਉਹ ਕਈ ਚੀਜ਼ਾਂ ਵਧੀਆ ਕਰਦੇ ਆ, ਕਈ ਚੀਜ਼ਾਂ ਨਹੀਂ ਵਧੀਆ ਕਰਦੇ, ਅਤੇ ਮੈਰਿਟ ਦੇ ਹਿਸਾਬ ਨਾਲ ਉਹਨਾਂ ਨੂੰ ਪਾਵਰ ਮਿਲਣੀ ਚਾਹੀਦੀ ਆ, ਮੈਰਿਟ ਦੇ ਹਿਸਾਬ ਨਾਲ ਪੋਜੀਸ਼ਨਸ ਮਿਲਣੀਆਂ ਚਾਹੀਦੀਆਂ। ਅਤੇ ਜਿਹੜੇ ਇਹ ਖੱਬੇ ਪੱਖੀ ਦੇ ਰੈਡੀਕਲ ਵਿੰਗ ਹੈਗਾ ਥੋੜ੍ਹਾ ਜਿਹਾ, ਇਹ ਉਹ ਚੀਜ਼ਾਂ ਵੱਲ ਜਮਾਂ ਨਹੀਂ ਧਿਆਨ ਦਿੰਦੇ, ਅਤੇ ਸਿਰਫ ਉਹ ਲੋਕਾਂ ਦੀ ਕੌਮ ਜਾਂ ਜੇ ਉਹ ਆਦਮੀ ਆ ਜਾਂ ਔਰਤ ਆ ਜਾਂ ਉਹਨਾਂ ਦੇ ਅੱਡ ਆਈਡੈਂਟੀ ਕਰੈਕਟਰਿਸਟਿਕਸ ਕੰਪਲੀਟਲੀ ਉਹਦੀ ਤੌਰ 'ਤੇ ਡਿਵਾਈਡ ਕਰਕੇ
ਤੇ ਉਸ ਹਿਸਾਬ ਨਾਲ ਸੁਸਾਇਟੀ ਬਣਾਉਣੀ ਚਾਹੁੰਦੇ ਆ। ਤੇ ਆਈ ਥਿੰਕ ਆਪਣੀ ਜਿਹੜੀ ਕਮਿਊਨਿਟੀ ਆ ਉਹ ਇਹ ਆਈਡੀਆਜ਼ ਸਾਰਿਆਂ ਦੀ ਬਰਾਬਰੀ ਚਾਹੁੰਦੀ ਆ, ਡਿਸਕ੍ਰਿਮੀਨੇਸ਼ਨ ਨਾ ਹੋਵੇ, ਇਕੁਆਲਿਟੀ ਹੋਣੀ ਚਾਹੀਦੀ ਆ, ਇਹ ਗੱਲ ਚਾਹੁੰਦੀ ਆ। ਸੋ ਜਿੱਥੇ ਤੱਕ ਮੈਂ ਵੇਖਿਆ ਇਹ ਰਾਈਟ ਵਿੰਗ ਦੇ ਵਿੱਚ ਹੀ ਚੀਜ਼ਾਂ ਪ੍ਰਮੋਟ ਹੋ ਰਹੀਆਂ ਤੇ ਲੈਫਟ ਵਿੰਗ ਦੇ ਵਿੱਚ ਸ਼ਰੇਆਮ ਡਿਸਕ੍ਰਿਮੀਨੇਸ਼ਨ ਪ੍ਰਮੋਟ ਹੋ ਰਹੀ ਆ। ਬਾਕੀ ਦੀਆਂ ਗੱਲਾਂ ਅਫੋਰਡੇਬਿਲਟੀ ਤੇ ਪੀਸੀ ਪਾਰਟੀ ਕੰਪੈਟਿਵ ਟੈਕਸ ਮੈਜਰਸ ਤੇ ਇਨਕਮ ਟੈਕਸ ਨੂੰ ਘਟਾਉਣਾ ਚਾਹੁੰਦੀ ਆ ਤੇ ਜਿਹੜੀ ਟੈਕਸ ਸੇਵਿੰਗਸ ਆਮ ਬੰਦੇ ਲਈ 1 ਫੁੱਲ ਪੇ ਚੈੱਕ ਪਰ ਈਅਰ ਦੀ ਟੈਕਸ ਸੇਵਿੰਗਸ ਬਚਤ ਕਰਾਉਣੀ ਚਾਹੁੰਦੀ ਆ ਤੇ ਬਈ ਜਿਹੜੇ ਲੋਕਾਂ ਦੇ ਪੈਸੇ ਆ ਉਹ ਆਪ ਚੂਜ਼ ਕਰਕੇ ਖਰਚ ਸਕਣ, ਵੀ ਜਿਹੜੀ ਚੀਜ਼ ਉਹਨਾਂ ਨੂੰ ਚੰਗੀ ਲੱਗਦੀ ਆ, ਜਿੱਥੇ ਉਹ ਆਪਦੇ ਪ੍ਰਾਇਓਰਟਾਈਜ਼ ਕਰਦੇ ਆ ਉੱਥੇ ਖਰਚ ਸਕਣ, ਵੀ ਕੋਈ ਗਵਰਨਮੈਂਟ ਦਾ ਬਿਊਰੋਕਰੈਟ ਦੇ ਕੰਟਰੋਲ ਥੱਲੇ ਪੈਸੇ ਨਾ ਹੋਣ, ਵੀ ਅੱਡ ਅੱਡ ਬੰਦੇ ਦੀ ਪਰਸਨਲ ਏਜੰਸੀ ਨਾਲ ਉਹ ਆਪਦੇ ਪੈਸੇ 'ਤੇ ਕੰਟਰੋਲ ਰੱਖਣ। ਦੂਜੀ ਗੱਲ ਹੈਲਥ ਕੇਅਰ ਦੀ ਆ। ਇਹ ਹੈਲਥ ਕੇਅਰ ਸਿਰਫ ਮੈਨੀਟੋਬਾ ਦੀ ਇਸ਼ੂ ਹੈ ਨਹੀਂ, ਇਹ ਕੈਨੇਡਾ ਵਾਈਡ ਇਸ਼ੂ ਆ। ਤੇ ਜੇ ਵੇਖਿਆ ਜਾਵੇ ਸਮਝ ਲਓ BC ਦੇ ਵਿੱਚ NDP ਗਵਰਨਮੈਂਟ ਆ ਤੇ ਉੱਥੇ ਬਹੁਤ ਚਿਰ ਦੀ NDP ਗਵਰਨਮੈਂਟ ਰਹੀ ਆ ਤੇ ਉੱਥੇ ਹੈਲਥ ਕੇਅਰ ਕੋਈ ਡਿਫਰੈਂਸ ਹੈਗੀ ਆ ਨਾ ਮੱਚ। ਤੇ ਜਦੋਂ ਗ੍ਰੈਗ ਸੈਲੰਜਰ ਦੀ ਗਵਰਨਮੈਂਟ ਹੁੰਦੀ ਸੀਗੀ ਅੱਗੇ, ਉਦੋਂ ਸਭ ਤੋਂ ਕੈਨੇਡਾ ਦੇ ਵਿੱਚ ਮੈਨੀਟੋਬਾ ਦੀ ਜਿਹੜੀ ਐਮਰਜੈਂਸੀ ਰੂਮ ਵੇਟ ਟਾਈਮ ਸੀ ਸਭ ਤੋਂ ਲੰਬਾ ਮੈਨੀਟੋਬਾ ਦਾ ਹੁੰਦਾ ਸੀ ਉਸ ਟਾਈਮ NDP ਗਵਰਨਮੈਂਟ ਦੇ ਥੱਲੇ। ਤੇ ਜੇ ਸਾਡੀ ਕਮਿਊਨਿਟੀ ਸੇਂਟ ਬੋਨੀਫੇਸ ਵੱਲ ਵੇਖਿਆ ਜਾਵੇ ਤਾਂ ਜਿਹੜੇ PC ਪਾਰਟੀ ਆ ਉਹ ਐਮਰਜੈਂਸੀ ਰੂਮ ਟ੍ਰਿਪਲ ਇਨ ਸਾਈਜ਼ ਕਰਦੇ ਆ ਤੇ ਕਾਰਡੀਅਕ ਟ੍ਰੀਟਮੈਂਟ ਦਾ ਸੈਂਟਰ ਆ ਸੇਂਟ ਬੋਨੀਫੇਸ ਤੇ ਉਹ ਵੀ ਕੰਜ਼ਰਵੇਟਿਵ ਗਵਰਨਮੈਂਟ ਦੇ ਥੱਲੇ ਹੀ ਬਣਿਆ। ਤੇ ਇਸ ਸਾਲ ਦੀ ਜਿਹੜੀ ਡਾਕਟਰਸ ਦੀ ਕਲਾਸ ਆ, ਗ੍ਰੈਜੂਏਟਿੰਗ ਕਲਾਸ ਸਭ ਤੋਂ ਵੱਡੀ ਆ ਮੈਨੀਟੋਬਾ ਦੀ ਹਿਸਟਰੀ ਦੇ ਵਿੱਚ। ਤੇ ਨਰਸਿਸ ਤੇ ਡਾਕਟਰਸ ਦੀ ਟ੍ਰੇਨਿੰਗ ਇੱਥੇ ਕੰਜ਼ਰਵੇਟਿਵ ਪਾਰਟੀ ਨੇ ਵਧਾਈ ਆ ਤੇ ਹੋਰ ਵਧਾਉਣਾ ਚਾਹੁੰਦੇ ਆ ਵੀ ਆਪਣੇ ਜਿਹੜੇ ਕਮਿਊਨਿਟੀ ਮੈਂਬਰ ਆ ਉਹ ਟ੍ਰੇਨ ਹੋ ਕੇ ਇਹ ਰਿਵਾਰਡ ਇਨਕਰੀਜ਼ ਦੇ ਵਿੱਚ ਤੇ ਆਪਣੀ ਕਮਿਊਨਿਟੀ ਦੀ ਹੈਲਪ ਕਰ ਸਕਣ। ਦੂਜੀ ਗੱਲ ਹੈਗੀ ਆ ਕ੍ਰਾਈਮ। ਸਮਝ ਲਓ ਵੀ ਯੂਨੀਵਰਸਿਟੀ ਆਫ ਵਿਨੀਪੈਗ ਦਾ ਡੇ ਕੇਅਰ ਹੈਗਾ ਜਾਂ ਹੋਰ ਵੀ ਡੇ ਕੇਅਰ ਜਾਂ ਕਮਿਊਨਿਟੀ ਸੈਂਟਰ ਜਾਂ ਸਕੂਲ ਪ੍ਰੋਗਰਾਮ ਹੈਗੇ ਆ, ਹੁਣ ਉਹਨਾਂ ਨੂੰ ਸਿਕਿਉਰਿਟੀ ਐਸਕੋਰਟ ਕਰਾਉਣੀ ਪੈਂਦੀ ਆ ਪਾਰਕ ਜਾਣ ਲਈ। ਖੁਦ ਸਾਡੀ ਯੂਨੀਵਰਸਿਟੀ ਦੇ ਵਿੱਚ ਵੀ ਕਿਰਪਾਨ ਵਾਲਾ ਅਟੈਕ ਹੋਇਆ ਸੀਗਾ ਸਟੂਡੈਂਟ ਰੈਜ਼ੀਡੈਂਸ ਦੇ ਮੂਹਰੇ ਤੇ ਡੇ ਕੇਅਰ ਵਾਲਿਆਂ 'ਤੇ ਵੀ ਇੱਕ ਵਾਰੀ ਅਟੈਕ ਤੇ ਬੈਲੀਜਰੈਂਟ ਬੰਦਾ ਉੱਥੇ ਆਇਆ ਸੀ ਤੇ ਇਹ ਬਹੁਤ ਹੁੰਦੇ ਆ ਸਿਚੁਏਸ਼ਨਸ ਬਹੁਤ ਹੁੰਦੀਆਂ। ਆਪਣੀ ਪਾਰਟੀ ਹੀ ਆ ਜਿਹੜੀ ਫੈਡਰਲ ਗਵਰਨਮੈਂਟ ਨੂੰ ਫੈਡਰਲ ਗਵਰਨਮੈਂਟ 'ਤੇ ਕਾਲ ਕਰ ਰਹੀ ਆ ਵੀ ਬੇਲ ਰਿਫੋਰਮ ਹੋਣੀ ਚਾਹੀਦੀ ਆ ਤੇ ਬੇਰ ਸਪਰੇ ਜਿਹੜੀ ਹੁੰਦੀ ਆ ਉਹ ਵੈਪਨ ਕੰਸੀਡਰ ਕਰਨੀ ਚਾਹੀਦੀ ਆ ਤੇ ਜਿਹੜੇ ਰੀਅਫੈਂਡ ਕਰਦੇ ਆ ਉਹ ਰਿਵਾਲਵਿੰਗ ਡੋਰ ਵਾਂਗੂ ਜਿਹੜੇ ਹਿਸਾਬ ਨਾਲ ਫੈਡਰਲ ਗਵਰਨਮੈਂਟ ਕਰਾਈ ਜਾਂਦੀ ਆ ਵੀ ਜਿਹੜਾ ਬੰਦਾ ਰੀਅਫੈਂਡ ਕਰਦਾ ਉਹਨੂੰ ਸਟਰੀਟ 'ਤੇ ਫਿਰ ਛੱਡ ਦੇਣਾ, ਉਹ ਰੋਕਣਾ ਚਾਹੁੰਦੀ ਆ ਕੰਜ਼ਰਵੇਟਿਵ ਗਵਰਨਮੈਂਟ। ਯਾ ਇਹੀ ਸੀਗੇ। ਥੈਂਕ ਯੂ। ਅਸੀਂ ਮੋਸਟਲੀ ਇੱਥੇ ਨਾਰਥ ਵੈਸਟ ਵਿਨੀਪੈਗ 'ਚ ਰਹਿੰਦੇ ਹਾਂ। ਜਿੰਨੇ ਵੀ ਅਸੀਂ ਕੈਂਡੀਡੇਟ ਹੈਗੇ ਹਾਂ, ਅਸੀਂ ਉਮੀਦਵਾਰ ਹੈਗੇ ਹਾਂ ਨਾਰਥ ਵਿਨੀਪੈਗ ਵਾਲੇ ਪਾਸੇ। ਤੇ ਆਪਾਂ 7 ਓਕਸ ਹਸਪੀਟਲ ਦੀ ਗੱਲ ਕਰੀਏ, ਮੈਂ ਪਰਸਨਲ ਸਟੋਰੀ ਤੁਹਾਨੂੰ ਦੱਸਦਾ। ਮੇਰੇ ਨਾਨਾ ਜੀ ਨੂੰ ਹਾਰਟ ਅਟੈਕ ਹੋਇਆ ਸੀਗਾ ਲਾਸਟ ਈਅਰ ਤੇ ਉਦੋਂ ਸਾਨੂੰ ਇੰਨਾ ਡਰ ਲੱਗਿਆ ਸੀਗਾ ਕਿ ਜੇ ਉੱਥੇ HSC ਲਿਜਾਣਾ ਪਿਆ 7-8 ਘੰਟੇ ਦੀ ਵੇਟ ਆ, ਕੀ ਪਤਾ ਕਿੰਨਾ ਕੁ ਟਾਈਮ ਲੱਗੂ ਉੱਥੇ। ਉਹਦੀ ਬਜਾਏ ਆਪਾਂ ਸੈਲਕਰਕ ਗਏ ਰੇਸ ਮਾਰਕੀਟ ਓਵਰ ਸਪੀਡ। ਕਿਉਂਕਿ ਸਾਨੂੰ ਐਂ ਲੱਗਦਾ ਸੀ ਕਿ 7 ਓਕਸ ਹਸਪੀਟਲ 'ਚ ਸਾਨੂੰ ਉੱਥੇ ਸਰਵਿਸ ਨਹੀਂ ਮਿਲਣੀ। ਮੈਂ ਕਿਹਾ ਸੀਗਾ ਬਈ ਮੈਂ ਇੱਥੋਂ ਦਾ ਜੰਮਿਆ ਪਲਿਆ। ਜਦੋਂ ਅਸੀਂ ਛੋਟੇ ਸੀਗੇ ਕਮਿਊਨਿਟੀ ਬਹੁਤ ਹੀ ਛੋਟੀ ਸੀਗੀ। ਜਦੋਂ ਸਾਡੇ ਤਾਏ ਜੀ ਆਏ ਸੀਗੇ 1971 ਉਦੋਂ ਤਾਂ ਕੁਛ ਵੀ ਨਹੀਂ ਸੀਗੇ, 20 ਪਰਿਵਾਰ ਸੀਗੇ ਇੱਥੇ। ਹੁਣ ਤੁਸੀਂ ਦੇਖ ਲਓ ਕਿੰਨੀ ਖੁਸ਼ੀ ਦੀ ਗੱਲ ਆ, ਕਿੱਡੀ ਵੱਡੀ ਕਮਿਊਨਿਟੀ ਸਾਡੀ ਹੋ ਗਈ। ਪਰ ਅਫਸੋਸ ਦੀ ਗੱਲ ਇਹ ਆ ਕਿ ਪਿਛਲੇ 7 ਸਾਲ ਇਸ ਪਾਸੇ ਜਮਾਂ ਕੋਈ ਇਨਵੈਸਟਮੈਂਟ ਨਹੀਂ ਹੋਈ। ਇੰਸਟੈਡ ਜਿੱਥੇ ਸਾਡਾ ਇਕੱਲਾ ਤੇ ਇਕੱਲਾ ਹਸਪੀਟਲ ਇੱਧਰਲੇ ਪਾਸੇ ਉਹਦੀ ਐਮਰਜੈਂਸੀ ਰੂਮ ਬੰਦ ਕੀਤਾ ਗਿਆ। ਨਵੇਂ ਡਿਵੈਲਪਮੈਂਟਸ ਹੋ ਰਹੇ ਨੇ, ਹੋਰ ਵੀ ਲੋਕ ਆ ਰਹੇ ਨੇ
ਕਿ ਜੇ ਅੱਜ ਹੈਲਥ ਕੇਅਰ ਨਹੀਂ ਅਸੀਂ ਪ੍ਰੋਵਾਈਡ ਨਹੀਂ ਕਰ ਸਕਦੇ ਤੇ ਕੱਲ੍ਹ ਨੂੰ ਕੀ ਕਰ ਸਕਦੇ ਹਾਂ ਲੋਕਾਂ ਲਈ। ਸਾਡੀ ਸੜਕਾਂ ਦੀ ਵੀ ਤੁਸੀਂ ਦੇਖ ਲਓ ਕੀ ਹਾਲ, 7 ਸਾਲ ਅੰਡਰ ਫੰਡਿੰਗ ਸਿਟੀ ਨੂੰ ਗਈ। ਜਿੱਥੇ ਇਨਵੈਸਟਮੈਂਟਸ ਹੋਣੇ ਚਾਹੀਦੇ ਸੀਗੇ ਸੜਕਾਂ ਤੇ, ਉਹ ਹੋਈਆਂ ਨਹੀਂ। ਹੁਣ ਤੁਸੀਂ ਸਾਰੇ ਸਿਆਣੇ ਹੋ, ਤੁਸੀਂ ਕੰਮਾਕਾਰ ਵਾਲੇ ਬੰਦੇ ਹੋ, ਤੁਸੀਂ ਮੈਨੂੰ ਹੁਣ ਮੈਂ ਕਈ ਵਾਰ ਆਪਣੇ ਡੈਡੀ ਤੋਂ ਵੀ ਸੁਣਦੇ ਹੁੰਦੇ ਆ ਵੀ ਪੰਜਾਬ ਦੀ ਕੀ ਪੋਲਿਟਿਕਸ ਸੁਣਦੇ ਰਹਿੰਦੇ ਆ, ਕਿਸੇ ਦੀ ਕੋਈ ਸਰਕਾਰ ਆ ਗਈ, ਕਿਸੇ ਦੀ ਕੋਈ ਆ ਗਈ, ਕਿਸ ਨੇ ਉਹ ਵਾਅਦਾ ਕਰ ਦਿਆ। ਜੇ ਕੋਈ ਸਰਕਾਰ ਇੰਨਾ ਚਿਰ ਪਾਵਰ 'ਚ ਰਹਿ ਕੇ ਤੁਹਾਨੂੰ ਕੁਛ ਦਿੱਤਾ ਹੀ ਨਹੀਂ, ਅੱਜ ਤੁਹਾਨੂੰ ਵਾਅਦਾ ਕਰਦੇ ਤੁਹਾਨੂੰ ਬਹੁਤ ਕੁਝ ਦੇਵਾਂਗੇ ਜਿਹੜਾ ਅੱਗੇ ਨਹੀਂ ਦਿੱਤਾ, ਤੁਸੀਂ ਕੀ ਵਿਸ਼ਵਾਸ ਕਰੋਗੇ? ਰਾਈਟ? ਤੁਸੀਂ ਦੇਖ ਲਿਆ ਕੀ ਕਰ ਸਕਦੇ ਆ, ਜੇ ਕੀਤਾ ਹੀ ਨਹੀਂਗਾ ਤੇ ਕੱਲ੍ਹ ਨੂੰ ਦੀ ਤੁਸੀਂ ਕੋਈ ਉਮੀਦ ਨਹੀਂ ਰੱਖ ਸਕਦੇ। ਇਸ ਕਰਕੇ ਮੈਂ ਜ਼ਿਆਦਾ ਗੱਲਾਂ ਨਹੀਂ ਰਿਪੀਟ ਕਰਦਾ, ਪਰ ਇਟਸ ਟਾਈਮ ਫॉर ਚੇਂਜ, ਇਟਸ ਟਾਈਮ ਫॉर ਇਨਵੈਸਟਮੈਂਟ। ਤੇ ਇਕੱਲੀ ਐਨਡੀਪੀ ਪਾਰਟੀ ਇਸ ਨੂੰ ਦੇਖ ਰਹੀ ਆ। ਤੇ ਮੈਂ ਕਹਿ ਸਕਦਾ ਜਦੋਂ ਪਹਿਲੇ ਪ੍ਰੀਮੀਅਰ ਹੁੰਦੇ ਸੀਗੇ ਤੇ ਉਦੋਂ ਮੈਂ ਛੋਟਾ ਸੀਗਾ। ਇੱਕ ਗੱਲ ਮੈਨੂੰ ਜ਼ਰੂਰ ਯਾਦ ਆ ਕਿ ਜਦੋਂ ਪ੍ਰੀਮੀਅਰਸ ਅਸੀਂ ਨਗਰ ਕੀਰਤਨ ਜੋ ਚਲਾਉਂਦੇ ਆ ਇੱਥੇ ਸਿਟੀ 'ਚ, ਮੈਂ ਉਹਦੇ 'ਚ ਖੁਦ ਪ੍ਰਬੰਧਕ ਰਿਹਾ। ਨਗਰ ਕੀਰਤਨ 3 ਪ੍ਰੋਗਰਾਮ ਹੈਗੇ ਆ ਆਪਣੇ ਸ਼ਹਿਰ 'ਚ ਜਿਹੜੇ ਸਭ ਤੋਂ ਵੱਡੇ ਗਿਣੇ ਜਾਂਦੇ ਆ। ਪਿਛਲੇ 7 ਸਾਲ ਨਾ ਬ੍ਰਾਇਨ ਫੈਲਿਸਟਰ ਤੇ ਨਾ ਹੈਦਰ ਸਟੈਵਨਸਨ ਆਈ, 7 ਸਾਲ ਪ੍ਰੀਮੀਅਰ ਰਹੇ ਆ। 7ਵੇਂ ਸਾਲ ਹੁਣ ਆਈ ਆ ਇਲੈਕਸ਼ਨ ਵੇਲੇ। ਤੇ ਮੈਨੂੰ ਮਾਣ ਇਸ ਗੱਲ ਦੀ ਆ, ਜਦੋਂ ਦਾ ਸਾਡਾ ਲੀਡਰ ਵਾਬਕ ਨੂੰ MLA ਬਣਿਆ ਨਾ, ਐਵਰੀ ਈਅਰ ਨਗਰ ਕੀਰਤਨ ਜਾਂਦਾ ਤੇ ਇਕੱਲੇ ਸਪੀਚਾਂ ਵੇਲੇ ਨਹੀਂ ਪਹੁੰਚਦਾ ਜਿਵੇਂ ਅੱਗੇ ਪੋਲੀਟੀਸ਼ੀਅਨ ਕਰਦੇ ਹੁੰਦੇ ਆ। ਸਾਡੇ ਨਗਰ ਪ੍ਰਕਰਮਾਂ ਦੇ ਵਿੱਚ ਵੀ ਹਾਜ਼ਰ ਹੁੰਦੇ ਨੇ, ਉਹ ਸਾਡੀ ਕਮਿਊਨਿਟੀ ਨਾਲ ਤੁਰਦੇ ਨੇ। ਇੱਥੋਂ ਪਤਾ ਲੱਗਦਾ ਤੁਹਾਡੇ ਨਾਲ ਕੌਣ ਖੜਦਾ ਤੇ ਕੌਣ ਤੁਹਾਡੀਆਂ ਵੋਟਾਂ ਲਈ ਖੜਦਾ। ਸੋ ਇਸ ਚੀਜ਼ਾਂ ਨੂੰ ਪਲੀਜ਼ ਆਪਣੇ ਮਨ 'ਚ ਰੱਖੋ। ਰਾਈਟ? ਅਸੀਂ ਵੀ ਗੋਰੇ ਲੋਕਾਂ ਤੋਂ ਸੁਣਦੇ ਹਾਂ, ਸਾਡੀ ਵੀ ਵੌਇਸ ਹੋਣੀ ਚਾਹੀਦੀ ਹੈ ਕਮਿਊਨਿਟੀ ਦੇ ਵਿੱਚ। ਤੇ ਤੁਸੀਂ ਉਸ ਪਾਰਟੀ ਨੂੰ ਦੇਖੋ ਜਿਨ੍ਹਾਂ ਨੇ ਅੱਗੇ ਵੀ ਦਿੱਤੀ ਆ ਤੇ ਹੁਣ ਗਾਂਹ ਵੀ ਦੇਣਗੇ। ਬਾਕੀ ਗੱਲਾਂ ਇਹਨਾਂ ਨੇ ਜੋ ਕਰਨੀਆਂ ਵੀ ਅਸੀਂ ਐਂ ਕਰਾਂਗੇ ਉਹ ਕਰਾਂਗੇ, ਤੁਹਾਡੇ ਸਾਹਮਣੇ ਹੀ ਆ। ਤੁਸੀਂ ਸਾਰੇ ਸਿਆਣੇ ਹੋ, ਤੁਸੀਂ ਆਪੇ ਵੀ ਦੇਖ ਸਕਦੇ ਹੋ। ਸਾਨੂੰ ਹੋਰ ਕੋਈ ਗੱਲ ਕਰਨ ਦੀ ਲੋੜ ਨਹੀਂ ਗੀ। ਯੂ ਆਰ ਸਮਾਰਟ, ਮੇਕ ਅ ਸਮਾਰਟ ਡਿਸੀਜਨ। ਥੈਂਕ ਯੂ। ਜਿਹਨਾਂ ਨੂੰ ਲੱਗਦਾ ਕਿ ਉਹ ਆਪਣਾ ਕੰਮਕਾਰ ਕਰ ਸਕਦੇ ਨੇ, ਜੇ ਉਹ MLA ਬਣਦੇ ਨੇ ਜਾਂ ਉਹਨਾਂ ਦੇ ਜੋ ਸਰਕਾਰ ਹੈ ਬਣਦੀ ਹੈ, ਤੇ ਇਹਦਾ ਮੋਟਿਵ ਜੋ ਸਾਡਾ ਇਹੀ ਹੈ ਜੀ ਕਿ ਕੁਛ ਕੁ ਮੁੱਦੇ ਮੈਂ ਸਾਰਿਆਂ ਦੇ ਵਿਚਾਰ ਸੁਣੇ, ਤੁਸੀਂ ਵੀ ਸਾਰਿਆਂ ਨੇ ਸੁਣੇ। ਕੁਛ ਕੁ ਮੁੱਦੇ ਬਿਲਕੁਲ ਅਜਿਹੇ ਆਏ ਨੇ ਜਿੱਥੇ ਹਰੇਕ ਕੈਂਡੀਡੇਟ ਨੂੰ ਲੱਗਦਾ ਕਿ ਇਹ ਮੁੱਦਾ ਹੈ, ਹੈਲਥ ਕੇਅਰ ਦਾ ਮੁੱਦਾ ਹੈ, ਐਜੂਕੇਸ਼ਨ ਦਾ ਮੁੱਦਾ ਹੈ। ਸੋ ਅੱਜ ਦੀ ਜੋ ਸਾਡੀ ਮਿਲਣੀ ਦੀ ਕੋਸ਼ਿਸ਼ ਵੀ ਇਹ ਸੀ ਕਿ ਕੁਝ ਸਾਂਝੇ ਮੁੱਦੇ ਤੁਸੀਂ ਵੀ ਸਾਨੂੰ ਸਰਵੇਖਣ ਦੇ ਵਿੱਚ ਦਿੱਤੇ, ਮੈਂ ਇਹਦੇ ਵਿੱਚ ਵੀ ਸਰਸਰੀ ਨਜ਼ਰ ਮਾਰੀ ਹੈ ਜੀ, ਮਿਲਦੇ ਜੁਲਦੇ ਮੁੱਦੇ ਨੇ। ਸੋ ਇਸ ਜੋ ਅਸੀਂ ਸਰਵੇਖਣ ਕਰਵਾਇਆ ਜੀ ਉਹ ਇਹ ਕੈਰੀ ਵੀ ਕਰਾਂਗੇ, ਇਹ ਮੁੱਦੇ ਇਹਨਾਂ ਤੱਕ ਆਪਾਂ ਲੈ ਕੇ ਵੀ ਜਾਵਾਂਗੇ ਤਾਂ ਕਿ ਕੁਝ ਨਾ ਕੁਝ ਕਾਮਨ ਨਿਕਲੇ। ਤੁਸੀਂ ਸਾਰੇ ਕੈਂਡੀਡੇਟ ਸੀ ਆਪਣੀਆਂ ਆਪਣੀਆਂ ਪਾਰਟੀਆਂ ਦੇ ਨਾਲ ਜੁੜੇ ਹੋ, ਹਰੇਕ ਪਾਰਟੀ ਦਾ ਆਪਣਾ ਇੱਕ ਸੰਵਿਧਾਨ ਹੈ, ਡਿਸਪਲਿਨ ਹੈ, ਉਸ ਦਾਇਰੇ ਦੇ ਵਿੱਚ ਰਹਿ ਕੇ ਹੀ ਤੁਹਾਨੂੰ ਜੋ ਗੱਲਬਾਤ ਕਰਨੀ ਪੈਣੀ ਹੈ। ਤੁਹਾਡੀ ਜੋ ਵਿਚਾਰਾਂ ਦੀ ਜੰਗ ਹੈ ਉਹ ਬਿਲਕੁਲ ਹੋਣੀ ਚਾਹੀਦੀ ਹੈ, ਵਿਸਾਰੂ ਤਰੀਕੇ ਦੇ ਨਾਲ ਹੋਣੀ ਚਾਹੀਦੀ ਹੈ। ਤੇ ਜਿਹੜੀ ਸਾਡਾ ਭਾਈਚਾਰਾ, ਤੁਸੀਂ ਵੀ ਵੱਖ-ਵੱਖ ਪਾਰਟੀਆਂ ਦੀ ਆਈਡੀਓਲੋਜੀਜ਼ ਦੇ ਨਾਲ ਜੁੜੇ ਹੋਵੋਗੇ। ਸਾਡੇ ਭਾਈਚਾਰੇ ਵਿੱਚੋਂ ਤੁਸੀਂ ਵੀ ਕੋਈ PC ਪਾਰਟੀ ਨਾਲ, ਕੋਈ NDP ਨਾਲ, ਕੋਈ ਲਿਬਰਲ ਜਾਂ ਗ੍ਰੀਨ ਜਾਂ ਹੋਰ ਪਾਰਟੀਆਂ ਦੇ ਨਾਲ ਬਿਲਕੁਲ ਜੁੜੇ ਹੋਵਾਂਗੇ। ਇਹ ਵੀ ਹੋ ਸਕਦਾ ਜੀ ਸਾਨੂੰ ਇੱਕ ਜੋ ਗੱਲ ਹੈ ਇੱਕ ਪਾਰਟੀ ਦੀ ਚੰਗੀ ਲੱਗ ਰਹੀ ਹੋਵੇ, ਦੂਜੀ ਪਾਰਟੀ ਦੀ ਚੰਗੀ ਲੱਗ, ਤੇ ਇਹ ਸੁਭਾਵਿਕ ਹੈ। ਜ਼ਰੂਰੀ ਨਹੀਂ ਹੁੰਦਾ ਕਿ ਹਰ ਪਾਰਟੀ ਵੱਲੋਂ ਹੀ ਸਾਰਾ ਕੁਝ ਵਧੀਆ ਹੋਵੇ। ਸੋ ਇੱਕ ਰਾਈਟ ਮੈਚ ਜਾਂ ਫਿੱਟ ਲੱਭਣ ਦੀ ਕੋਸ਼ਿਸ਼ ਕਰ ਰਹੇ ਹਾਂ, ਪਾਰਟੀਆਂ ਤੋਂ ਉੱਤੇ ਉੱਠ ਕੇ ਸਾਡੇ ਸਾਂਝੇ ਮੁੱਦਿਆਂ ਦੀ, ਕਲੈਕਟਿਵਲੀ ਸਾਡੇ ਇੰਡੋ ਕੈਨੇਡੀਅਨ ਕਮਿਊਨਿਟੀ ਦੀ। ਤੁਸੀਂ ਉਹਦੇ ਵਿੱਚ ਆਪਣੇ ਵਿਚਾਰ ਰੱਖੇ ਜੀ। ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਹਾਡੇ ਸਾਡੇ ਵਿਨੀਪੈਗ ਦੇ ਵਾਸੀ ਸਭ ਤੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਆਖਦਾ। ਮੇਰਾ ਨਾਮ ਮਨਦੀਪ ਬਰਾੜ, ਮੈਂ ਰੇਡੀਓ ਧਮਾਲ ਤੋਂ। ਔਰ ਇਹ ਸਵਾਲ ਮੇਰਾ ਨਹੀਂ, ਸਾਡੇ ਕਿਸੇ ਰੇਡੀਓ ਲਿਸਨਰ ਦਾ, ਔਰ ਉਹਨਾਂ ਨੇ ਮੈਨੂੰ ਮੈਸੇਜ ਦੇ ਰੂਪ ਦੇ ਵਿੱਚ ਭੇਜਿਆ ਸੀਗਾ। ਔਰ ਇਹ ਤੁਹਾਨੂੰ ਸਾਰਿਆਂ ਨੂੰ ਪੁੱਛਣਾ ਚਾਹਾਂਗਾ, ਜੇਕਰ ਤੁਸੀਂ ਇਲੈਕਟ ਹੁੰਦੇ ਹੋ ਤੇ ਇੱਕ ਤੇ ਕੋਸ਼ਿਸ਼ ਸ਼ਬਦ ਦੀ ਬਜਾਏ ਜੇ ਥੋੜੇ ਜਿਹੇ ਵਾਅਦੇ ਵਾਲੇ ਸ਼ਬਦ ਵਰਤੋਗੇ ਤਾਂ ਤੁਹਾਡਾ ਧੰਨਵਾਦ ਹੋਊਗਾ। ਔਰ ਉਹਨਾਂ ਦਾ ਕੁਐਸਚਨ ਇਹ ਸੀਗਾ ਕਿ ਸਾਡੇ ਨਾਰਥ ਵਾਲੇ ਏਰੀਏ ਦੇ ਵਿੱਚ ਕੋਈ ਵੀ ਐਥਲੈਟਿਕ ਟਰੈਕ ਨਹੀਂ ਹੈਗਾ। ਸੋ ਜਿਹੜਾ ਆਹ ਆਪਣੇ ਪਿਛਲੇ ਪਾਸੇ ਆ, ਇਹਦੇ ਉੱਤੇ ਕਹਿੰਦੇ ਉਹ ਜਿਹੜੇ ਮੈਚ ਦੇ ਵਿਸ਼ੇ ਹੁੰਦੇ ਆ ਉਹ ਨਹੀਂ ਹੈਗੇ, ਕਿ ਜਿਹੜਾ ਪ੍ਰੋਫੈਸ਼ਨਲ ਐਥਲੈਟਿਕ ਟਰੈਕ ਹੁੰਦਾਗਾ ਉਹਦੀ ਕਹਿੰਦੇ ਬਹੁਤ ਜ਼ਰੂਰਤ ਹੈਗੀ ਆ। ਸੋ ਇਹ ਸਾਡੇ ਕਿਸੇ ਸਰੋਤੇ ਦਾ ਰੇਡੀਓ ਧਮਾਲ ਤੋਂ ਸਵਾਲ ਸੀ। ਕਿਹਦੇ ਲਈ ਪੁੱਛਣਾ, ਤੁਸੀਂ ਕਿਹਨੂੰ ਕਿਤੇ ਐਡਰੈਸ ਪੁੱਛਣਾ ਕਿਹਨੂੰ ਹੈ ਜੀ? ਕਿਸ ਕੋਈ ਵੀ ਜੋ ਵੀ ਲੈ ਕੇ ਹੁੰਦਾ ਉਹ ਉਹਨਾਂ ਦੇ ਵੱਲੋਂ ਕੀ ਓਪਨ ਹੈ ਜੀ। ਉਹ ਕੋਈ ਵੀ ਦੇਣਾ ਚਾਹੁੰਦਾ ਮੈਨੂੰ ਦੱਸ ਦਿਓ ਜੀ, ਮੈਂ ਮਾਈਕ ਪਾਸ ਔਨ ਕਰ ਦਊਂਗਾ ਜੀ।
ਹਾਂਜੀ, ਸਤਿ ਸ੍ਰੀ ਅਕਾਲ ਜੀ। ਬਹੁਤ ਵਧੀਆ ਕੁਐਸਚਨ ਆ ਜੀ। ਪਹਿਲਾਂ ਮੈਂ ਦੱਸ ਵੀ ਹਟਿਆਂਗਾ, ਇਹ ਜਿਹੜਾ ਕੁਐਸਚਨ ਆ ਬਹੁਤ ਇੰਪੋਰਟੈਂਟ ਕੁਐਸਚਨ ਆ। ਇਹ ਆਪਣੇ ਯੰਗ ਕਿਡਸ ਨੂੰ ਟੀਵੀ ਸਕਰੀਨ ਤੋਂ ਦੂਰ ਰੱਖਣ ਲਈ, ਪਲੱਸ ਉਹਨਾਂ ਨੂੰ ਫੋਨ ਤੋਂ ਦੂਰ ਰੱਖਣ ਲਈ, ਉਹਨਾਂ ਨੂੰ ਐਕਟਿਵ ਰੱਖਣ ਲਈ, ਉਹਨਾਂ ਦੀ ਸਿਹਤ ਲਈ ਇਹ ਬਹੁਤ ਵਧੀਆ ਕੁਐਸਚਨ ਆ। ਜਿੱਦਾਂ ਕਿ ਕਿਹਾ ਹੈਗਾ, ਇਹ ਮੇਰਾ ਵਾਅਦਾ ਹੈਗਾ। ਤੁਸੀਂ ਵਾਅਦਾ ਚਾਹੁੰਦੇ ਸੀ ਨਾ, ਇਹ ਵਾਅਦਾ ਹੈਗਾ ਵੀ ਜੇ ਇੱਧਰਲੇ ਏਰੀਏ ਦੇ ਵਿੱਚ, ਮੇਪਲ ਦੇ ਵਿੱਚ ਸਪੋਰਟਸ ਟਰੈਕਸ ਬਣਨਗੇ। ਜਿਵੇਂ ਪਹਿਲਾਂ ਕਿ ਅਸੀਂ ਟੈਨਿਸ ਕੋਰਟ ਹੋ ਗਿਆ, ਬਾਸਕਟਬਾਲ ਕੋਰਟ ਹੋ ਗਏ, ਵਧੀਆ ਬੈਡਮਿੰਟਨ ਕੋਰਟ ਹੋਵੇ, ਅਤੇ ਉਹ ਜਿਹੜਾ ਸਾਕਰ ਫੀਲਡ ਹੋਵੇ। ਇਹਨਾਂ ਲਈ ਵੈਸੇ ਮਨਦੀਪ 7 ਓਕ ਸਕੂਲਸ ਬੰਨਿਓ ਫੰਡਿੰਗ ਆਲਰੇਡੀ ਸੈਟ ਅਸਾਈਡ ਆ। ਸਿਰਫ ਇਹ ਪ੍ਰੋਵਿੰਸ਼ਲ ਗੌਰਮੈਂਟ ਅਤੇ ਸਿਟੀ ਆਫ ਵਿਨੀਪੈਗ ਦੀ ਵੇਟ ਕਰਦੇ ਆ। ਜੇ NDP ਦੀ ਗੌਰਮੈਂਟ ਬਣਦੀ ਆ ਤਾਂ ਮੇਰਾ ਵਾਅਦਾ ਹੈਗਾ ਵੀ ਇਹ ਪੂਰੇ ਕੀਤੇ ਜਾਣਗੇ। ਥੈਂਕ ਯੂ ਸੋ ਮਚ। ਐਜੂਕੇਸ਼ਨ ਦੇ ਮਾਮਲੇ ਦੇ ਵਿੱਚ, ਤੇ ਖਾਸ ਕਰਕੇ ਜੇ ਗੱਲ ਕਰਾਂ ਮੈਂ ਆਪਣੇ ਏਰੀਏ ਦੀ, ਨਾਰਥ ਵੈਸਟ ਏਰੀਏ ਦੇ ਵਿੱਚ ਆਉਂਦਾ ਵਾ ਬਰੋਸ, ਮੇਪਲ, ਲਿਟਲ ਜਾਂ ਪੈਕਫਲ। ਇਹਦੇ ਵਿੱਚ ਜਿਹੜੇ 7 ਓਕ ਸਕੂਲ ਡਿਵੀਜ਼ਨ ਦੇ ਸਕੂਲ ਆ ਜਾਂ ਵਿਨੀਪੈਗ ਸਕੂਲ ਡਿਵੀਜ਼ਨ ਦੀ, ਉਹਨਾਂ ਦੀ ਫੰਡਿੰਗ ਦੀ ਤੁਸੀਂ ਗੱਲ ਕੀਤੀ ਸੀ। ਉਹ ਫੰਡਿੰਗ ਕਾਹਤੋਂ ਨਹੀਂ ਪ੍ਰੋਪਰ ਹੋ ਰਹੀ, ਤੇ ਉਹ ਫੰਡਿੰਗ ਫਿਊਚਰ 'ਚ ਕਿਵੇਂ? ਬੱਚੇ ਇਸ ਦੇਸ਼ ਦਾ ਨਹੀਂ, ਸਾਰੀ ਦੁਨੀਆ ਦਾ ਜਿਹੜਾ ਭਵਿੱਖ ਆ, ਬੱਚਿਆਂ ਨੇ ਵੱਡੇ ਹੋ ਕੇ, ਅੱਜ ਤੁਸੀਂ ਬੱਚੇ ਹੋਗੇ ਜਿਨ੍ਹਾਂ ਨੇ ਇੰਨੇ ਵੱਡੇ ਲੈਵਲ 'ਤੇ ਆਏ ਹੋ। ਜੇ ਬੱਚਿਆਂ ਨੂੰ ਐਜੂਕੇਸ਼ਨ, ਰੋਟੀ ਜਿਵੇਂ ਆਪਾਂ ਦਿੰਦੇ ਹਾਂ, ਐਜੂਕੇਸ਼ਨ ਦੀ ਸਹੀ ਫੀਡ ਕੀਤੀ ਜਾਊਗੀ ਤਾਂ ਉਹ ਕਿਵੇਂ ਗਾਂ ਆਉਣਗੇ। ਦੂਸਰਾ ਸਵਾਲ ਇਹ ਆ, ਪ੍ਰੋਗਰਾਮ ਕਾਹਤੋਂ ਨਹੀਂ ਜ਼ਿਆਦਾ ਤੋਂ ਜ਼ਿਆਦਾ ਲਿਆਉਂਦੇ ਰਹਿੰਦੇ ਜਿਹੜੇ ਆਫਟਰ ਸਕੂਲ ਹੋਣ। ਹਮੇਸ਼ਾ ਸਾਡੀ ਕਮਿਊਨਿਟੀਆਂ ਨੂੰ ਅੱਗੇ ਵੱਧ ਕੇ ਆਪ ਨੂੰ ਹੀ ਕਾਹਤੋਂ ਹੱਲਾਸ਼ੇਰੀ ਕਰਨੀ ਪੈ ਰਹੀ ਹੈ। ਸਾਨੂੰ ਇਸ ਕਾਹਤੋਂ ਸਪੋਰਟਸ 'ਤੇ ਪੈਸਾ ਖਰਚ ਕੇ ਆਪਦੇ ਟੂਰਨਾਮੈਂਟ ਕਰਵਾਉਣੇ ਪੈਂਦੇ ਨੇ। ਇਹਦੇ ਵਿੱਚ ਸਕੂਲ ਡਿਵੀਜ਼ਨ ਜਾਂ ਪ੍ਰੋਵਿੰਸ਼ੀਅਲ ਗਵਰਨਮੈਂਟ ਜਾਂ ਸਿਟੀ ਕਾਹਤੋਂ ਨਹੀਂ ਸਾਡੀ ਕੋਈ ਹੈਲਪ ਕਰਦੀ ਪਈ। ਐਜੂਕੇਸ਼ਨ ਦਾ ਜਿਹੜਾ ਮੁੱਦਾ ਵਾ, ਇਹ ਪ੍ਰਾਇੋਰਟੀ ਬੇਸ ਹੋਣਾ ਚਾਹੀਦਾ। ਇਹ ਭਾਵੇਂ PC ਆ, NDP ਆ, ਗ੍ਰੀਨ ਆ, ਲਿਬਰਲ ਆ, ਅਦਰਸ ਆ, ਕੋਈ ਵੀ ਆ, ਸਾਰਿਆਂ ਦੀ ਐਜੂਕੇਸ਼ਨ ਫਸਟ ਹੈ। ਦੂਸਰਾ ਹੁਣ ਹੈਗਾ ਜਿਹੜਾ ਮੁੱਦਾ ਆਪਣੀ ਨਿਗਾਹ 'ਚ ਆਉਂਦਾ ਵਾ, ਹੈਲਥ ਕੇਅਰ ਲਈ ਸਾਰਿਆਂ ਨੇ ਗੱਲ ਕੀਤੀ ਆ ਕਿ ਅਸੀਂ ਇੰਪਰੂਵ ਕਰਾਂਗੇ। ਤੁਹਾਡੀ 7 ਸਾਲ ਸਰਕਾਰ ਰਹੀ ਹੈ, ਬਹੁਤ ਵਧੀਆ ਇੰਪਰੂਵ ਕੀਤਾ ਹੋਣਾ ਵਾ। ਪਰ ਮੈਂ ਹੁਣੇ ਲਾਈਵ ਦੇਖ ਰਿਹਾ ਸੀ, 9 ਘੰਟੇ ਦੀ ਵੇਟਿੰਗ ਹੈ ਇਸ ਟਾਈਮ, ਜਿਹੜੀ ਹੈਲਥ ਕੇਅਰ ਦਾ ਇੰਪਰੂਵਮੈਂਟ ਦੀ ਆਪਾਂ ਗੱਲ ਕਰਦੇ ਹਾਂ ਨਾ। ਦੂਸਰੀ ਗੱਲ ਆਉਂਦੀ ਹੈ, ਤੁਸੀਂ ਗੱਲ ਕੀਤੀ ਕਿ ਕਿਰਪਾਨ ਚੱਲੀ, ਇਹ ਚਿੰਨ੍ਹ ਹੈ ਕਿ ਕਿਰਪਾਨ ਸਾਡਾ ਲੱਗਦਾ, ਇਹ ਚਿੰਨ੍ਹ ਹੈ ਤੇ ਹੈ ਨਾ। ਤਾਂ ਕਿਰਪਾਨ ਚੱਲੀ ਤੁਹਾਡਾ ਰਾਜ ਹੈ, ਤੁਹਾਡੀ ਸਰਕਾਰ, ਉਹ ਫਿਰ ਤੁਹਾਡੇ ਰਾਜ 'ਚ ਹੀ ਹੋਇਆ ਵਾ, ਕਿਸੇ ਹੋਰ ਦੇ ਰਾਜ 'ਚ ਨਹੀਂ ਹੋਇਆ। ਫਿਰ NDP ਦੀ ਗੱਲ ਕਰਦੇ ਹਾਂ। NDP ਨੇ ਵੀ ਕਈ ਚੀਜ਼ਾਂ 'ਚ ਕਟੌਤੀਆਂ ਕੀਤੀਆਂ ਹੋਈਆਂ ਜਿਹੜੇ ਪਾਸਟ ਦੇ ਵਿੱਚ ਆ। ਕਿ ਉਹ ਦੁਬਾਰਾ ਰਿਪੀਟ ਹੋਣਗੀਆਂ ਫਿਊਚਰ ਦੇ ਵਿੱਚ? ਉਹੋ ਜਿਹੀ ਕੋਈ ਕਟੌਤੀ ਆਊਗੀ ਜਾਂ ਕੋਈ ਤੁਸੀਂ ਟੈਕਸ ਵਧਾਉਣ ਦੀ ਗੱਲ ਤਾਂ ਨਹੀਂ ਕਰੋਗੇ? ਲਾਸਟ ਟਾਈਮ ਹੋਇਆ ਸੀਗਾ ਕਿ GST ਸੀਗਾ, ਉਹ ਇਨਕਰੀਜ਼ ਹੋਇਆ ਸੀ। ਇਹ ਦੁਬਾਰਾ ਤਾਂ ਨਹੀਂ ਕਦੇ ਫਿਊਚਰ 'ਚ ਇਨਕਰੀਜ਼ ਹੋਊਗਾ? ਕਿਉਂਕਿ ਵੋਟਾਂ ਜਿੱਤਣ ਤੋਂ ਬਾਅਦ 9-8 ਸਾਲ ਉਹ ਵੀ ਰਾਜ ਕਰਕੇ ਗਏ, ਉਹਨਾਂ ਨੇ ਵੀ ਵੋਟਾਂ ਜਿੱਤਣ ਤੋਂ ਬਾਅਦ ਪੁੱਛਿਆ ਨਹੀਂ। ਇਹ ਨਾ ਹੋਵੇ ਕੱਲ੍ਹ NDP ਨੇ ਸਾਨੂੰ ਪੁੱਛਿਆ। ਐਜ਼ ਏ ਨਿਊ ਇਮੀਗ੍ਰੈਂਟ ਸਾਨੂੰ ਤਾਂ ਇਹ ਲੱਗਦਾ ਅਸੀਂ ਜਿਹੜਾ ਮੁਲਕ ਛੱਡ ਕੇ ਅਸੀਂ ਇੱਥੇ ਚੰਗੇ ਭਵਿੱਖ ਲਈ ਆਏ ਹਾਂ, ਭਵਿੱਖ ਨਹੀਂ ਬਣਦਾ ਦਿਖਦਾ, ਸਾਨੂੰ ਤਾਂ ਹੋਰ ਹੀ ਕੁਝ ਬਣਦਾ ਦਿਖਦਾ ਪਿਆ। ਇਹ ਜਿਹੜੀਆਂ ਪਾਰਟੀਆਂ ਵਾ ਜਾਂ ਇਹ ਜਿਹੜੇ ਪਲਾਨ ਕਰਦੇ ਨੇ, ਇਹ ਬਿਲੀਅਨ ਡਾਲਰ ਇਨਵੈਸਟਮੈਂਟ ਵਾਲਿਆਂ ਲਈ ਕੀਤੇ ਜਾ ਰਹੇ ਆ, ਨਾ ਕਿ ਸਾਡੇ ਅੱਗੇ ਗਰੀਬਾਂ ਵੀ ਜਿਹੜੇ ਹਜ਼ਾਰਾਂ 'ਚ ਹਜੇ ਖੇਡਦੇ ਆ ਨਾ। ਇੱਥੇ ਬਿਲਡਰ ਵੀ ਬੈਠੇ ਆ, ਇਨਵੈਸਟਰ ਵੀ ਬੈਠੇ ਆ, ਟਰੱਕਰ ਵੀ ਬੈਠੇ ਆ, ਟੈਕਸੀ ਡਰਾਈਵਰਸ ਵੀ ਬੈਠੇ ਆ, ਸਾਰੇ ਬੈਠੇ ਆ, ਪਰ ਹਰੇਕ ਫੀਲਡ 'ਚ ਹੋਇਆ ਹੋਇਆ। ਬਟ ਜਿਹੜਾ ਪਲਾਨ ਆ ਉਹ ਕਦੇ ਵੀ ਗਰੀਬ ਨੂੰ ਸੋਚ ਕੇ ਕਦੋਂ ਨਹੀਂ ਬਣਾਇਆ ਜਾ ਰਿਹਾ। ਕੋਈ ਵੀ ਪਾਰਟੀ ਗਰੀਬ ਨੂੰ ਕਦੋਂ ਨਹੀਂ ਸੋਚਦੀ ਕਿ ਗਰੀਬ ਕੱਲਾ ਵੋਟਰ, ਉਦੋਂ ਆਪਾਂ ਕਦੇ ਅੱਖਾਂ ਸਾਹਮਣੇ ਲਿਆਉਣਾ ਨਹੀਂ ਕਿ ਵੋਟ ਪਾ ਭਾਈ ਤੂੰ ਜਾ, ਤੇਰੀ ਗੱਲ ਨਹੀਂ ਸੁਣਨੀ, ਤੇਰਾ ਕਦੇ ਹਰੇ ਕੋਈ ਹੈ ਨਹੀਂ ਕਰ ਸਮਾਨ ਨਾ। ਮਤਲਬ ਜਿਹੜੀ 50,000 ਤੋਂ ਘੱਟ ਇਨਕਮ ਆ, ਉਹ ਬੰਦੇ ਦੀ ਕੋਈ ਸੁਣਵਾਈ ਨਹੀਂ, ਮੈਨੂੰ ਇਹ ਲੱਗ ਰਿਹਾ। ਵਰਿੰਦਰ, ਤੁਸੀਂ 2-3 ਕੁਐਸਚਨਸ ਨੇ, ਤੁਸੀਂ ਕਾਈਂਡਲੀ ਦੱਸੋਗੇ ਜੀ ਕਿਹਨਾਂ ਲਈ ਕੁਐਸਚਨ ਹੈ ਜਾਂ? ਇਸੀ ਲਈ ਹੈਗਾ ਕਿ ਹੈਲਥ ਕੇਅਰ ਓਕੇ, ਜਿਹੜਾ ਮੈਨੂੰ ਲੱਗਦਾ ਓਕੇ, ਤੇ ਜਿਹੜਾ ਓਪਨ ਐਜੂਕੇਸ਼ਨ ਸਿਸਟਮ ਤੇ ਮੈਂ ਸਟੈਂਡ ਕਰੂੰਗਾ। ਮੈਂ ਬਾਈ ਨੇ ਕਿਹਾ ਸੀਗਾ ਇੰਟਰਨੈਸ਼ਨਲ ਸਟੂਡੈਂਟ ਆ ਨਾ, ਤੁਸੀਂ ਰਹੇ ਹੋ, ਮੈਨੂੰ ਯਾਦ ਆਇਆ, ਥੈਂਕ ਯੂ। ਤੁਸੀਂ ਇੱਥੇ ਇੰਟਰਨੈਸ਼ਨਲ ਸਟੂਡੈਂਟ ਦਾ ਮੁੱਦਾ ਉੱਠਿਆ ਸੀ ਲੈਜਿਸਲੇਟਰ 'ਚ, ਤੁਸੀਂ ਉੱਥੇ ਗਏ ਸੀ ਉਦੋਂ? ਕੋਈ ਵੀ ਹਜੇ ਤੱਕ ਕੋਈ ਜਿਹੜੇ ਤੁਸੀਂ ਕਮਿਊਨਿਟੀ ਦਾ ਮੁੱਦਾ ਲੈ ਕੇ ਆਏ ਤਾਂ ਕਿਤੇ ਆਵਾਜ਼ ਨਹੀਂ ਉਹ ਜਿਹੜੀ ਸਾਨੂੰ ਵੀ ਪਤਾ ਹੋਵੇ ਕਿ ਕੋਈ ਉੱਥੇ ਵੀਡੀਓ ਪਈ ਆ ਕੇ ਦੇਖ ਸਕੀਏ। ਤੇ ਸਟੂਡੈਂਟ ਦੇ ਮੁੱਦੇ 'ਤੇ ਤੁਸੀਂ ਗੱਲ ਕੀਤੀ, ਪ੍ਰੋਵਿੰਸ਼ੀਅਲ ਗਵਰਨਮੈਂਟ ਦੇ ਨਾਲ ਬਹਿ ਕੇ ਤੁਸੀਂ ਇੱਕ ਬ੍ਰਿਜ ਬਣੇ ਤੇ ਸਟੂਡੈਂਟ ਦੇ ਵਿੱਚ ਬ੍ਰੇਕ ਹੋਵੇ, ਜਿਹੜਾ ਬ੍ਰਿਜ ਬਿਲਡ ਹੋਇਆ ਹੋਇਆ ਸੀ ਨਾ, ਉਹ ਤੁਸੀਂ ਬਣੇ ਉਹਦੇ। ਫਿਰ ਸਟੂਡੈਂਟ ਦੀ ਇੰਟਰਨੈਸ਼ਨਲ ਸਟੂਡੈਂਟਸ ਨੂੰ ਜਿਹੜੀਆਂ ਚੀਜ਼ਾਂ ਫੇਸ ਕਰਨੀਆਂ ਚਾਹੀਦੀਆਂ, ਪਹਿਲੀ ਚੀਜ਼ ਜਿਹੜੀ ਰਾਈਟ ਵੇ ਹੋਣੀ ਚਾਹੀਦੀ ਹੈ, ਜਿਹੜਾ ਬੱਸ ਫੇਅਰ ਹੈ ਉਹ ਸਟੂਡੈਂਟ ਲਈ ਬਿਲਕੁਲ ਬੰਦ ਹੋਣਾ ਚਾਹੀਦਾ, ਰਾਈਟ ਵੇ ਬੰਦ ਹੋਣਾ ਚਾਹੀਦਾ। ਇਹ ਬੱਚਿਆਂ ਕੋਲੇ ਇੰਨੇ ਪੈਸੇ ਨਹੀਂ ਹੈਗੇ ਕਿ 100-150 ਡਾਲਰ ਦੇਣਾ। ਅੱਜ ਥੋੜੀ ਮਹਾਰਾਜੇ ਬਣ ਕੇ ਹੋਣਗੇ, ਵੱਡੀਆਂ ਗੱਡੀਆਂ ਤੋਂ ਸਾਰੇ ਨੇ, ਪਰ ਜਦੋਂ ਬੱਚਾ ਹੁੰਦਾ ਨਾ, ਜਿਹੜਾ ਬੱਚਾ ਇੱਥੇ ਪੜ੍ਹਨ ਆਉਂਦਾ, ਉਹਨੂੰ 100 ਡਾਲਰ ਵੀ ਬਹੁਤ ਲੱਗਦਾ, ਉਹ 30 ਡਾਲਰ ਦੀ ਸਿਮ ਲੈਣ ਲੱਗਾ ਵੀ ਔਖਾ ਹੁੰਦਾ। ਸਿਮ ਕਾਰਡ ਦੀ ਪਲਾਨ ਕਿਤੇ ਪ੍ਰੋਵਿੰਸ਼ੀਅਲ ਗਵਰਨਮੈਂਟ ਕੋਲੇ 65 ਡਾਲਰ ਦਾ ਅੱਜ ਪਲਾਨ ਆ, ਪਲੱਸ ਜੇ ਫੋਨ ਹੈ ਨਾ 100 ਡਾਲਰ ਦੇ ਵਿੱਚ, ਜਿਹੜਾ 100 ਡਾਲਰ ਪਲੱਸ ਦਾ 200 ਡਾਲਰ ਜਵਾਬ ਦਾ ਉੱਡ ਗਿਆ। ਮਹਾਰਾਜਾ ਨੇ ਜਿਹੜੇ
ਉਹਦੇ 'ਚ ਬੱਚੇ ਪੜ੍ਹ ਕੇ ਜਾਂ ਘਰ ਦੇ $500 ਇੱਕ ਬੱਚਾ ਪੇ ਕਰਦਾ, $700 ਉਹਦਾ ਹੋ ਗਿਆ। ਅਜੇ ਰੋਟੀ ਪਾਣੀ ਦਾ ਜ਼ਿਕਰ ਨਹੀਂ ਹੋਇਆ, ਰੋਟੀ ਪਾਣੀ ਵੱਖਰਾ, ਉਹਦੀ ਆਪਦੀ ਡਿਗਰੀ, ਕੱਪੜੇ ਖਰੀਦਣ ਵੱਖਰੇ, $1000 ਮਤਲਬ ਸਟੂਡੈਂਟ ਨੂੰ ਇੱਕ ਬਰਡਨ ਪੈ ਰਿਹਾ ਜਿਹੜਾ ਇੰਟਰਨੈਸ਼ਨਲ ਆਉਂਦਾ। ਜਿਹੜੇ ਬੱਚੇ ਇੱਥੋਂ ਦੀ ਐਗਜ਼ਾਮਪਲ ਉਹਨਾਂ ਲਈ ਬਚਦਾ ਕਿ ਪੇਰੈਂਟਸ ਦੇ ਨਾਲ ਰਹੇ ਨੇ, ਸਿਰਫ ਉਹੀ ਸੇਵਾ, ਬਾਕੀ ਸਾਰੇ ਕਰਕੇ ਆਉਂਦੀਆਂ ਲੋਨ ਤੇ ਲੋਨ ਕੰਕਲੂਡ ਕਰੀਏ ਜੀ ਇਸ ਕੁਐਸਚਨ ਹੁਣ ਜਿਹਨਾਂ ਨੂੰ ਸੁਮਿਤ ਨੂੰ ਪੁੱਛ ਰਹੇ ਜੀ ਇਹ ਸੁਵਿਧਾ ਤੁਸੀਂ ਉਹਨਾਂ ਦੇ ਬੋਲ ਸਕਦੇ ਹੋ ਕਹਿਣਾ। ਜਿਹੜਾ ਤੁਸੀਂ ਇੰਟਰਨੈਸ਼ਨਲ ਸਟੂਡੈਂਟ ਤੋਂ ਸ਼ੁਰੂਆਤ ਕੀਤੀ ਹੈ ਨਾ ਇਸ ਕੁਐਸਚਨ ਦੀ, ਤਾਂ ਤੁਹਾਨੂੰ ਸਭ ਤੋਂ ਪਹਿਲਾਂ ਦੱਸਾਂ ਕਿ PNP ਪ੍ਰੋਗਰਾਮ ਲੈ ਕੇ ਆਉਣ ਵਾਲੀ PC ਦੀ ਸਰਕਾਰ ਹੀ ਸੀ। ਇਹਨਾਂ ਨੇ ਹੀ ਰੂਲਸ ਬਣਾਏ ਸੀ, ਇਹਨਾਂ ਨੇ ਹੀ ਇਹ ਪਲੇਟਫਾਰਮ ਬਣਾਇਆ ਸੀ ਤਾਂ ਜੋ ਇੰਟਰਨੈਸ਼ਨਲ ਸਟੂਡੈਂਟਸ ਵੱਖ-ਵੱਖ ਦੇਸ਼ਾਂ ਤੋਂ ਆ ਕੇ ਇੱਥੇ ਆਪਦਾ ਫਿਊਚਰ ਬਣਾ ਸਕਣ। ਉਹਨਾਂ ਵਿੱਚੋਂ ਮੈਂ ਵੀ ਇੱਕ ਸੀ। ਇੱਥੇ ਆਣ ਕੇ ਜਿਹੜੀਆਂ ਤੁਸੀਂ ਗੱਲਾਂ ਮੈਨੂੰ ਕਈਆਂ ਪ੍ਰੋਬਲਮਸ ਹੁੰਦੀਆਂ ਨੇ, ਇਹ ਹਰ ਦੀ ਲਾਈਫ ਵਿੱਚ ਹੁੰਦੀਆਂ, ਇਕੱਲੇ ਇੰਟਰਨੈਸ਼ਨਲ ਦੀ ਲਾਈਫ 'ਚ ਨਹੀਂ। ਜਿਹੜਾ PR ਆਉਂਦਾ ਉਹਦੀ ਲਾਈਫ 'ਚ ਵੀ ਇਹੀ ਹੁੰਦੀਆਂ। ਜਿਹੜਾ ਤੁਹਾਡਾ ਕੁਐਸਚਨ ਸੀ, ਜਦੋਂ ਲੈਜਿਸਲੇਚਰ ਦੇ ਵਿੱਚ ਇਹ ਜਿਹੜਾ ਪ੍ਰੋਟੈਸਟ ਹੋਇਆ ਸੀਗਾ ਬੱਚਿਆਂ ਦਾ, ਤਾਂ ਮੈਂ ਤੁਹਾਨੂੰ ਦੱਸਾਂ ਕਿ ਅੱਜ ਦੀ ਤਰੀਕ ਦੇ ਵਿੱਚ ਤਕਰੀਬਨ 4 ਤੋਂ 5 ਇਮੀਗ੍ਰੇਸ਼ਨ ਏਜੰਟਸ ਜਿਹੜੇ ਮੇਰੇ ਖਾਸ ਨੇ, ਦੋਸਤ ਨੇ, ਜਿਨ੍ਹਾਂ ਦੇ ਨਾਲ ਮੈਂ ਬਹਿਣਾ ਉੱਠਣਾ, ਜਿਨ੍ਹਾਂ ਤੋਂ ਮੈਨੂੰ ਪਤਾ ਚੱਲਦਾ ਹੈ ਕਿ ਪ੍ਰੋਬਲਮਸ ਕਿੱਥੇ ਕਿੱਥੇ ਹੈਗੀਆਂ। ਜੌਨ ਰਈਸ ਜਿਹੜੇ ਆਪਣੇ ਇਮੀਗ੍ਰੇਸ਼ਨ ਲੇਬਰ ਦੇ ਮਿਨਿਸਟਰ ਨੇ, ਉਹਨਾਂ ਦੇ ਨਾਲ ਮੇਰੀ ਨਹੀਂ ਵੀਰੇ, ਤੁਸੀਂ ਮੈਨੂੰ ਪੁੱਛਿਆ ਸੀ ਨਾ ਕਿ ਮੈਂ ਕੀ ਕੀਤਾ, ਕਿ ਤੁਸੀਂ ਚਾਹੁੰਦੇ ਹੋ ਕਿ ਮੈਂ ਕੈਮਰਾ ਲੈ ਕੇ ਜਾਵਾਂ, ਜਿਵੇਂ ਤੁਸੀਂ ਤਾਂ ਚਲੋ ਮੀਡੀਆ ਦੇ ਬੰਦੇ ਹੋ ਹੈ ਨਾ, ਕਿ ਜੇ ਮੈਂ ਕੀ ਕਰਦਾ ਪਿਆ ਤਾਂ ਮੈਂ ਕੈਮਰੇ 'ਤੇ ਦਿਖਾਵਾਂ ਕਿ ਜੀ ਮੈਂ ਕਮਿਊਨਿਟੀ ਦੀ ਹੈਲਪ ਕਰਨ ਲਈ ਇਹ ਹੈਲਪ ਕਰਦਾ ਪਿਆ। ਤੁਸੀਂ ਕੁਐਸਚਨ ਪੁੱਛਿਆ ਕਿ ਹੈਲਪ ਕਰ ਰਹੇ ਹੋ ਕਿ ਦਿਖਾਵਾ ਕਰ ਰਹੇ ਹੋ। ਇੱਕ ਮਿੰਟ ਵੇਖੋ ਵਰਿੰਦਰ ਵੀਰੇ, ਕੁਐਸਚਨ ਆਨਸਰ ਹੁੰਦਾ ਕਿ ਤੁਸੀਂ ਕੁਐਸਚਨ ਪੁੱਛਿਆ, ਮੈਨੂੰ ਮੌਕਾ ਮਿਲੇ ਆਨਸਰ ਦੇਣ ਦਾ, ਅਤੇ ਜੇ ਤੁਸੀਂ ਵਿੱਚ ਟੋਕ ਕੇ ਗੱਲ ਕਰਨੀ ਹੈ ਤਾਂ ਮੈਨੂੰ ਲੱਗਦਾ ਡਿਬੇਟ ਹੋ ਜਾਣੀ ਹੈ। ਠੀਕ ਹੈ ਜੀ, ਤੁਸੀਂ ਕੁਐਸਚਨ ਪੁੱਛਿਆ ਤਾਂ ਆਨਸਰ ਸੁਣ ਲਓ। ਤਾਂ ਤੁਸੀਂ ਕਹੋਗੇ ਕੈਮਰਾ ਲੈ ਕੇ ਮੈਂ ਜੌਨ ਰਈਸ ਕੋਲੇ, ਨਹੀਂ ਵੀਰੇ, ਮੈਂ ਦਿਖਾਵਾ ਨਹੀਂ ਕਰਨਾ ਚਾਹੁੰਦਾ ਸੀਗਾ, ਪਰ ਜੌਨ ਰਈਸ ਨਾਲ ਮੇਰੀ ਗੱਲ ਹੋਈ, ਉਹਦੇ ਨਾਲ ਡਿਸਕਸ਼ਨ ਹੋਈ, ਉਹਨੂੰ ਪੁੱਛਿਆ ਗਿਆ ਵੀ ਕੀ ਕਿੱਥੇ ਕਿੱਥੇ ਪ੍ਰੋਬਲਮਸ ਹੈ। ਟੂ ਮਚ ਓਵਰਫਲੋ ਸੀ ਐਪਲੀਕੇਸ਼ਨਸ ਦਾ, ਜਿੰਨਾ ਵੀ ਉਹ ਰਾਈਟ ਵੇ ਕਰ ਸਕਦੇ ਸੀ ਉਹਨਾਂ ਨੇ ਡਰਾ ਦਾ ਨੰਬਰ ਥੱਲੇ ਕੀਤਾ। ਅਤੇ ਇਹ ਵੀ ਮੈਂ ਤੁਹਾਨੂੰ ਦੱਸ ਦੇਣਾ 50% ਐਪਲੀਕੇਸ਼ਨਸ ਰਿਸੀਵ ਕਰਨ ਦਾ ਜਿਹੜਾ ਲਾਅ ਪਾਸ ਕੀਤਾ ਸੀ ਉਹ ਵੀ ਜੌਨ ਰਈਸ ਨੇ ਕੀਤਾ ਸੀਗਾ, PC ਦੇ ਸਰਕਾਰ ਦੇ ਬੰਦੇ ਨੇ। ਠੀਕ ਹੈ ਜੀ, 6500 ਦੇ ਕਰੀਬ ਐਪਲੀਕੇਸ਼ਨਸ ਲੈਂਦੇ ਸੀ, ਹੁਣ 9500 ਐਕਸੈਪਟੈਂਸ ਹੈ ਭਾਜੀ, ਉਹ PC ਦੀ ਸਰਕਾਰ ਹੀ ਕਰ ਰਹੀ ਹੈ। ਤਾਂ ਜੇ ਤੁਸੀਂ ਕਹਿੰਦੇ ਹੋ ਕਿ ਇੰਟਰਨੈਸ਼ਨਲ ਸਟੂਡੈਂਟਸ ਦੀ ਟੇਕੇ ਨਹੀਂ ਕੀਤੀ ਜਾਂਦੀ, ਤਾਂ ਮੈਂ ਤੁਹਾਨੂੰ ਦੱਸ ਦੇਣਾ ਦਾਅਵੇ ਨਾਲ, ਜੇ ਤੁਸੀਂ ਰੈੱਡ ਰਿਵਰ ਕਾਲਜ ਚਲੇ ਜਾਓ, ਤੁਸੀਂ ਯੂਨੀਵਰਸਿਟੀਜ਼ ਚਲੇ ਜਾਓ, ਮੈਂ ਕਹਿੰਦਾ not to differentiate anyone on this platform, just to answer your question ਭਾਜੀ, ਕਿ ਆਪਣੇ ਇੰਟਰਨੈਸ਼ਨਲ ਸਟੂਡੈਂਟਸ ਦੇ ਜਿਹੜਾ ਲਾਈਫ ਸਟਾਈਲ ਹੈ ਨਾ, ਉਹ ਹੋ ਸਕਦਾ ਹੈ ਕਿ ਖਾਸੇ PR ਹੋਲਡਰਸ ਨਾਲੋਂ ਵੀ ਬੈਟਰ ਹੋਵੇ। ਪਤਾ ਕਿਉਂ? ਕਿਉਂਕਿ ਸਰਕਾਰ ਅਲਾਓ ਕਰਦੀ ਹੈ ਕਿ ਤੁਸੀਂ ਇੱਥੇ ਜੌਬਸ ਕਰ ਸਕੋ, ਸਟੱਡੀ ਕਰ ਸਕੋ ਅਤੇ ਲਾਈਫ ਦੀ ਕੁਆਲਿਟੀ ਨੂੰ ਵੀ ਜੀ ਸਕੋ। ਵੀਕਐਂਡਸ 'ਤੇ ਉਹ ਗੈਟ ਟੂਗੈਦਰਸ ਵੀ ਕਰਦੇ ਆ, ਘੁੰਮਣ ਫਿਰਨ ਵੀ ਜਾਂਦੇ ਆ, ਵਕੇਸ਼ਨਸ ਵੀ ਸੈਲੀਬ੍ਰੇਟ ਕਰਦੇ ਆ, ਇੰਡੀਆ ਵੀ ਜਾਂਦੇ ਆ, ਅਤੇ ਹੋਰ ਤੇ ਹੋਰ ਆਪਣੇ ਪੇਰੈਂਟਸ ਦੀ ਫਾਈਨੈਂਸ਼ੀਅਲ ਸਪੋਰਟ ਵੀ ਕਰਦੇ ਆ। ਪਤਾ ਕਿਉਂ? ਕਿਉਂਕਿ ਉਹ ਕੈਨੇਡਾ ਦੇ ਵਿੱਚ ਇੰਟਰਨੈਸ਼ਨਲ ਸਟੂਡੈਂਟਸ ਨੇ, ਉਹਨਾਂ ਦੀ ਇੱਥੇ ਉਨੀ ਹੀ ਤਵੱਜੋ ਹੈ ਜਿੰਨੀ ਇੱਥੇ ਇੱਕ PR ਦੀ ਜਾਂ ਸਿਟੀਜ਼ਨ ਦੀ ਹੈ। ਤਾਂ ਭਾਜੀ ਇਹ ਸਾਰਾ ਕੁਛ ਕਰਨ ਵਾਲੀ PC ਦੀ ਸਰਕਾਰ ਹੀ ਹੈ। ਅਤੇ ਮੈਨੂੰ ਲੱਗਦਾ ਕਿ ਤੁਹਾਡੇ 2 ਕੁਐਸਚਨਸ ਦਾ ਆਨਸਰ ਮੈਨੂੰ ਬਈ ਹੋ ਜਾਣਾ ਚਾਹੀਦਾ, ਤੁਸੀਂ ਸੈਟਿਸਫਾਈ ਨਹੀਂ ਹੈਗੇ ਤਾਂ ਤੁਸੀਂ ਅੱਗੇ ਪੁੱਛ ਸਕਦੇ ਹੋ ਮੈਨੂੰ। ਥੈਂਕ ਯੂ। Thank you so much. Thank you for responding that. I will be media question ਜਵਾਬ ਦੇ ਦਈਏ ਕੰਗ ਸਾਹਿਬ ਪਹਿਲਾਂ। ਜਿਹੜਾ ਪਹਿਲੇ ਦੀ ਬੱਚਾ ਹਾਂ, ਉਹ ਪਹਿਲਾਂ ਵਰਿੰਦਰ ਨੇ ਕੁਐਸਚਨ ਪੁੱਛਿਆ ਸੀਗਾ ਜੀ। ਵਰਿੰਦਰ ਵੀਰੇ, ਥੈਂਕ ਯੂ ਫॉर द ਕੁਐਸਚਨ। ਤੁਸੀਂ ਮੈਨੂੰ ਲੱਗਦਾ ਉਹ 'ਤੇ ਕਵਰ ਵੀ ਕੀਤਾ ਸੀਗਾ ਜਦੋਂ ਮੇਰਾ ਮੀਟ ਐਂਡ ਗ੍ਰੀਟ ਸੀਗਾ। ਮੈਨੂੰ ਲੱਗਦਾ 50-60 ਸਟੂਡੈਂਟ ਉਦੋਂ ਆਏ ਸੀਗੇ ਆਪਣੇ ਕੋਲੇ ਉੱਥੇ, ਅਤੇ ਉਹਨਾਂ ਦੇ ਕੰਸਰਨ ਇਹੀ ਸੀਗੀ ਵੀ ਸਕੋਰ ਬਹੁਤ ਜ਼ਿਆਦਾ ਹਾਈ ਆ। ਮੈਂ ਜੌਨ ਰਈਸ ਨੂੰ, ਮਿਨਿਸਟਰ ਨੂੰ ਚਿੱਠੀ ਲਿਖੀ, ਅਤੇ ਚਿੱਠੀ ਦੀ ਮੈਂ ਕਾਪੀਆਂ ਤੁਹਾਨੂੰ ਵੀ ਦੇ ਸਕਦਾ ਗਾ ਅਤੇ ਮੀਡੀਆ ਨੂੰ ਵੀ ਦੇ ਸਕਦਾ ਗਾ। ਮਿਨਿਸਟਰ ਦੀ ਰਿਪਲਾਈ ਸੀਗੀ, ਮੇਰੇ ਕੋਲ ਟਾਈਮ ਨਹੀਂ ਮਿਲਣਾ, ਇਹ ਉਹਦੀ ਰਿਪਲਾਈ ਸੀਗੀ। ਅਤੇ ਇੱਕ ਵੈਸੇ ਜਿਹੜਾ ਇੰਟਰਨੈਸ਼ਨਲ ਸਟੂਡੈਂਟ ਲਈ ਰੀਸੈਂਟਲੀ ਅਸੀਂ ਕੱਲ੍ਹ ਅਨਾਊਂਸਮੈਂਟ ਕੀਤੀ ਆ, PC ਗਵਰਨਮੈਂਟ ਨੇ ਉਹਨਾਂ ਦੀ ਹੈਲਥ ਕੇਅਰ ਕੱਟ ਕਰਤੀ ਸੀਗੀ, ਉਹਨਾਂ ਨੂੰ ਪ੍ਰਾਈਵੇਟ ਹੈਲਥ ਕੇਅਰ ਲੈਣੀ ਪੈਂਦੀ ਆ। NDP ਦੀ ਗਵਰਨਮੈਂਟ ਬਣਨ 'ਤੇ ਅਸੀਂ ਉਹਨਾਂ ਦੀ ਹੈਲਥ ਕੇਅਰ ਦੁਬਾਰਾ ਰਿਸਟੋਰ ਕਰਾਂਗੇ, ਜਿਹੜੀ ਕਿ ਕਾਸਟ ਵੀ ਬਹੁਤ ਥੋੜ੍ਹੀ ਆ, 3.5 ਮਿਲੀਅਨ ਹੈ। ਥੈਂਕ ਯੂ ਜੀ। ਥੈਂਕ ਯੂ ਸੋ ਮਚ। ਹਾਂਜੀ ਅਜੀਤ ਤੋਂ ਸਰ ਕੁਐਸਚਨ ਸੀ, ਪਹਿਲੇ ਦੇ ਕੁਐਸਚਨ ਸੀ।
ਇੱਕ ਫੰਡਿੰਗ ਦੀ ਗੱਲ ਕੀਤੀ ਆ, ਜਿਵੇਂ ਇਨਫਲੇਸ਼ਨ ਨੂੰ ਮੈਚ ਨਹੀਂ ਹੋ ਰਿਹਾ, ਇਹ ਬਹੁਤ ਡਿਸਇਨਜੈਨੂਅਸ ਗੱਲ ਆ। ਜੇ ਤੁਸੀਂ ਇੱਕ ਐਕਸੈਪਸ਼ਨਲ ਪੀਰੀਅਡ ਦੇਖਦੇ ਆ ਇਨਫਲੇਸ਼ਨ ਦਾ, ਤੇ ਉਹ ਚੀਜ਼ ਤੇ ਬੇਸ ਕਰਦੇ ਆ ਸਾਨੂੰ ਇਨਫ ਫੰਡਿੰਗ ਨਹੀਂ ਮਿਲ ਰਹੀ। ਜੇ ਤੁਸੀਂ ਹਰੇਕ ਸੈਕਟਰ ਨੂੰ ਇੱਕ ਐਕਸੈਪਸ਼ਨਲ ਪੀਰੀਅਡ ਦੇਖ ਕੇ ਉਨੀ ਫੰਡਿੰਗ ਵਧਾਤੀ, ਰਾਈਟ, ਉਹਨੇ ਪੈਸੇ ਹੈ ਹੀ ਨਹੀਂ ਸਿਸਟਮ 'ਚ, ਉਹਨੇ ਟੈਕਸ ਪੈਸੇ ਵੱਧਦੇ ਆ। ਮੈਨੂੰ ਉਹ ਗੱਲ ਬਹੁਤ ਡਿਸਇਨਜੈਨੂਅਸ ਲੱਗਿਆ। ਥੈਂਕ ਯੂ। ਮੈਂ ਪਹਿਲਾਂ ਹਾਂਜੀ ਆਡੀਅנס ਨੂੰ ਬੇਨਤੀ ਹੈ ਜੀ, ਕੁਝ ਸਮਾਂ ਹੋਰ ਤੁਹਾਨੂੰ ਇਨਫੋਰਮਲ ਆਪਾਂ ਸਮਾਂ ਦੇਵਾਂਗੇ ਜੀ, ਉਹਨਾਂ ਨੂੰ ਸੁਣੀਏ ਜਿਹਨਾਂ ਤੋਂ ਆਪਾਂ ਸਮਾਂ ਲੈ ਪਹਿਲਾਂ ਇਸੇ ਨੂੰ ਰਿਸਪੌਂਡ ਕਰ ਦਿੰਦੇ ਆ ਕਿ ਪੈਸਾ ਹੈਗਾ, ਸਾਰਿਆਂ ਨੂੰ ਪਤਾ ਪੈਸਾ ਹੈਗਾ। ਹਰੇਕ ਪਾਸੇ ਇਨਫਲੇਸ਼ਨ ਹੋ ਰਿਹਾ, ਫਿਰ ਹਰੇਕ ਪਾਸੇ ਕਾਤੋਂ ਨਹੀਂ ਫੰਡਿੰਗ ਵਧਾਇਆ, ਰਾਈਟ। ਫਿਰ ਮੈਨੂੰ ਉਹ ਗੱਲ ਡਿਸਇਨਜੈਨੂਅਸ ਲੱਗਿਆ, ਕਿਉਂਕਿ ਟੈਕਸ ਪੈਸੇ ਉਨੇ ਕੀ ਹੈ, ਰਾਈਟ, ਅਤੇ ਅਸੀਂ ਉਸ ਸਿਸਟਮ ਨੂੰ ਗਰੋ ਕਰ ਰਹੇ ਹਾਂ, ਰਾਈਟ, ਐਟ ਅ ਗੁੱਡ ਸਸਟੇਨੇਬਲ ਪੇਸ। ਅਸੀਂ ਸਸਟੇਨੇਬਲ ਮੈਥਡ ਦੇ ਨਾਲ ਅਪਰੋਚ ਕਰ ਰਹੇ ਹਾਂ, ਰਾਈਟ। ਹੁਣ ਜੇ ਅਸੀਂ ਦੇਖ ਕੇ ਲਾਈਕ ਵੀ ਸੇ ਅਸੀਂ ਇੱਥੇ ਪੈਸੇ ਸੱਟਣਾ ਕਿਉਂਕਿ ਆਹ ਕੁਛ ਹੋ ਗਿਆ, ਸ਼ੋਰਟ ਟਰਮ ਪੀਰੀਅਡ ਸੀਗਾ, ਰਾਈਟ, ਆਪਣੇ ਕੋਲ ਲੌਂਗ ਟਰਮ ਪਲਾਨ ਆ। ਥੈਂਕ ਯੂ ਫॉर ਇੰਟਰਰਪਟਿੰਗ ਨਵ। ਓਕੇ, ਹੁਣ ਗੱਲ ਇਉਂ ਹੈ, ਪੈਸਾ ਹੈਗਾ, ਆਈ ਰਿਪੀਟ ਇਟ, ਬੋਲਡ ਐਂਡ ਅੰਡਰਲਾਈਨਡ, ਪੈਸਾ ਹੈਗਾ। ਇਟਸ ਆਲ ਅਬਾਊਟ ਪ੍ਰਾਇਰਟੀਜ਼। ਵਰਿੰਦਰ ਦਾ ਕੁਐਸਚਨ ਇਹ ਸੀਗਾ ਕਿ ਆਮ ਲੋਕਾਂ ਲਈ ਕੁਛ ਕਿਉਂ ਨਹੀਂ ਹੋ ਰਿਹਾ। ਜਦੋਂ ਤੁਸੀਂ $1 ਮਿਲੀਅਨ ਦਾ ਚੈੱਕ ਪੋਲੋ ਪਾਰਕ ਦੇ ਮਾਲਕ ਨੂੰ ਲਿਖਣਾ, ਜਿਹਦੀ ਕੰਪਨੀ ਦਾ ਵਰਥ $21 ਬਿਲੀਅਨ ਹੈ, ਬੱਬੇ ਨਾਲ ਬਿਲੀਅਨ ਹੁੰਦਾ ਜਿਹੜਾ ਬੰਦਾ $21 ਬਿਲੀਅਨ ਦੀ ਕੰਪਨੀ ਦਾ ਮਾਲਕ ਹੈ, ਉਹਨੂੰ $1 ਮਿਲੀਅਨ ਦਾ ਗਿਫਟ ਚੈੱਕ ਲਿਖਣ ਲਈ ਸਾਡੇ ਸਕੂਲਾਂ ਦੇ ਵਿੱਚ ਜਵਾਕ ਭੁੱਖੇ ਆ, ਪੈਰੋਂ ਨੰਗੇ ਆ, ਉਹਨਾਂ ਲਈ ਸਾਡੇ ਕੋਲ ਪੈਸੇ ਹੈ ਨਹੀਂਗੇ। ਇਟਸ ਆਲ ਅਬਾਊਟ ਦਾ ਪ੍ਰਾਇਰਟੀਜ਼। ਐਜੂਕੇਸ਼ਨ ਸਿਸਟਮ ਦੀ ਤੁਸੀਂ ਗੱਲ ਕੀਤੀ ਹੈ, ਬਿੱਲ 64 ਸਾਰਿਆਂ ਨੂੰ ਯਾਦ ਹੋਣਾ, ਘਰੋਂ ਘਰੀ ਜਾ ਕੇ ਅਸੀਂ ਫਾਈਟ ਬਿੱਲ 64 ਦੇ ਫੱਟੇ ਲਾਏ ਸੀ, ਸਾਡਾ ਸਾਰਾ ਜ਼ੋਰ ਲੱਗ ਗਿਆ। ਤੁਸੀਂ ਸਾਰੇ ਬਿੱਲ 64 ਦੇ ਉਲਟ ਸੀ। ਜਦੋਂ ਵੀ ਕਿਸੇ ਬਿੱਲ ਦੀ ਡਿਬੇਟ ਹੁੰਦੀ ਹੈ, ਉਹਦੀ ਦੂਸਰੀ ਰੀਡਿੰਗ ਤੋਂ ਬਾਅਦ, ਡਿਬੇਟ ਤੋਂ ਬਾਅਦ ਇੱਕ ਮੌਕਾ ਮਿਲਦਾ ਮੈਨੀਟੋਬਾ ਦੇ ਵਿੱਚ ਕਿ ਕੋਈ ਵੀ ਮੈਨੀਟੋਬਾ ਦਾ ਵਾਸੀ ਆਪ ਜਾ ਕੇ ਤੁਹਾਡੇ ਸਾਰਿਆਂ 'ਚੋਂ ਕਿਸੇ ਬਿੱਲ ਦੇ ਫੋਰ ਜਾਂ ਅਗੇਂਸਟ ਬੋਲ ਸਕਦਾ। ਆਮ ਤੌਰ 'ਤੇ ਬਿੱਲਾਂ ਦੇ ਅਗੇਂਸਟ ਬੋਲਣ ਖਾਤਰ 5, 7 ਜਾਂ 10 ਬੰਦੇ ਹੁੰਦੇ ਆ। ਬਿੱਲ 64 ਦੇ ਉਲਟ ਬੋਲਣ ਲਈ 500 ਪਲੱਸ ਮੈਨੀਟੋਬਨਸ ਨੇ ਨਾਂ ਲਿਖਾਇਆ ਸੀ। ਉਹਨਾਂ ਨੂੰ ਅਸੀਂ ਤਾਂ ਨਹੀਂ ਕਿਹਾ ਸੀ ਨਾਂ ਲਿਖਾਓ, ਸਾਰਾ ਮੈਨੀਟੋਬਾ ਉਸ ਬਿੱਲ ਦੇ ਉਲਟ ਸੀ। ਬਿੱਲ 64 ਕੀ ਸੀ? ਬਿੱਲ 64 ਇਹ ਸੀ ਕਿ ਤੁਹਾਡੀ ਜਿਹੜੀ ਲੋਕਲ ਵੌਇਸ ਹੈ, ਜਿਹੜੇ ਸਕੂਲ ਬੋਰਡ ਦੇ ਟਰਸਟੀ ਤੁਸੀਂ ਇੱਥੋਂ ਬਣਾ ਕੇ ਭੇਜਦੇ ਆ, ਜਿਨ੍ਹਾਂ ਦੀ ਤੁਸੀਂ ਬਾਂਹ ਮਰੋੜ ਸਕਦੇ ਹੋ ਘਰੇ ਜਾ ਕੇ, ਤੁਹਾਡੇ ਘਰਾਂ ਕੋਲੇ ਰਹਿੰਦੇ ਆ ਜਿਹੜੇ, ਉਹ ਸਾਰੇ ਅਸੀਂ ਕੈਂਸਲ ਕਰ ਦੇਣਾ ਸੀ। ਸਕੂਲ ਬੋਰਡ ਸਾਰੇ ਭੰਗ ਕਰ ਦੇਣੇ ਆ। ਪਾਵਰ ਕਿਹਦੇ ਕੋਲੇ ਹੋਊਗੀ? ਐਜੂਕੇਸ਼ਨ ਮਿਨਿਸਟਰ ਕੋਲੇ। ਸੁੱਤਾ ਉੱਠਿਆ, ਜਦੋਂ ਜੀ ਕੀਤਾ ਪੈਨ ਚਲਾਇਆ, ਸਕੂਲ ਦਾ ਬਜਟ ਕੱਟਤਾ, ਟੀਚਰ ਕੱਢਤੇ, ਬੱਸਾਂ ਘਟਾਤੀਆਂ, ਐਜੂਕੇਸ਼ਨਲ ਅਸਿਸਟੈਂਟ ਫਾਇਰ ਕਰਤੇ। ਉਹ ਸੈਂਟਰਲਾਈਜੇਸ਼ਨ ਆਫ ਪਾਵਰ ਹੈ। ਜਿਹੜੀ ਸੈਂਟਰਲਾਈਜੇਸ਼ਨ ਆਫ ਪਾਵਰ ਹੈ, ਉਹ ਹਮੇਸ਼ਾ ਲੋਕ ਵਿਰੋਧੀ ਹੁੰਦੀ ਹੈ ਅਤੇ ਉਹਦੇ ਉਲਟ ਲੋਕ ਖੜ੍ਹੇ ਹੁੰਦੇ ਆ। ਜੇ ਉਹ ਬਿੱਲ 64 ਐਡਾ ਵਧੀਆ ਸੀ ਤਾਂ ਤੁਸੀਂ ਮੈਨੂੰ ਇਹ ਦੱਸੋ ਕਿ ਹੈਦਰ ਸਟੈਫਨਸਨ ਨੇ ਉਹ ਵਾਪਸ ਕਾਹਤੋਂ ਲਿਆ? ਮੈਨੂੰ ਮੁੱਖ ਮੰਤਰੀ ਬਣਾ ਦਿਓ ਵੀਰੇ, ਮੈਂ ਵਾਪਸ ਲੈ ਲੂੰਗੀ, ਅਤੇ ਉਹ ਵਾਪਸ ਲੈ ਵੀ ਲਿਆ। ਤਾਂ ਫਿਰ ਉਹਨਾਂ ਦਾ ਸਟੈਂਡ ਕੀ ਆ? ਸਾਨੂੰ ਇਹ ਚੀਜ਼ ਆਈਡੈਂਟੀਫਾਈ ਕਰਨੀ ਪੈਣੀ ਹੈ, ਰਾਈਟ। ਸੋ ਇੰਟਰਨੈਸ਼ਨਲ ਸਟੂਡੈਂਟਸ ਜਿਹੜੇ ਉੱਥੇ ਸਾਰੇ ਇਕੱਠੇ ਹੋਏ ਸੀ, ਜਿਨ੍ਹਾਂ ਦਾ ਇਮੀਗ੍ਰੇਸ਼ਨ ਦਾ ਮਸਲਾ ਸੀ, ਜੌਨ ਰੇਅਸ ਵਾਜ਼ ਐਬਸੈਂਟ। ਜਿਹੜਾ ਇਮੀਗ੍ਰੇਸ਼ਨ ਨਾਲ ਸੰਬੰਧਿਤ ਮੰਤਰੀ ਹੈ, ਪੰਜਾਬ ਕਲਚਰਲ ਸੈਂਟਰ ਦੇ ਵਿੱਚ ਹੋਇਆ ਸੀ ਉਹ ਇਕੱਠ, ਮੰਤਰੀ ਐਬਸੈਂਟ ਸੀ। ਕੌਣ ਗਿਆ ਸੀ ਉੱਥੇ? ਵੀਡੀਓ ਦੇਖ ਲਿਓ। ਮੈਨੂੰ ਬੋਲਣ ਦਾ ਮੌਕਾ ਮਿਲਿਆ ਸੀ ਸਾਰਿਆਂ ਨੂੰ ਉੱਥੇ। ਕਿਹੜੀ ਪਾਰਟੀ ਦੀ ਰੈਪਰਜੈਂਟੇਸ਼ਨ ਸੀਗੀ, ਕਿਹੜੀ ਦੀ ਨਹੀਂ? ਜਿਹੜੀ ਸਰਕਾਰ ਆ ਉਹਦਾ ਤਾਂ ਉੱਥੇ ਕੋਈ ਬੰਦਾ ਹੀ ਨਹੀਂ ਗਿਆ। ਉਸ ਤੋਂ ਬਾਅਦ ਉਹਨੂੰ ਚਿੱਠੀਆਂ ਲਿਖੀਆਂ ਜੌਨ ਰੇਅਸ ਨੂੰ। ਉਹ ਚਿੱਠੀ ਮੇਰੇ ਸੋਸ਼ਲ ਮੀਡੀਆ 'ਤੇ ਪਈ ਹੈ ਕਿ ਉਸ ਸ਼ੋਰ 30 ਸੈਕਿੰਡਸ ਤਾਂ ਉਹਨੂੰ ਚਿੱਠੀ ਲਿਖ ਕੇ ਬਾਂਹ ਮਰੋੜ ਕੇ ਉਹਦੇ ਤੋਂ ਉਹ ਜਿਹੜੀਆਂ ਚਾਵਲਾ ਸਾਹਿਬ ਕਹਿੰਦੇ ਉਹ 3000 ਸੀਟਾਂ ਉਹ ਬਾਂਹ ਮਰੋੜ ਕੇ ਵਧਾਈਆਂ, ਅਸੀਂ ਮਰੋੜੀ ਸੀ ਬਾਂਹ। ਉਹ ਥੈਂਕ ਯੂ। ਤਕਰੀਬਨ ਸਾਰੇ ਆਪਾਂ ਸ਼ੁਰੂ ਤੇ ਆਣਾ ਕਿ ਤੁਸੀਂ ਆਪਣੇ ਭਾਈਚਾਰੇ ਦੇ ਕੈਂਡੀਡੇਟ ਉਮੀਦਵਾਰ ਆ। ਹੁਣ ਇਸ ਸਾਲ ਆਪਣੇ 7 ਸਕੂਲ ਡਿਵੀਜ਼ਨ ਦੇ ਵਿੱਚ ਪੰਜਾਬੀ ਭਾਸ਼ਾ ਖਤਮ ਕੀਤੀ ਗਈ ਹੈ, ਸਿਰਫ ਗ੍ਰੇਡ 2 ਤੱਕ। ਤੇ ਬੱਚੇ ਬਹੁਤ ਆ, ਜਿਸ ਤਰ੍ਹਾਂ ਕਮਿਊਨਿਟੀ ਗਰੋ ਹੋ ਰਹੀ ਆ, ਬਹੁਤੇ ਬੱਚਿਆਂ ਨੂੰ ਉਹਦੇ ਵਿੱਚ ਦਾਖਲਾ ਵੀ ਨਹੀਂ ਮਿਲਿਆ ਕਿਉਂਕਿ ਇੱਕ ਸਕੂਲ ਦੇ ਵਿੱਚ ਹਲੇ ਸ਼ੁਰੂ ਕੀਤੀ ਗਈ ਆ।
ਤੁਹਾਡੇ ਦੋਨੋਂ ਪਾਰਟੀਆਂ ਦੇ ਤੁਸੀਂ ਇੱਥੇ ਬੈਠੇ ਹੋਏ ਹੋ, ਤੁਹਾਡਾ ਕੀ ਅੱਗੇ ਇਹਦੇ ਲਈ ਪ੍ਰੋਸਪੈਕਟਿਵ ਹੋਵੇਗਾ ਕਿ ਇਸ ਨੂੰ ਅੱਗੇ ਤੋਂ ਤੁਸੀਂ ਹੋਰ ਗ੍ਰੇਡ ਦੇ ਵਿੱਚ ਅੱਗੇ ਤੱਕ ਵਧਾਓਗੇ, ਜਾਂ ਫਿਰ ਇੱਥੇ ਤੱਕ ਹੀ ਸੀਮਤ ਰਹਿ ਜਾਏਗਾ ਕਿ ਗ੍ਰੇਡ 2 ਤੱਕ ਹੀ ਰਹਿ ਜਾਊਗਾ, ਜਾਂ ਬਾਕੀ ਹੋਰ ਸਕੂਲ ਡਿਵੀਜ਼ਨਾਂ ਵਿੱਚ ਵੀ ਇਹਨੂੰ ਲਾਗੂ ਕਰੋਗੇ? ਸਰ ਸਵਾਲ ਕਿਹਦੇ ਲਈ ਹੈ ਜੀ? ਓਕੇ ਜੀ, ਕੋਈ ਹੋਰ ਬਰਾ ਸਾਹਿਬ ਮੈਂ ਇੱਕ ਮਿੰਟ ਮੂਮੈਂਟ ਲੈਣਾ ਜੀ, ਇਸ ਕੋ ਸਵਾਲ ਨੂੰ ਕੋਈ ਹੋਰ ਐਡਰੈਸ ਕਰਨਾ ਚਾਹੁੰਦਾ ਜੀ? ਓਕੇ। ਮੈਂ ਥੋੜ੍ਹਾ ਜਿਹਾ ਸ਼ੁਰੂ ਕਰੂੰਗਾ ਇੱਥੋਂ ਐਂਡ ਆਲ ਹੈਂਡ ਇਟ ਓਵਰ ਟੂ ਦਲਜੀਤ ਭਾਈ ਜੀ। ਸੋ ਜੇ ਆਪਾਂ ਐਜੂਕੇਸ਼ਨ ਦੀ ਗੱਲ ਕਰਦੇ ਹਾਂ ਵੱਡੇ ਲੈਵਲ 'ਤੇ, ਰਾਈਟ, ਐਜੂਕੇਸ਼ਨ ਦੀ ਇਨਵੈਸਟਮੈਂਟ ਦੀ ਲੋੜ ਹੈ, ਰਾਈਟ। ਜੇ ਅਸੀਂ ਪ੍ਰੋਗਰਾਮ ਹੋਰ ਚਾਹੁੰਦੇ ਹਾਂ, ਪੰਜਾਬੀ ਲੈਂਗੁਏਜ ਵੈਰੀ ਗੁੱਡ ਪ੍ਰੋਗਰਾਮ, ਖਾਸ ਕਰਕੇ ਹੁਣ ਜਿਹੜੇ ਮੇਰੇ ਛੋਟੇ ਭਤੀਜੇ ਭਾਣਜੀਆਂ ਹੈਗੇ ਨੇ, ਉਹਨੂੰ ਪੰਜਾਬੀ ਨਹੀਂ ਆਉਂਦੀ, ਘਰੋਂ ਨਹੀਂ ਸਿੱਖ ਸਕਦੇ, ਹੈਵ ਟੂ ਲਰਨ ਫਰਮ ਸਮਵੇਅਰ। ਸੋ ਕਿਉਂ ਨਾ ਉਹਨੂੰ ਆਪਾਂ ਗ੍ਰੇਡ 2 ਤੋਂ ਗਾਂ ਵੀ ਨਾ ਕਿਉਂ ਨਹੀਂ ਵਧਾ ਸਕਦੇ ਅਸੀਂ? ਵੀ ਸ਼ੁੱਡ ਡੂ ਇਟ, ਵੀ ਸ਼ੁੱਡ ਮੇਕ ਥੀਸ ਇਨਵੈਸਟਮੈਂਟਸ। ਪਰ ਗੱਲ ਤਾਂ ਫਿਰ ਉੱਥੇ ਆਉਂਦੀ ਹੈ, ਜੇ ਇਨਵੈਸਟਮੈਂਟ ਨਹੀਂ ਕਰਦੇ ਫਿਰ ਪ੍ਰੋਗਰਾਮ ਕਿੱਥੋਂ ਹੋਣਗੇ, ਰਾਈਟ? ਸੇਮ ਥਿੰਗ ਵਿਦ ਸਪੋਰਟਸ, ਸੇਮ ਥਿੰਗਸ ਵਿਦ ਆਫਟਰ ਸਕੂਲ ਪ੍ਰੋਗਰਾਮ, ਸੇਮ ਥਿੰਗ ਵਿਦ ਨਿਊਟ੍ਰੀਸ਼ਨ, ਰਾਈਟ? ਜੇ ਅਸੀਂ ਇਨਵੈਸਟਮੈਂਟ ਨਹੀਂ ਕਰਦੇ ਫਿਰ ਪ੍ਰੋਗਰਾਮਸ ਹੋ ਹੀ ਨਹੀਂ ਸਕਦੇ, ਰਾਈਟ? ਸੋ ਅਸੀਂ ਗੱਲ ਕਰਦੇ ਹਾਂ, ਮੈਂ ਕਾਫੀ ਡੋਰ ਨੌਕਿੰਗ ਕੀਤੀ ਆ ਪਿਛਲੇ 4 ਹਫ਼ਤੇ ਤੋਂ ਲੈ ਕੇ, ਤੇ ਜਿੰਨੇ ਵੀ ਟੀਚਰ ਮੇਰੇ ਕੋਲ ਮਿਲਦੇ ਆ, ਦੇ ਆਲ ਹੈਵ ਦ ਸੇਮ ਸਟੋਰੀ। ਆਪਦੇ ਜੇਬ 'ਚੋਂ ਖਰਚੇ ਕੱਢ ਕੇ ਪੈਨਸਲਾਂ ਖਰੀਦਣੇ ਪੈਂਦੇ ਆ ਉਹਨਾਂ ਨੂੰ, ਪੇਪਰ ਖਰੀਦਣੇ ਪੈਂਦੇ ਆ ਉਹਨਾਂ ਨੂੰ। ਆਪਾਂ ਐਡੇ ਅਮੀਰ ਕੰਟਰੀ 'ਚ ਹੈਗੇ ਆ, ਕਿ ਤੁਹਾਨੂੰ ਇਹ ਚੰਗਾ ਲੱਗਦਾ ਕਿ ਤੁਸੀਂ ਆਪਦੇ ਬੱਚੇ ਕੋਈ ਸਕੂਲ 'ਚ ਭੇਜ ਰਹੇ ਹੋ ਅਤੇ ਉੱਥੇ ਪੈਸੇ ਹੈ ਵੀ ਨਹੀਂ ਗੇ ਤੁਹਾਡੇ ਬੱਚਿਆਂ ਨੂੰ ਚੱਜ ਦੀ ਪ੍ਰੋਪਰ ਪੜ੍ਹਾਈ ਦੇਣ ਦੀ, ਕੁਆਲਿਟੀ। ਤੁਸੀਂ ਸਾਰੇ ਚਾਹੁੰਦੇ ਹੋ ਕਿ ਯੂਰ ਕਿਡਸ ਲਰਨ ਗੁੱਡ ਮੈਥ, ਇੰਗਲਿਸ਼, ਸਾਇੰਸ, ਕਾਹਦੇ ਵਾਸਤੇ? ਕਿਉਂਕਿ ਤਰੱਕੀ ਕਰਨ ਗਾਂ ਜਾ ਕੇ, ਗੋ ਟੂ ਯੂਨੀਵਰਸਿਟੀ। ਦਿਸ ਇਜ਼ ਅ ਵੈਰੀ ਇੰਪੋਰਟੈਂਟ ਇਸ਼ੂ। ਚਲੋ ਮਤਲਬ ਇਹ ਸੀਗਾ ਕਿਉਂਕਿ ਪਾਰਟੀਆਂ ਦੇ ਜਦੋਂ ਹੁਣ ਚੋਣ ਮੈਨੀਫੈਸਟੋ ਤੁਹਾਡੀ ਗੱਲ ਹੁੰਦੀ ਹੋਵੇ, ਮੁੱਦਾ ਵਿੱਚ ਡਿਸਕਸ ਕੀਤਾ ਜਾਂਦਾ ਇਸ ਬਾਰੇ, ਜੇ ਕਿਉਂਕਿ ਤੁਸੀਂ ਆਪਣੇ ਉਮੀਦਵਾਰ ਆਪਣੇ ਪੰਜਾਬੀ ਭਾਈਚਾਰੇ ਨੂੰ ਬਿਲੋਂਗ ਕਰਦੇ ਹੋ, ਮੇਰਾ ਸਵਾਲ ਪੁੱਛਣ ਦਾ ਤੁਹਾਨੂੰ ਇਹੀ ਮਕਸਦ ਸੀ। ਸਰਪਾਲ ਜੀ, ਥੈਂਕ ਯੂ ਸੋ ਮੱਚ। ਇਹ ਮੁੱਦਾ ਮੇਰੇ ਦਿਲ ਦੇ ਬਹੁਤ ਨੇੜੇ ਹੈ। ਬੜੇ ਲੰਮੇ ਸਮੇਂ ਤੋਂ ਸੋਚਿਆ ਸੀਗਾ ਕਿ ਹਿਸਟਰੀ ਕ੍ਰੀਏਟ ਕਰਨੀ ਹੈ ਅਤੇ ਹੋ ਗਈ। ਤੁਸੀਂ ਸਾਰਿਆਂ ਨੇ ਕੀਤੀ ਹੈ। ਹੋਇਆ ਕਿਵੇਂ, ਮੈਂ ਤੁਹਾਨੂੰ ਇਹ ਵੀ ਦੱਸ ਦਿੰਦਾ। ਘੱਟੋ ਘੱਟ 1200-1400 ਸਿਗਨੇਚਰ ਕਰਾਏ ਸੀ ਕਮਿਊਨਿਟੀ ਦੇ ਵਿੱਚ, ਸਾਰੇ ਵਿਨੀਪੈਗ 'ਚੋਂ ਨਹੀਂ, ਵਿਨੀਪੈਗ ਤੋਂ ਬਾਹਰੋਂ ਵੀ ਜਿਹੜੇ ਪੰਜਾਬੀ ਰਹਿੰਦੇ ਆ ਮੈਨੀਟੋਬਾ ਦੇ ਵਿੱਚ। ਇਹ ਅਜੇ ਕੰਮ ਸ਼ੁਰੂ ਹੋਇਆ, ਇਹ ਆਪਾਂ ਬਹੁਤ ਅੱਗੇ ਲੈ ਕੇ ਜਾਣਾ। ਤੁਸੀਂ ਇਹ ਵੀ ਦੇਖਣਾ ਚਾਹੋਗੇ ਅਤੇ ਦੇਖੋਗੇ ਕਿ ਬਰੈਂਡਨ ਦੇ ਸਕੂਲਾਂ ਵਿੱਚ ਵੀ ਪੰਜਾਬੀ ਬਾਈਲਿੰਗੁਅਲ ਪ੍ਰੋਗਰਾਮ ਹੋਵੇ, ਸਟਾਈਨਬੈਕ ਦੇ ਪ੍ਰੋਗਰਾਮ ਹੋਵੇ, ਸੈਲਕਿਰਕ ਦੇ ਸਕੂਲਾਂ ਦੇ ਵਿੱਚ ਵੀ ਇਹ ਪ੍ਰੋਗਰਾਮ ਹੋਵੇ, ਕਾਲਜ ਦੇ ਵਿੱਚ ਵੀ ਪ੍ਰੋਗਰਾਮ ਹੋਵੇ, ਯੂਨੀਵਰਸਿਟੀ ਦੇ ਵਿੱਚ ਵੀ ਪੰਜਾਬੀ ਦਾ ਕ੍ਰੈਡਿਟ ਕੋਰਸ ਹੋਵੇ। ਇਹ ਹੋ ਸਕਦਾ ਹੈ, UBC ਦੇ ਵਿੱਚ ਹੈਗਾ, ਸਾਡੇ ਕਾਹਤੋਂ ਨਹੀਂ? ਹਿੰਮਤ ਕਰਨੀ ਪੈਣੀ ਆ। ਅਸੀਂ ਮੰਗਣ ਵੇਲੇ ਥੋੜ੍ਹੇ ਜਿਹੇ ਸੰਗ ਜਾਂਦੇ ਹਾਂ, ਅਸੀਂ ਪੈਸੇ ਕਮਾਉਣ ਵੇਲੇ, ਟੈਕਸ ਦੇਣ ਵੇਲੇ ਸਭ ਤੋਂ ਮੂਹਰੇ ਆ। ਅਸੀਂ ਦਾ ਮਤਲਬ ਮੈਂ ਪੰਜਾਬੀ ਕਮਿਊਨਿਟੀ ਦੀ ਗੱਲ ਕਰ ਰਿਹਾ, ਪਰ ਜਦੋਂ ਸਾਡੇ ਹੱਕਾਂ ਦੀ ਗੱਲ ਆਉਂਦੀ ਉਦੋਂ ਅਸੀਂ ਕਹਿ ਦਿੰਦੇ ਹਾਂ ਕੋਈ ਗੱਲ ਨਹੀਂ, ਅਸੀਂ ਪ੍ਰਾਈਵੇਟ ਪੰਜਾਬੀ ਪੜ੍ਹਾ ਲਾਂਗੇ ਜਾਂ ਕਿਤੇ ਅਸੀਂ ਹੋਰ ਭੇਜ ਦਾਂਗੇ। ਨਹੀਂ, ਪਹਿਲੀ ਗੱਲ ਮੈਂ ਜਸਦੀਪ ਦੀ ਗੱਲ ਤੋਂ ਚੱਕਦਾ ਕਿ ਸਾਨੂੰ ਫੰਡਿੰਗ ਦੀ ਜ਼ਰੂਰਤ ਹੈ। ਦੂਸਰੀ ਗੱਲ ਕਿ ਐਂਬਰਟੇਲ ਸਕੂਲ ਦੇ ਵਿੱਚ ਜਿਹੜਾ ਪ੍ਰੋਗਰਾਮ ਹੋਇਆ, ਦੈਟਸ ਅ ਪਾਇਲਟ ਪ੍ਰੋਜੈਕਟ। ਜਿੰਨੇ ਵੀ ਬਾਈਲਿੰਗੁਅਲ ਪ੍ਰੋਗਰਾਮ ਹੋਏ ਆ, ਭਾਵੇਂ ਉਹ ਟਗੈਲੋ ਦਾ, ਫਿਲੀਪੀਨੋ ਦਾ ਸ਼ੁਰੂ ਹੋਇਆ, ਭਾਵੇਂ ਉਹ ਹੈਬਰਿਊ ਦਾ ਹੋਇਆ, ਭਾਵੇਂ ਸਪੈਨਿਸ਼ ਦਾ, ਜਿੰਨੇ ਵੀ ਹੋਇਆ ਉਹ ਸਾਰੇ ਪਾਇਲਟ ਪ੍ਰੋਜੈਕਟ ਹੀ ਸ਼ੁਰੂ ਹੋਇਆ ਇੱਕ ਸਕੂਲ ਦੇ ਵਿੱਚ। ਅਤੇ ਸਕੂਲ ਡਿਵੀਜ਼ਨ ਦੇ ਸਾਰੇ ਸਕੂਲਾਂ ਦੇ ਬੱਚੇ ਉਸ ਸਕੂਲ ਦੇ ਵਿੱਚ ਦਾਖਲਾ ਲੈ ਸਕਦੇ ਆ। 60 ਸੀਟਾਂ ਸੀ। LKG ਦੇ ਵਿੱਚ 20 ਸੀਗੀਆਂ, ਪਹਿਲੀ ਦੇ ਵਿੱਚ 20 ਸੀਗੀਆਂ, ਦੂਜੀ ਦੇ ਵਿੱਚ 20 ਸੀਗੀਆਂ, 85 ਸਟੂਡੈਂਟ ਆ ਗਿਆ ਜੀ, ਉਹਨਾਂ ਦੀ ਇੰਨੀ ਕਪੈਸਿਟੀ ਸੀ। ਜੇ ਇੰਨਾ ਜ਼ਿਆਦਾ ਰਿਸਪੌਂਸ ਆ ਰਿਹਾ ਤਾਂ ਉਹ ਪ੍ਰੋਗਰਾਮ ਮਲਟੀਪਲਾਈ ਹੋਊਗਾ। ਟਰਸਟ ਮੀ, ਮੈਂ ਬ੍ਰਾਇਨ ਓਲੀਅਰੀ ਦੇ ਨਾਲ ਆਪ ਗੱਲ ਕੀਤੀ ਹੈ, ਇਨੀਸ਼ੀਏਟਿਵ ਲਿਆ, ਤੁਹਾਡੀ ਸਾਰਿਆਂ ਦੀ ਸਹਾਇਤਾ ਦੇ ਨਾਲ ਲਿਆ, ਐਂਡ ਦੇ ਆਰ ਓਪਨ ਟੂ ਸਟਾਰਟ ਦੈਟ ਪ੍ਰੋਗਰਾਮ ਇਨ ਆਵਰ ਹਾਈ ਸਕੂਲਸ ਐਜ਼ ਵੈਲ। ਮੇਪਲਸ ਕੋਲੀਜੀਏਟ ਦੇ ਵਿੱਚ ਵੀ ਹੋਣਾ ਚਾਹੀਦਾ। ਜਦੋਂ ਸਾਡੇ ਬੱਚਿਆਂ ਨੂੰ 3 ਕ੍ਰੈਡਿਟ ਦਾ ਇੱਕ ਪੰਜਾਬੀ ਦਾ ਕੋਰਸ ਪੜ੍ਹ ਕੇ ਨੰਬਰ ਮਿਲਦੇ ਆ ਤਾਂ ਉਹ ਕਿਉਂ ਨਾ ਪੜ੍ਹਨ? ਉਹ ਫਰੈਂਚ ਜਾਂ ਤੀਜੀ ਚੌਥੀ ਭਾਸ਼ਾ ਕਾਹਤੋਂ ਲੈਣ? ਸੋ ਇਹ ਹੋਊਗਾ, ਅਸੀਂ ਇਹਦੇ 'ਤੇ ਕੰਮ ਕਰ ਰਹੇ ਹਾਂ, ਆਪਾਂ ਸਾਰੇ ਰਲ ਕੇ ਕੰਮ ਕਰ ਰਹੇ ਹਾਂ, ਕਰਕੇ ਵਿਖਾਵਾਂਗੇ। ਮਿਹਰਬਾਨੀ। ਸਭ ਤੋਂ ਪਹਿਲਾਂ ਤਾਂ ਇਹੋ ਜਿਹਾ ਪ੍ਰੋਗਰਾਮ ਆਰਗੇਨਾਈਜ਼ ਕਰਨ ਵਾਸਤੇ ਤੁਸੀਂ ਸਾਰੇ ਵਧਾਈ ਦੇ ਪਾਤਰ। ਮੇਰੇ ਕੁਐਸਚਨ ਉਹ ਹੈਗੇ ਜਿਹੜੇ ਹੁਣ ਤੱਕ ਗੱਲ ਸ਼ਾਇਦ ਨਹੀਂ ਹੋਈ, ਮੈਂ ਰਿਪੀਟ ਨਹੀਂ ਕਰਨਾ ਚਾਹੁੰਦਾ। ਇੱਕ ਤਾਂ ਇਹ ਹੈ ਕਿ ਜਦੋਂ 15 ਸਾਲ ਪਹਿਲਾਂ ਇੱਕ ਸੈਂਟਰ ਪੋਰਟ ਦੀ ਗੱਲ ਚੱਲੀ ਸੀ, ਹੌਲੀ ਹੌਲੀ ਉਹਦੀ ਡਿਵੈਲਪਮੈਂਟ ਦੀਆਂ ਖਬਰਾਂ ਬਾਹਰ ਆਉਂਦੀਆਂ ਨੇ। ਇਹ ਵੀ ਪਤਾ ਲੱਗਾ ਸੀਗਾ ਕਿ ਜੇ ਸੈਂਟਰ ਪੋਰਟ ਸ਼ੁਰੂ ਹੋ ਗਿਆ ਸੱਚੀ ਮੁੱਚੀ, ਜਿਹੜਾ ਨਾਰਥ ਅਮਰੀਕਾ ਦੇ ਸੈਂਟਰ ਵਿੱਚ ਬਣ ਰਿਹਾ ਹੈ ਜਾਂ ਕੈਨੇਡਾ ਦੇ ਸੈਂਟਰ ਵਿੱਚ ਬਣ ਰਿਹਾ, ਇਹਦੇ ਨਾਲ ਮੈਨੀਟੋਬਾ ਜਾਂ ਖਾਸ ਕਰਕੇ ਜਿਹੜੀ ਹੈ ਤਰੱਕੀ ਬਹੁਤ ਹੋਣੀ। ਉਹ ਤਰੱਕੀ ਕਿੱਥੇ ਚਲੇਗੀ ਅਜੇ ਤੱਕ ਉਹਦਾ ਕੋਈ ਸੁਰ ਪਤਾ ਨਹੀਂ ਲੱਗਦਾ। ਕਦੀ ਕਦੀ ਖਬਰ ਆਉਂਦੀ ਆ ਕਿ ਉੱਥੇ ਰੇਲਵੇ ਬਣ ਰਿਹਾ, ਕਦੀ ਉੱਥੇ ਗਰਾਊਂਡ ਬਣ ਰਿਹਾ, ਕਦੀ ਵੇਅਰ ਹਾਊਸ ਬਣ ਰਿਹਾ। ਅਤੇ ਕੀ ਇਹ ਸਾਡੀ ਹੋਣੀ ਨਾਲ ਇਹ ਸੰਬੰਧਿਤ ਗੱਲ ਹੈ ਕਿ ਇਹਦੇ 'ਤੇ ਪਾਰਟੀਆਂ ਕੀ
ਆਪਣਾ ਵਿਊ ਦਿੰਦੀਆਂ ਹੈਗੀਆਂ ਜੋ ਤੁਸੀਂ ਕੋਈ ਵੀ ਦੇ ਦਿਓ। ਦੂਸਰੀ ਗੱਲ ਵੇਜਸ ਬਾਰੇ ਮੈਂ ਕਰਨੀ ਚਾਹੁੰਦਾ। ਮੈਨੀਟੋਬਾ ਦੇ ਲੋਕ ਜਿਹੜੇ ਹੈਗੇ ਆ ਉਹਨਾਂ ਦੀ ਕੀ ਮਹਿੰਗਾਈ ਘੱਟ ਹੈ ਤੇ ਹੋਰ ਖਰਚੇ ਘੱਟ ਹੈ। ਪਹਿਲੀ ਅਕਤੂਬਰ ਨੂੰ ਅੰਟਾਰੀਓ ਵਿੱਚ ਮਿਨੀਮਮ ਵੇਜਸ 16.55 ਹੋ ਜਾਣੀਆਂ, ਜਦੋਂ ਕਿ ਮੈਨੀਟੋਬਾ ਦੇ ਵਿੱਚ 15.30 ਰਹਿਣੀਆਂ। ਬਰਾਬਰ ਕਿਉਂ ਨਹੀਂ? ਅਸੀਂ ਰੈਡੀਓ ਸਿਟੀ ਦਾ ਨਹੀਂ ਕਿ ਮੈਨੀਟੋਬਾ ਜਿਹੜੀ ਪੈਸਾ ਵੱਖਰਾ ਰੱਖਣੀ ਹੈ, ਕਿਉਂ ਨਹੀਂ ਪਾਰਟੀਆਂ ਇਸ ਗੱਲ ਦੇ ਇੱਕਜੁੱਟ ਹੁੰਦੀਆਂ ਕਿ ਅੰਟਾਰੀਓ ਦੇ ਬਰਾਬਰ ਜਾਂ BC ਦੇ ਬਰਾਬਰ ਇੱਥੋਂ ਦੇ ਲੋਕਾਂ ਦੀ ਮਿਨੀਮਮ ਵੇਜਸ ਵੀ ਹੋਣ। ਦੂਸਰੀ ਗੱਲ ਜਿਹੜੀ ਹੈ ਨਾਰਥ ਐਂਡ ਵੈਸਟ ਐਂਡ, ਇਹ ਤਾਂ ਲੱਗਦਾ ਜਿੱਦਾਂ ਇੰਡੀਆ ਦੇ ਵਿੱਚ ਇੱਕ ਵੱਖਰਾ ਜਿਹੜਾ ਸੂਬਾ ਹੈ ਕਸ਼ਮੀਰ, ਤੇ ਉਹਨੂੰ ਉੱਥੇ ਡਿਸਟਰਬ ਹੀ ਰਹਿਣ ਦਿੱਤਾ ਗਿਆ ਸਾਰੀਆਂ ਪਾਰਟੀਆਂ ਵੱਲੋਂ, ਤੇ ਤੁਸੀਂ ਵੀ ਉਹਨੂੰ ਡਿਸਟਰਬ ਹੀ ਰਹਿਣ ਦਿੱਤਾ ਨਾਰਥ ਐਂਡ ਵੈਸਟ ਐਂਡ ਨੂੰ। ਉਹਨੂੰ ਕਦੋਂ ਸੁਧਾਰਨਾ? ਜਦੋਂ ਕਿ ਸਭ ਤੋਂ ਵੱਧ ਕ੍ਰਾਈਮ ਉੱਥੇ ਹੁੰਦੇ, ਪੁਲਿਸ ਦਾ ਖਰਚਾ ਸਭ ਤੋਂ ਵੱਧ ਉੱਥੇ ਹੁੰਦਾ, ਤੇ ਉਹਦੇ ਵੱਲ ਕਿਸੇ ਦਾ ਕੋਈ ਧਿਆਨ ਤੁਹਾਡੇ ਵਿੱਚੋਂ ਹੈ ਨਹੀਂ। ਦੂਸਰੀ ਗੱਲ ਹੈਗੀ ਹੈ ਡਿਵੈਲਪਮੈਂਟ ਦੀ ਗੱਲ। ਤੁਹਾਨੂੰ ਲੱਗ ਰਿਹਾ ਕਿ ਵੈਸੇ ਜਿਹੜਾ ਨਾਰਥ ਵੈਸਟ ਏਰੀਆ ਤੇ ਜਿਹੜਾ ਸਾਊਥ ਏਰੀਆ ਇੰਟਾਇਰਲੀ ਡਿਫਰੈਂਟ ਨਹੀਂ ਲੱਗ ਰਿਹਾ? ਉੱਥੇ ਡਿਵੈਲਪਮੈਂਟ ਕਿੰਨੀ ਤੇਜ਼ੀ ਨਾਲ ਹੁੰਦੀ ਹੈ, ਤੇ ਸਾਡੇ ਅਸੀਂ ਜਿਹੜੇ ਹੁਣ ਤੱਕ ਬੋਲ ਚੁੱਕੇ ਹਾਂ ਉਹ ਵੈਸਟ ਐਂਡ ਨਾਰਥ ਵੈਸਟ ਦੀ ਗੱਲਾਂ ਕਰਦੇ ਹਾਂ, ਤੇ ਇੱਥੇ ਡਿਵੈਲਪਮੈਂਟ ਸੱਚੀ ਮੁੱਚੀ ਨਹੀਂ ਹੁੰਦੀ। ਇੱਕ ਹੋਰ ਬੜੀ ਗੰਭੀਰ ਗੱਲ ਸਕੂਲ ਸਟੱਡੀ ਦੀ ਗੱਲ ਅਸੀਂ ਕਰਦੇ ਪਏ ਹਾਂ। ਸਕੂਲ ਸਟੱਡੀ ਦੇ ਨਾਲ ਨਾਲ ਤੁਸੀਂ ਇੱਕ ਨਵੀਂ ਖਬਰ ਸਾਰੇ ਨੇ ਸੁਣੀ ਆ, ਬੋਲਿਆ ਪਤਾ ਨਹੀਂ ਕਿਉਂ ਨਹੀਂ ਹੋਈ, ਉਹ ਇਹ ਹੈ ਕਿ ਸਕੂਲਾਂ ਦੇ ਵਿੱਚ ਸੈਕਸ ਐਜੂਕੇਸ਼ਨ ਤੇ ਇੱਕ ਨਸ਼ੇ ਕਿਵੇਂ ਕਰਨੇ, ਇਹ ਹੁਣ ਪੜ੍ਹਾਇਆ ਜਾਣ ਲੱਗ ਪਿਆ। ਇਹ ਸਾਡੀ ਹੋਣੀ ਤਾਂ ਹੈ ਨਹੀਂ, ਕਿਉਂ ਇਹ ਤੇ ਗੱਲ ਨਹੀਂ ਕੀਤੀ ਜਾ ਰਹੀ? ਕਿਸੇ ਕੈਨੇਡਾ ਦੇ ਕਿਸੇ ਸੂਬੇ ਦੇ ਵਿੱਚ ਪਾਰਕਾਂ ਵਿੱਚ ਸ਼ਰਾਬ ਪੀਣ ਦੀ ਖੁੱਲ੍ਹ ਦੇ ਦਿੱਤੀ ਗਈ ਹੈ। ਤੁਸੀਂ ਬਣਨਾ MLA ਤੇ ਜਾਣਾ ਵਿਧਾਨ ਸਭਾ ਦੇ ਵਿੱਚ, ਕਿਤੇ ਤੁਸੀਂ ਵੀ ਤਾਂ ਨਹੀਂ ਸੋਚਦੇ ਵੀ ਮੈਨੀਟੋਬਾ ਵਿੱਚ ਕੀ ਕਰਨਾ ਜਾਵੇ? ਵਿਨੀਪੈਗ ਦੇ ਵਿੱਚ ਪਾਰਕਾਂ 'ਚ ਬੈਠ ਕੇ ਲੋਕ PC ਪਾਰਟੀ ਨੇ ਐਡਵਾਂਸਡ ਪੈਰੈਂਟਲ ਰਾਈਟਸ ਦਾ ਕੱਢਿਆ, ਅਸੀਂ ਮੋਸ਼ਨ ਕੱਢਿਆ। ਜਿਹੜੇ ਪੇਰੈਂਟਸ ਆ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਸਕੂਲਾਂ 'ਚ ਕੀ ਪੜ੍ਹਾਉਂਦੇ ਆ, ਅਪਡੇਟ ਵੀ ਹੋਣੇ ਚਾਹੀਦੇ ਆ, ਰਾਈਟ? ਆਪਣੇ ਇਨਵੋਲਵਮੈਂਟ ਵੀ ਹੋਣਾ ਚਾਹੀਦਾ, ਆਪਣੇ ਫੈਮਿਲੀ ਵੈਲਿਊਜ਼ ਮੇਨਟੇਨ ਕਰਨੇ ਆ। ਤੇ ਜੇ ਤੁਸੀਂ ਆਈਡੀਓਲੋਜੀ ਦੀ ਗੱਲ ਕਰਨੇ ਆ, ਹੁਣ ਜਿਵੇਂ ਬਾਈ ਨੇ ਕਿਹਾ ਰਾਈਟ ਦੀ ਆਈਡੀਓਲੋਜੀ ਟਰੰਪ ਤੇ ਮੋਦੀ ਦਾ, ਰਾਈਟ ਦੀ ਆਈਡੀਓਲੋਜੀ ਫੈਮਿਲੀ ਵੈਲਿਊਜ਼ ਆ, ਫੈਮਿਲੀ ਸਟਰਕਚਰ ਕਿਵੇਂ ਰੱਖਣਾ, ਆਪਣੇ ਕਮਿਊਨਿਟੀ 'ਚ ਐਕਸਟੈਂਡਡ ਫੈਮਿਲੀ ਵੈਲਿਊਜ਼ ਕੀ ਆ, ਰਸਤੇ ਕਿਵੇਂ ਰੱਖਣੇ ਆ, ਉਹ ਵੀ ਰਾਈਟਸ ਦੀ ਵੈਲਿਊਜ਼ ਆ। ਮੈਂ ਪੈਰੈਂਟਲ ਰਾਈਟ ਸਪੋਰਟ ਕਰੂੰਗਾ। ਪੇਰੈਂਟਸ ਦੀ ਚੋਇਸ ਹੋਣੀ ਚਾਹੀਦੀ ਆ ਉਹਦੇ ਵਿੱਚ। ਥੈਂਕ ਯੂ ਬਾਈ ਜੀ ਕੁਐਸਚਨ ਲਈ। ਸਭ ਤੋਂ ਪਹਿਲਾਂ ਤਾਂ ਮੈਨੀਟੋਬਾ ਜਿਹੜਾ ਐਜੂਕੇਸ਼ਨ ਐਕਟ ਹੈਗਾ, ਮੈਨੀਟੋਬਾ ਸਕੂਲ ਬੋਰਡਸ ਐਜੂਕੇਸ਼ਨ ਐਕਟ ਹੈਗਾ, ਉਹਦੇ ਵਿੱਚ ਪੇਰੈਂਟਲ ਰਾਈਟਸ ਆਲਰੇਡੀ ਹੈਗੇ। ਸੋ ਇਸ ਮੁੱਦੇ ਨੂੰ ਜਿਹੜਾ ਕੰਜ਼ਰਵੇਟਿਵ ਪਾਰਟੀ ਵੱਲੋਂ ਬਿਲਕੁਲ ਤੁਹਾਨੂੰ ਫੀਅਰ ਮੌਂਗਰਿੰਗ ਕਰਕੇ ਡਰਾਇਆ ਜਾ ਰਿਹਾ ਹੈ। ਪੇਰੈਂਟਸ ਰਾਈਟ ਹੈਗੇ ਆ, ਪੇਰੈਂਟਸ ਕਾਉਂਸਲਸ ਬਣੀਆਂ ਨੇ, ਸਕੂਲ ਬੋਰਡਸ ਹੈਗੇ ਨੇ, ਸਕੂਲ ਟਰਸਟੀਜ਼ ਹੈਗੇ ਨੇ। ਜਿਹੜੀ ਇਹ ਗੱਲ ਕਹਿ ਰਿਹਾ ਕਿ ਹੋਣਾ ਚਾਹੀਦਾ, ਇਟਸ ਆਲਰੇਡੀ ਇਨ ਪਲੇਸ। ਉਹਦੇ ਵਿੱਚ ਆਪਾਂ ਪਾਰਟਿਸਿਪੇਸ਼ਨ ਕਰਕੇ ਆਪਣੇ ਕੋਲੇ ਪਹਿਲਾਂ ਹੀ ਰਾਈਟ ਹੈ ਕਿ ਅਸੀਂ ਟੀਚਰਸ ਨਾਲ, ਸਕੂਲ ਬੋਰਡ ਟਰਸਟੀਜ਼ ਦੇ ਨਾਲ ਜਾ ਕੇ ਡਿਸਕਸ਼ਨ ਕਰੀਏ, ਗੱਲ ਕਰੀਏ ਕਿ ਤੁਹਾਡੇ ਸਕੂਲ ਕਿਵੇਂ ਰਨ ਕਰਨੇ, ਉੱਥੇ ਕਿਹੜੀ ਚੀਜ਼ ਅਲਾਉਡ ਹੋਣੀ ਚਾਹੀਦੀ ਹੈ, ਕਿਹੜੀ ਨਹੀਂ ਹੋਣੀ ਚਾਹੀਦੀ। ਸੋ PC ਪਾਰਟੀ ਕੁਛ ਨਵਾਂ ਨਹੀਂ ਕਰ ਰਹੀ, ਸਿਰਫ ਤੇ ਸਿਰਫ ਜਿਹੜਾ ਵੋਟਰਸ ਨੂੰ ਕਨਫਿਊਜ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਟਸ ਆਲਰੇਡੀ ਐਕਟ ਪੜ੍ਹ ਲਿਓ ਘਰੇ ਜਾ ਕੇ, ਜਿਹੜਾ ਆਪਣਾ ਐਜੂਕੇਸ਼ਨ ਐਕਟ ਹੈਗਾ ਉਹਦੇ ਵਿੱਚ ਆਲਰੇਡੀ ਪੇਰੈਂਟ ਰਾਈਟਸ ਹੈਗੇ ਆ ਜੀ। ਥੈਂਕ ਯੂ। ਜੋ ਗਲਤ ਹੋ ਰਿਹਾ ਉਹਨੂੰ ਠੀਕ ਕਿਵੇਂ ਕਰਨਾ, ਉਹਦਾ ਇੱਕ ਸਿਸਟਮ ਬਣਿਆ ਹੋਇਆ, ਲੋਕਲ ਗਵਰਨਮੈਂਟ ਬਣੀ ਹੋਈ ਹੈ, ਸਕੂਲ ਬੋਰਡਸ ਬਣੇ ਹੋਏ ਨੇ। ਗਵਰਨਮੈਂਟ ਦਾ ਜਿਹੜਾ ਵੀ ਐਜੂਕੇਸ਼ਨ ਮਿਨਿਸਟਰ ਹੋਊਗਾ, ਵੀ ਵੁੱਡ ਆਲਵੇਜ਼ ਬੀ ਓਪਨ ਟੂ ਡਿਸਕਸ ਅਬਾਊਟ ਇਟ ਐਂਡ ਸਟੈਂਡ ਵਿਦ ਦ ਪੇਰੈਂਟਸ। ਹਾਂਜੀ, ਸੋ ਇਹ ਬਰਾੜ ਸਾਹਿਬ ਨੇ ਫੀਅਰ ਮੌਂਗਰਿੰਗ ਦੀ ਗੱਲ ਕਹਿਤੀ ਵੀ ਅੱਗੇ ਵੀ ਪੈਰੈਂਟਲ ਰਾਈਟ ਸੀਗੇ, ਅਤੇ ਜਿਹੜਾ ਕੁਛ ਪੜ੍ਹਾਇਆ ਜਾਂਦਾ ਸਕੂਲਾਂ ਦੇ ਵਿੱਚ ਉਹ ਪੇਰੈਂਟਸ ਨੂੰ ਪਤਾ ਹੁੰਦਾ। ਸੋ ਮੈਂ ਦੱਸਣਾ ਚਾਹੁੰਦਾ ਵੀ ਜਿਹੜਾ ਪਬਲਿਕ ਸਕੂਲ ਸਿਸਟਮ ਆ ਵੀ 12ਵੀਂ ਤੋਂ ਥੱਲੇ ਉਹਦਾ ਮੇਰਾ ਐਕਸਪੀਰੀਅੰਸ ਹੈ ਨਹੀਂ, ਵੀ ਪੜ੍ਹੇ ਤਾਂ ਹੈਗੇ ਆ ਇੱਥੇ, ਬਟ ਗਵਰਨੈਂਸ ਦੇ ਵਿੱਚ ਇੰਨਾ ਐਕਸਪੀਰੀਅੰਸ ਹੈ ਨਹੀਂ। ਪਰ ਜਿਹੜੀ ਯੂਨੀਵਰਸਿਟੀ 'ਚੋਂ ਟੀਚਰ ਟ੍ਰੇਨ ਹੋ ਕੇ ਆਉਂਦੇ ਨੇ,
ਉੱਥੇ ਦਾ ਐਕਸਪੀਰੀਅੰਸ ਮੈਨੂੰ ਹੈਗਾ, ਤੇ ਉੱਥੇ ਬਹੁਤ ਕਈ ਗਲਤ ਚੀਜ਼ਾਂ ਪੜ੍ਹਾਈਆਂ ਜਾਂਦੀਆਂ ਨੇ। ਸਮਝ ਲਓ ਵੀ 1+1 ਕਿਸੇ ਨੂੰ ਵੀ ਇੱਥੇ ਪੁੱਛ ਲਓ ਵੀ 2 ਇਕੁਅਲ ਕਰਦਾ, ਇਹ ਇਨਹੇਰੈਂਟ ਆਨਸਰ ਲੱਗਦਾ। ਪਰ ਯੂਨੀਵਰਸਿਟੀ ਦੇ ਵਿੱਚ ਕਈ ਇਹੋ ਜਿਹੇ ਬੰਦੇ ਹੈਗੇ ਨੇ ਜਿਹੜੇ ਕਹਿੰਦੇ ਆ ਵੀ ਜਿਹੜੀ ਮੈਥ ਆ ਉਹ ਅੰਗਰੇਜ਼ਾਂ ਨੇ ਬਣਾਈ ਆ, ਕਲੋਨੀਅਲ ਕਨਸੈਪਟ ਆ ਮੈਥ, ਵੀ 1+1 = 2, ਇਹ ਕਲਚਰਲੀ ਸਪੈਸੀਫਿਕ ਆ, ਵੀ ਹੋਰ ਕਲਚਰਾਂ ਦੇ ਵਿੱਚ ਕੋਈ ਹੋਰ ਸਵਾਲ ਵੀ ਹੋ ਸਕਦਾ ਵੀ 1+1 3 ਵੀ ਇਕੁਅਲ ਕਰ ਸਕਦਾ, ਜਾਂ ਹੋਰ ਵੀ ਕਈ ਚੀਜ਼ਾਂ ਵੀ ਸਮਝ ਲਓ ਬਾਇਓਲੋਜੀ ਜਾਂ ਮੈਥ ਜਾਂ ਕੈਮਿਸਟਰੀ ਦੇ ਉਲਟ ਚੱਲਦੀਆਂ ਨੇ, ਤੇ ਇਹ ਬਹੁਤ ਖੱਬੇ ਪੱਖੀ ਮੂਵਮੈਂਟ ਹੈਗਾ, ਤੇ ਉੱਥੋਂ ਹੀ ਟ੍ਰੇਨ ਹੋ ਕੇ ਤੁਹਾਡੇ ਜਵਾਕਾਂ ਨੂੰ ਗਾਂ ਇਹੋ ਜਿਹੀਆਂ ਚੀਜ਼ਾਂ ਪੜ੍ਹਾਉਂਦੇ ਨੇ। ਇਹ ਖੁਦ ਟੀਚਰਾਂ ਤੋਂ ਤਾਂ ਨਹੀਂ ਵੇਖਿਆ, ਬਟ ਬਹੁਤ ਹੀ ਰੈਡੀਕਲ ਲਹਿਰ ਚੱਲ ਰਹੀ ਹੈ ਇਸ ਟਾਈਮ ਯੂਨੀਵਰਸਿਟੀਜ਼ ਦੇ ਵਿੱਚ। ਤੇ ਤੁਹਾਨੂੰ ਮੈਂ ਬਾਅਦ ਚੋਂ ਲਾਈਕ ਜੇ ਤੁਸੀਂ ਕੋਈ ਵੇਖਣਾ ਵੀ ਰੂਲ ਕਿਹੋ ਜਿਹੇ ਬਣਾਏ ਗਏ ਨੇ, ਇਲੈਕਸ਼ਨਸ ਰੂਲ ਕਿਹੋ ਜਿਹੇ ਬਣਾਏ ਗਏ ਸੀਗੇ ਸਟੂਡੈਂਟ ਯੂਨੀਅਨ ਦੇ ਵਿੱਚ, ਫਰੀडम ਆਫ ਸਪੀਚ ਤੇ ਟਰਾਂਸਗ੍ਰੈਸ ਕਰਨ ਲਈ ਕਿਹੋ ਜਿਹੇ ਰੂਲ ਬਣੇ ਸੀਗੇ, ਉਹ ਮੈਂ ਤੁਹਾਨੂੰ ਵਿਖਾ ਸਕਦਾ, ਤੇ ਤੁਸੀਂ ਆਪ ਵੇਖ ਸਕਦੇ ਆ ਵੀ ਜਿਹੜੀ ਲੈਫਟ ਵਿੰਗ ਆ ਵੀ ਉਹ ਐਜੂਕੇਸ਼ਨ ਨੂੰ ਕਿੰਨੀ ਕੁ ਪ੍ਰਾਇੋਰਟੀ ਰੱਖਦੀ ਹੈ। ਤੁਹਾਡੇ ਸਵਾਲ ਦਾ ਜਿਹੜਾ ਜਵਾਬ ਹੈ ਨਾ, ਉਹ ਦੇਣ ਤੋਂ ਪਹਿਲਾਂ ਮੈਂ ਦੱਸਾਂ ਕਿ ਜਿਹੜੇ ਪਹਿਲਾਂ ਸਵਾਲ ਪੁੱਛੇ ਗਏ ਆ ਰਾਜ ਭਾਜੀ ਤੁਹਾਡਾ ਵੀ, ਕਿ ਸਪੋਰਟ ਕਰੋਗੇ ਕਿ ਨਹੀਂ ਇੰਡੀਵਿਜੂਅਲੀ, ਮੈਂ ਤੁਹਾਨੂੰ ਦੱਸਾਂ ਜਿਹੜਾ MLA ਹੈ ਨਾ, MLA ਰਿਪਰੈਜ਼ੈਂਟੇਟਿਵ ਹੈ ਕਮਿਊਨਿਟੀ ਦਾ। ਜੇ ਤੁਸੀਂ ਕੋਈ ਚੀਜ਼ ਮੈਨੂੰ ਕਹਿੰਦੇ ਹੋ ਤੇ ਤੁਸੀਂ ਉਸ ਕਨਸਟੀਟੂਐਂਸੀ ਦੇ ਵਿੱਚ ਰਹਿੰਦੇ ਹੋ, ਤੁਹਾਡੇ ਨਾਲ ਖੜੇ 4 ਜਾਣੇ ਮੈਨੂੰ ਕੁਝ ਹੋਰ ਕਹਿੰਦੇ ਆ, ਤਾਂ ਜਿਹੜੀ ਮੇਰੀ ਵੌਇਸ ਹੈ ਨਾ ਉਹ ਉਸ ਪੱਖ ਨਾਲ ਜਾਊਗੀ ਜਿਹਨੂੰ ਜ਼ਿਆਦਾ ਲੋੜ ਹੈ ਜਾਂ ਜਿਹਦਾ ਜ਼ਿਆਦਾ ਹੱਕ ਹੈ। ਜੇ 4 ਜਾਣੇ ਇੱਕ ਪਾਸੇ, ਇੱਕ ਜਾਣਾ ਇੱਕ ਪਾਸੇ, ਮੈਨੂੰ 4 ਦੀ ਆਵਾਜ਼ ਲੈਜਿਸਲੇਚਰ 'ਚ ਲੈ ਕੇ ਜਾਣੀ ਪਊਗੀ। ਇਹ MLA ਦੀ ਜੌਬ ਹੈ। ਮੈਂ ਕੀ ਚਾਹੁੰਦਾ ਕੀ ਨਹੀਂ ਚਾਹੁੰਦਾ ਉਹ ਤਾਂ ਮੇਰੇ ਘਰ ਦੀ 4 ਦੀਵਾਰੀ 'ਚ ਹੈ, ਠੀਕ ਹੈ ਨਾ ਜੀ, ਮੇਰੀ ਆਪਦੀ ਪਰਸਨਲ ਚੋਇਸ ਹੈ। ਮੈਂ ਕਮਿਊਨਿਟੀ ਨੂੰ ਰਿਪਰੈਜ਼ੈਂਟ ਕਰਦਾ। ਦੂਸਰੀ ਗੱਲ ਭਾਜੀ ਤੁਹਾਡੀ ਜਿਹੜੀ ਆਪਣੀ ਸੀਗੀ ਟ੍ਰਾਂਜ਼ਿਟ ਦੀ, ਤਾਂ ਐਜ਼ ਐਨ MLA ਰਾਈਟ ਨਾਓ ਮੈਂ ਲੈਜਿਸਲੇਚਰ ਬਿਲਡਿੰਗ ਦੇ ਅੰਦਰ ਨਹੀਂ ਹੈਗਾ, ਹੈ ਨਾ, ਉਸ ਕੈਬਨਿਟ ਦੇ ਵਿੱਚ ਨਹੀਂ ਹੈਗਾ, ਤਾਂ ਉਹਦੇ ਅੰਦਰ ਕਿਹੜੀਆਂ ਪਾਲਿਸੀਜ਼, ਕਿਹੜੇ ਰੂਲਸ ਕੀ ਬਣਦੇ ਪਏ ਆ ਜਾਂ ਕੀ ਬਣੇ ਹੋਏ ਆ ਹਜੇ ਤੱਕ ਆਪਾਂ ਨੂੰ ਉਹਦੀ ਇਨਫੋਰਮੇਸ਼ਨ ਨਹੀਂ ਹੈਗੀ। ਜਿਵੇਂ MP ਸਾਹਿਬ ਤੁਸੀਂ ਕਿਹਾ ਸੀਗਾ ਕਿ ਬਈ ਸੈਂਟਰ ਪੋਰਟ ਹਵਾ 'ਚ ਸੀ, ਬਣਿਆ ਕਿ ਨਹੀਂ ਬਣਿਆ, ਉਹ ਚੀਜ਼ਾਂ ਅੰਦਰੋਂ ਹੀ ਨਿਕਲਣਗੀਆਂ, ਬਾਹਰ ਤਾਂ ਖਬਰਾਂ ਹੀ ਆਉਣਗੀਆਂ ਜਿਹੜੀਆਂ ਹਜੇ ਠੋਸ ਨਹੀਂ ਹੈਗੀਆਂ। ਤਾਂ ਐਜ਼ ਐਨ MLA ਅਸੀਂ ਓਪਨ ਟੂ ਹੀਅਰ ਹੋਵਾਂਗੇ ਐਨੀਥਿੰਗ ਦੈਟ ਕਮਸ ਟੂ ਮਾਈ ਟੇਬਲ। ਕੋਈ ਵੀ ਚੀਜ਼ ਮੇਰੇ ਆਫਿਸ ਦੇ ਵਿੱਚ ਆਈ, ਜੇ ਮੈਂ MLA ਇਲੈਕਟ ਹੁੰਦਾ ਤਾਂ ਅਨਹਰਡ ਨਹੀਂ ਜਾਊਗੀ, ਉਹਦੀ ਬਣਦੀ ਆਵਾਜ਼ ਉੱਥੇ ਆਊਗੀ, ਤੇ ਜਿਹੜੇ ਵੀ ਡਿਪਾਰਟਮੈਂਟ ਦੀ ਉਹਦੀ ਰਿਸਪੌਂਸਿਬਿਲਿਟੀ ਹੈ ਉੱਥੋਂ ਤੱਕ ਪਹੁੰਚੂਗੀ। ਹੁਣ ਉਹ ਚੀਜ਼ ਹੋਵੇ ਜਾਂ ਨਾ ਹੋਵੇ, ਉਹਦਾ ਆਨਸਰ ਵੀ ਕਮਿਊਨਿਟੀ ਤੱਕ ਆਊਗਾ। ਇਹ ਚੀਜ਼ ਦਾ ਮੇਰਾ ਵਾਅਦਾ ਹੈ। ਮਨਦੀਪ ਭਾਜੀ ਥੈਂਕ ਯੂ ਜੀ। ਮੈਂ ਬਾਈ ਜੀ ਬਹੁਤ ਵਧੀਆ ਕੁਐਸਚਨ ਸੀਗਾ ਤੁਹਾਡਾ, ਜਿਹੜਾ ਸੀਗਾ ਵਿਨੀਪੈਗ ਟ੍ਰਾਂਜ਼ਿਟ ਦੇ ਉੱਤੇ। ਥੋੜੀ ਜਿਹੀ ਹਾਈਲਾਈਟ ਕਰਨਾ ਚਾਹਣਾ, ਸਮਤ ਨੇ ਕਹਿਣਾ ਵੀ ਨਹੀਂ ਪਤਾ ਹਜੇ ਇਸ ਨੂੰ ਬੜਾ ਥੋੜਾ ਸਿੱਖ ਰਿਹਾ ਹੈਗਾ। PC ਗਵਰਨਮੈਂਟ ਨੇ 50-50 ਫੰਡਿੰਗ ਹੁੰਦੀ ਸੀਗੀ ਵਿਨੀਪੈਗ ਟ੍ਰਾਂਜ਼ਿਟ ਦੀ, ਉਹ ਕੱਟ ਕਰਤੀ ਸੀਗੀ, ਇਸ ਕਰਕੇ ਉਹਨਾਂ ਨੂੰ ਸਰਵਿਸਿਜ਼ ਕੱਟ ਕਰਨੀਆਂ ਪਈਆਂ। ਇਹ ਸਿਰਫ PC ਗਵਰਨਮੈਂਟ ਕਰਕੇ ਹੋਇਆਗਾ, ਤੇ ਅਸੀਂ ਜ਼ਰੂਰ ਇਹਦੇ ਲਈ ਉਹ ਕਰਾਂਗੇ। ਇੱਕ ਛੋਟਾ ਜਿਹਾ ਪਤਾ ਕੀ, ਮੈਂ ਲਾਸਟ ਗੱਲ ਭਾਜੀ, ਮੈਂ ਨਾ ਕੋਸ਼ਿਸ਼ ਨਹੀਂ ਕਰ ਰਿਹਾ ਸੀਗਾ ਕਿ ਮੈਂ ਡਿਬੇਟ ਕਰਾਂ। ਤੁਸੀਂ ਮੈਨੂੰ ਕਿਹਾ ਸੀ ਭਾਜੀ ਇੱਥੇ ਡਿਬੇਟ ਨਹੀਂ ਹੋਣੀ, ਕਿਹਾ ਸੀਗਾ ਨਾ। ਇੱਕ ਮਿੰਟ ਭਾਜੀ, ਪਤਾ ਕੀ ਹੈ, ਸਾਰਿਆਂ ਨੇ ਆਪਦੇ ਪੱਖ ਰੱਖਿਆ। ਇੱਕ ਗੱਲ ਤਾਂ ਮੈਂ ਕਹੂੰਗਾ ਕਿ ਵੀ ਵਰ ਹੇਅਰ, ਅਸੀਂ ਇੱਥੇ ਆਏ ਸੀ ਇਹ ਦੱਸਣ ਲਈ ਕਿ ਅਸੀਂ ਸਮਾਜ ਲਈ ਕੀ ਕਰਾਂਗੇ ਜੇ ਤੁਸੀਂ ਸਾਨੂੰ ਚੁਣਦੇ ਹੋ। ਅਸੀਂ ਇਸ ਚੀਜ਼ ਨਹੀਂ ਕਰਨ ਆਏ ਸੀ NDP ਨੇ ਇਹ ਕੀਤਾ ਤੇ PC ਇਹ ਕਰ ਰਹੀ ਹੈ, ਇਹਨਾਂ ਨੇ ਫੰਡ ਕੱਟ ਕੀਤੇ ਨਹੀਂ ਕੀਤੇ। ਤੁਸੀਂ ਵੀ ਭਾਜੀ ਪਾਰਟੀ ਦੇ ਵਿੱਚ ਹੀ। ਇੱਕ ਮਿੰਟ, ਮੈਂ ਕੋਈ ਆਪਣਾ ਆਰਗੂਮੈਂਟ ਨਹੀਂ ਕਰਨਾ। ਥੈਂਕ ਯੂ, ਤੁਸੀਂ ਮੈਨੂੰ ਇਨਫੋਰਮ ਕੀਤਾ, ਐਜੂਕੇਟ ਕੀਤਾ ਉਸ ਚੀਜ਼ ਲਈ। ਹਾਂਜੀ, ਪਰ ਮੈਂ ਚਾਹੁੰਦਾ ਕਿ ਜਿੰਨਾ ਇਸ ਮੀਟਿੰਗ ਦਾ ਜਿਹੜਾ ਸੀਗਾ ਨਾ ਲੌਜਿਕ, ਉਹ ਸੀਗਾ ਕਿ ਮੁੱਦੇ ਜਿਹੜੇ ਹੈਗੇ ਉਹ ਤੁਸੀਂ ਉਹਨਾਂ ਲਈ ਕੀ ਕਰ ਸਕਦੇ ਹੋ, ਆਵਾਜ਼ ਬਣੋਗੇ ਜਾਂ ਨਹੀਂ, ਉਹਨੂੰ ਸੋਲਵ ਕਰ ਸਕਦੇ ਹੋ ਜਾਂ ਨਹੀਂ ਕਰ ਸਕਦੇ। ਭਾਜੀ NDP ਨੇ ਇਹ ਕੀਤਾ, PC ਨੇ ਇਹ ਕੀਤਾ। ਭਾਜੀ ਇਹ ਤਾਂ ਰਾਜਨੀਤੀ ਹੈ, ਇਹ ਤਾਂ ਸਦੀਆਂ ਤੋਂ ਚੱਲਦੀ ਆ ਰਹੀ ਹੈ। 7 ਸਾਲ ਪਹਿਲਾਂ ਸਰਕਾਰ PC ਦੀ ਥੋੜ੍ਹੀ ਸੀਗੀ। ਇਹ ਤਾਂ ਹੈ ਨਹੀਂ ਗਾ ਵੀ ਅੱਜ ਇਲੈਕਸ਼ਨਾਂ ਹੋ ਗਈਆਂ ਤਾਂ ਹਾਲਾਤ ਚੇਂਜ ਹੋ ਗਏ। ਸੋ ਥੈਂਕ ਯੂ ਸੋ ਮਚ ਸਾਰਿਆਂ ਦੇ ਆਉਣ ਲਈ, ਤੇ ਆਸ ਕਰਦੇ ਹਾਂ ਕਿ ਤੁਸੀਂ ਸਾਥ ਦਿਓਗੇ ਛੋਟੇ ਭਰਾ ਦਾ। ਥੈਂਕ ਯੂ ਜੀ। ਹਾਂਜੀ, ਓਕੇ ਜੀ, ਵਿਚਾਰ ਆਪਾਂ ਸਾਰਿਆਂ ਨੇ ਸੁਣੇ। ਸੋ ਮੁੱਖ ਜੋ ਮੋਟਿਵ ਸੀਗਾ ਜੀ, ਥੋੜ੍ਹਾ ਬਹੁਤਾ ਕਹਿ ਸਕਦੇ ਹਾਂ ਚਲੋ
ਆਪਣੀਆਂ ਭਾਵਨਾਵਾਂ ਜਾਂ ਤੁਸੀਂ ਉਹਦੇ ਵਿੱਚ ਵਹੇ ਹੋ, ਪਰ ਮੋਟਿਵ ਜੋ ਓਵਰਆਲ ਰੱਖਿਆ ਗਿਆ ਸੀ ਸਾਰੇ ਭਾਈਚਾਰੇ ਨੂੰ ਬੁਲਾਉਣ ਦਾ, ਕਾਮਨ ਮੁੱਦੇ ਲੱਭਣ ਕਰਨ ਦਾ, ਕਿਤੇ ਨਾ ਕਿਤੇ ਮੈਂ ਕਹਿ ਸਕਦਾ 60-70% ਉਹ ਗੱਲਾਂ ਹੋਈਆਂ ਨੇ ਜਿੱਥੇ ਦੋਨੋਂ ਪਾਰਟੀਆਂ ਸਹਿਮਤ ਕਰਦੀਆਂ ਨੇ, ਸਾਰੇ ਸਾਡੇ ਐਮਐਲਏ ਕੈਂਡੀਡੇਟ ਸਹਿਮਤ ਕਰਦੇ ਨੇ, ਉਹਨੂੰ ਇੰਪਲੀਮੈਂਟੇਸ਼ਨਸ ਕਿਵੇਂ ਕਰਨੀਆਂ ਨੇ ਉਹ ਵਿਚਾਰਧਾਰਾ ਸਾਰਿਆਂ ਦੀ ਵੱਖ-ਵੱਖ ਹੈ। ਰਿਸਪੈਕਟਫੁਲੀ ਤੁਸੀਂ ਇਹ ਜੋ ਸਾਰੀ ਗੱਲਬਾਤ ਹੈ ਰੱਖੀ ਤੇ ਸਾਡੇ ਸਾਰੇ ਜਿੰਨੇ ਪਰਿਵਾਰਕ ਮੈਂਬਰ ਆਏ ਨੇ, ਸੋ ਤੁਸੀਂ ਉਹ ਮੁੱਦੇ ਧਿਆਨ ਨਾਲ ਸੁਣੇ ਤੇ ਉਸੇ ਤਰੀਕੇ ਸਾਡੇ ਮੀਡੀਆ ਕਰਮੀਆਂ ਨੇ ਦੁਆਰਾ ਉਹ ਜੋ ਕੁਛ ਇੱਕ ਕੁਐਸਚਨ ਸਨ, ਸਵਾਲ ਸਕ ਤੁਹਾਡੇ ਤੱਕ ਰੱਖੇ। ਸੋ ਪ੍ਰਾਈਮ ਏਸ਼ੀਆ ਟੀਵੀ ਵੱਲੋਂ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਜੀ ਕਿ ਤੁਸੀਂ ਸਾਡੇ ਸੱਦੇ ਦੇ ਉੱਤੇ ਪਹੁੰਚੇ, ਕਮਿਊਨਿਟੀ ਦੇ ਨਾਲ ਆਪਾਂ ਨੇ ਗੱਲਬਾਤ ਸਹੀ ਤਰੀਕੇ ਦੇ ਨਾਲ ਰੱਖੀ। ਵਿਚਾਰਾਂ ਦਾ ਮਤਭੇਦ, ਤੁਹਾਡੀਆਂ ਪੋਲੀਟੀਕਲ ਆਈਡੀਓਲੋਜੀਜ਼ ਵੱਖਰੀਆਂ ਹੋ ਸਕਦੀਆਂ ਨੇ ਕਿਉਂਕਿ ਵੱਖ-ਵੱਖ ਪਾਰਟੀਆਂ ਦੇ ਨਾਲ ਸੰਬੰਧਿਤ ਹੋ, ਪਰ ਅਸੀਂ ਆਸ ਉਮੀਦ ਕਰਦੇ ਹਾਂ ਜੀ ਕਿ ਸਾਡੇ ਵੱਲੋਂ ਸਾਰਿਆਂ ਵੱਲੋਂ ਤੁਹਾਨੂੰ ਬੈਸਟ ਵਿਸ਼ੇਜ਼, ਸਹੀ ਤਰੀਕੇ ਦੇ ਨਾਲ ਆਪਣਾ ਤੁਸੀਂ ਪ੍ਰਚਾਰ ਕਰੋ, ਚੋਣਾਂ ਲੜੋ ਤੇ ਜਿਹੜਾ ਵੀ ਵੀਰ ਸੱਜਣ ਅੱਗੇ ਜਾਂਦਾ ਉਹਨਾਂ ਦੀ ਐਮਐਲਏ ਬਣਦੇ ਨੇ, ਤੁਹਾਡੀਆਂ ਸਰਕਾਰਾਂ ਬਣਦੀਆਂ ਨੇ, ਤਾਂ ਇਹ ਜੋ ਸਾਡੇ ਭਾਈਚਾਰੇ ਦੇ ਮੁੱਦੇ ਨੇ ਇਹਨਾਂ ਨੂੰ ਜ਼ਰੂਰ ਪਹਿਲ ਦੇ ਉੱਤੇ ਪਾਰਟੀਬਾਜ਼ੀ ਤੋਂ ਉੱਤੇ ਉੱਠ ਕੇ ਆਪਣੀ ਆਵਾਜ਼ ਉਠਾਉਣ ਦੀ ਕੋਸ਼ਿਸ਼ ਕਰੋ। ਥੈਂਕ ਯੂ ਸੋ ਮੱਚ ਫਰੋਮ ਪ੍ਰਾਈਮ ਏਸ਼ੀਆ ਟੈਲੀਵਿਜ਼ਨ ਤੇ ਸਾਡੇ ਮੀਡੀਆ ਕਰਮਚਾਰੀ ਜੋ ਭਾਈਚਾਰਾ ਵਿਨੀਪੈਗ ਤੋਂ ਆਇਆ ਸੀ ਉਹਨਾਂ ਦਾ ਵਿਸ਼ੇਸ਼ ਧੰਨਵਾਦ। ਥੈਂਕ ਯੂ ਸੋ ਮੱਚ ਜੀ।